ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ ਤੇ ਪ੍ਰੋਗਰਾਮ ਹੈ ਜੀ ਪ੍ਰਾਈਮ ਫੋਕਸ। ਹਰ ਰੋਜ਼ ਇਸ ਵੇਲੇ ਆਪ ਜੀ ਦੇ ਨਾਲ ਸਾਂਝ ਪਾਈ ਦੀ ਆ ਕਿ ਜੋ ਕੁਛ 24 ਘੰਟਿਆਂ 'ਚ ਘਟਿਆ ਵਾਪਰਿਆ ਹੁੰਦਾ ਆਪ ਜੀ ਦੀ ਕਚਹਿਰੀ 'ਚ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਨਾਲ ਨੇ ਪਰਮਵੀਰ ਬਾਠ ਹੋਰੀ। ਕੀ ਹਾਲ ਨੇ ਬਾਠ ਸਾਹਿਬ? ਸਤਿ ਸ਼੍ਰੀ ਅਕਾਲ ਜੀ ਸੰਧਾਲੀਆ ਸਾਹਿਬ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਵਧੀਆ ਨੇ ਤੇ ਇਹ ਸੁਣਾਓ ਕਿੱਦਾਂ? ਸਿਹਤਾਂ ਠੀਕ ਨੇ। ਜਦੋਂ ਜੇ ਰਾਜਨੀਤੀ ਠੀਕ ਹੋਵੇ ਤਾਂ ਆਪਣੀਆਂ ਸਿਹਤਾਂ ਠੀਕ ਹੁੰਦੀਆਂ। ਜੇ ਰਾਜਨੀਤੀ ਦੇ ਫੋੜਾ ਹੋ ਜਾਵੇ ਤਾਂ ਚੀਸਾਂ ਆਪਣੇ ਵੀ ਨਾਲ ਹੀ ਪੈਣ ਲੱਗ ਪੈਂਦੀਆਂ। ਰਾਜਨੀਤੀ ਦੇ ਨਹੀਂ ਕੁਛ ਵੀ ਹੈ, ਰਾਜਨੀਤੀ ਚੰਗੀ ਭਲੀ। ਰਾਜਨੀਤੀ ਨੂੰ ਕੀ ਹੈ, ਨਜ਼ਾਰੇ ਲੈਣ ਡਏ। ਉਹ ਕਹਿੰਦੇ ਭਾਈ ਸਾਹਿਬ ਕੋਈ ਮਰੇ ਕੋਈ ਜੀਵੇ, ਰਾਜਨੀਤੀਵਾਨ ਘੋਲ ਪਤਾਸੇ ਪੀਵੇ। ਉਹਨਾਂ ਨੂੰ ਕੋਈ ਲੈਣਾ ਦੇਣਾ। ਦੇਖੋ ਕਾਰਨ ਪਤਾ ਕੀ ਆ, ਇਹ ਤੇ ਆਪਣੇ ਹੀ ਆ ਨਾ ਵੀ ਉਹ ਫਲਾਨਿਆਂ ਦਾ ਹੁਣ ਉਹਨਾਂ ਦੀ ਸਰਕਾਰ ਬਣ ਗਈ, ਉਹ ਕਹਿੰਦਾ ਉਹਨਾਂ ਦੀ ਬਣ ਗਈ। ਇਹ ਤਾਂ ਵਰਕਰ ਨੂੰ ਹੁੰਦਾ। ਰਾਜਨੀਤੀਵਾਨਾਂ ਦੀਆਂ ਭਾਈ ਸਾਹਿਬ ਉਹ ਵਿੱਚ ਸਕੀਰੀਆਂ, ਵਿੱਚ ਸਾਂਝਾਂ। ਅਗਲਾ ਕਹਿੰਦਾ ਐਤਕੀ ਇੱਕ ਭਰਾ ਦੀ ਸਰਕਾਰ ਨਹੀਂ ਦੂਜੇ ਦੀ ਬਣ ਗਈ। ਉਹ ਕਹਿੰਦਾ ਨਹੀਂ ਐਤਕੀ ਕੁੜਮਾਂ ਦੀ ਨਹੀਂ ਬਣੀ, ਦੂਜਿਆਂ ਕੁੜਮਾਂ ਦੀ ਬਣ ਗਈ। ਫਿਰ ਉਹ ਕਹਿੰਦਾ ਨਹੀਂ ਐਤਕੀ ਫਲਾਨੇ ਦੇ ਸਾਂਢੂ ਦੀ ਸਰਕਾਰ ਨਹੀਂ ਬਣੀ, ਫਲਾਨੇ ਦੇ ਸਾਂਢੂ ਦੀ ਸਰਕਾਰ ਬਣ ਗਈ। ਸੋ ਕਹਿਣ ਤੋਂ ਭਾਵ ਇਹ ਵੀ ਰਾਜਨੇਤਾ ਜੇ ਇੱਕ ਪਾਸਿਓਂ ਹਾਰ ਜੇ ਤਾਂ ਕੋਈ ਨਾ ਕੋਈ ਰਿਸ਼ਤੇਦਾਰ ਜ਼ਰੂਰ ਜਿੱਤ ਜਾਂਦਾ। ਕੰਮ ਤੇ ਹੁੰਦੇ ਰਹਿੰਦੇ। ਮੈਨੂੰ ਸਮਝ ਨਹੀਂ ਸੰਧਾਲੀਆ ਸਾਹਿਬ, ਤੁਹਾਡੇ ਲੀਡਰਾਂ ਦੇ ਕਿਹੜਾ ਸੌਫਟਵੇਅਰ ਫਿੱਟ ਹੋਇਆ ਹੁੰਦਾ, ਜਾਂ ਤੁਹਾਡੀ ਮਜਬੂਰੀ ਹੁੰਦੀ ਹੈ, ਲੋੜ ਹੁੰਦੀ ਹੈ, ਜਾਂ ਫਿਰ ਸ਼ੌਕੀਆ ਹੀ ਕੰਮ ਹੁੰਦਾ? ਕੋਈ ਗੱਲ ਨਹੀਂ ਕਿ ਪਹਿਲਾਂ ਤੁਸੀਂ ਆਉਂਦੇ ਹੋ, ਕਿਸੇ ਦੇ ਘਰੇ ਜਾਂਦੇ ਹੋ, ਉੱਥੇ ਅਫਸੋਸ ਕਰਦੇ ਹੋ ਜਾਂ ਸ਼ਰਧਾਂਜਲੀ ਸਮਾਗਮ ਦੇ ਵਿੱਚ ਬੋਲਦੇ ਹੋ, ਅਤੇ ਉੱਥੇ ਇਹੀ ਕਹਿ ਦੇਣਾ ਕਿ ਮੈਂ ਥੋੜ੍ਹੇ ਸ਼ਬਦਾਂ ਦੇ ਵਿੱਚ ਹੀ ਸਮੇਟਣਾ ਕਿਉਂਕਿ ਅੱਗੇ ਕਿਤੇ ਬਹੁਤ ਜ਼ਰੂਰੀ ਮੈਨੂੰ ਜਾਣਾ ਪੈਣਾ। ਪਰ ਜੋ ਪਿਆਰ ਇਹਨਾਂ ਦੇ ਨਾਲ ਸੀ, ਜਿੰਨਾ ਇਹਨਾਂ ਨੇ ਮੇਰਾ ਕੀਤਾ, ਭਰਾਵਾਂ ਤੋਂ ਵੱਧ ਸੀ। ਜਿੱਦਣ ਸਮੱਸਿਆ ਆਉਣੀ ਇਹਨਾਂ ਨੇ ਸਭ ਤੋਂ ਪਹਿਲਾਂ ਟੈਲੀਫੋਨ ਕਰਨਾ। ਅੱਜ ਤੁਹਾਡਾ ਇਕੱਠ ਦੱਸਦਾ ਕਿ ਬੰਦਾ ਕਿਆ ਬਾਤਾਂ ਸੀ, ਬੰਦਾ ਕਿੰਨਾ ਵਧੀਆ ਸੀ। ਅਤੇ ਇਹਨਾਂ ਦੇ ਪਰਿਵਾਰ ਦੇ ਨਾਲ ਰਿਓ। ਮੈਂ ਪਰਿਵਾਰ ਦੇ ਨਾਲ ਖੜ੍ਹਾ, ਬੋਲਿਆ ਨਹੀਂ ਜਾਂਦਾ। ਫਤਿਹ ਬੁਲਾ ਕੇ ਚਲੇ ਜਾਣਾ ਅਤੇ 1 ਮਿੰਟ ਬਾਅਦ ਹੀ ਗੱਡੀ ਦੇ ਵਿੱਚ ਬੈਠ ਕੇ ਅੱਛਾ ਡੀਸੀ ਸਾਹਿਬ ਨੂੰ ਫੋਨ ਲਾਇਓ ਯਾਰ, ਉਹ ਕੰਮ ਕਹਿਣਾ ਸੀ। ਨਹੀਂ ਤੇ ਪਿਓਰ ਉੱਥੇ ਕੀ ਕਰੀਏ, ਕਿਉਂਕਿ ਅਸੀਂ ਤਾਂ ਫਿਰ ਵੀ ਮਾਈਕ 'ਤੇ ਇੰਨੀਆਂ ਗੱਲਾਂ ਕਹਿ ਦਿੰਦੇ। ਜਿਹੜੇ ਉੱਥੇ ਵੈਸੇ ਬੈਠੇ ਹੁੰਦੇ ਉਹ ਵੀ ਤਾਂ ਆਪਸ 'ਚ ਘੁਸਰ ਮੁਸਰ ਹੀ ਕਰ ਦਿੰਦੇ। ਯਾਰ ਹੁਣ ਬਾਬੇ ਨੇ ਪਤਾ ਨਹੀਂ ਕਿੰਨਾ ਟਾਈਮ ਲਾਉਣਾ। ਕੀ ਗੱਲ, ਉਹ ਯਾਰ ਮੈਂ ਤੇ ਆਪ ਜਾਣਾ ਇਹ, ਉਹ ਦਾੜ ਜੀ ਮੈਂ ਖਾਦ ਦਾ ਬੁਰਾ ਚੱਕਣਾ, ਸਟੈਟੀ ਬੰਦ ਹੋ ਸਟੈਡੀ ਬੰਦ ਹੋ ਜਾਣੀ ਕਿਸੇ ਨੇ, ਹੈ ਨਾ। ਉਹ ਯਾਰ ਗੁਰੂਆ ਮੈਨੂੰ ਜੇ ਪਤਾ ਦਾ ਪੱਠੇ ਮੈਂ ਵੱਢ ਕੇ ਆ ਜਾਂਦਾ, ਮਗਰੋਂ ਮੱਝ ਨਹੀਂ ਮਿਲਣੀ ਸੀ। ਚੱਲ ਕੋਈ ਨਹੀਂ, ਵੇਚਦੇ ਆ। ਫਿਰ ਨਾ ਆਇਆ ਤਾਂ ਫਿਰ ਤੂੰ ਮੇਰੇ ਨਾਲ ਉੱਠੀ, ਹੌਲੀ ਜੀ ਆਪਾਂ ਨਿਕਲ ਚੱਲਾਂਗੇ। ਹੁਣ ਕਰੀਏ ਕੀ, ਫਿਰ ਟਾਈਮ 'ਤੇ ਨਾ ਲੱਗਣ। ਅਸੀਂ ਮਾਈਕ 'ਤੇ ਕਹਿ ਦਿੰਦੇ ਹਾਂ, ਤੁਸੀਂ ਵਿੱਚ ਘੁਸਰ ਮੁਸਰ ਕਰ ਦਿੰਦੇ। ਗੱਲ ਤਾਂ ਇੰਨੀ ਕੀ ਹੁੰਦੀ। ਕਦੇ ਕਦੇ ਤਾਂ ਸੰਧਾਲੀਆ ਸਾਹਿਬ ਇੱਦਾਂ ਵੀ ਹੁੰਦਾ ਹੋਣਾ ਕਿ ਕੋਈ ਬੰਦਾ ਮੰਨ ਲਓ ਭੋਗ ਦੇ ਉੱਤੇ ਸਭ ਤੋਂ ਪਿੱਛੇ ਜਿਹੜੇ 2-3 ਬੰਦੇ ਬੈਠੇ ਹੁੰਦੇ ਆ, ਅਤੇ ਉਹਨਾਂ ਦੇ ਵਿੱਚੋਂ ਇੱਕ ਪਿੱਛੇ ਨੂੰ ਦੇਖੀ ਜਾਂਦਾ ਹੁੰਦਾ, ਯਾਰ ਬੱਦਲ ਫੇ ਆ ਗਿਆ। ਉਹਦੇ ਨਾਲ ਕਹਿੰਦੇ ਯਾਰ ਤੈਨੂੰ ਬੜਾ ਫਿਕਰ ਆ ਨਾ ਕਿ ਇਹਨਾਂ ਦਾ ਲੰਗਰ ਪ੍ਰਸ਼ਾਦਾ ਤਿਆਰ ਆ ਵੀ ਤਿੰਨ ਬੜੇ। ਕਹਿੰਦੇ ਨਹੀਂ ਯਾਰ ਮੇਰੇ ਪੱਠੇ ਲਿਆਉਣ ਵਾਲੇ ਆ। ਉਹ ਆਪਣਾ ਵੇਖਣ ਜਾਂਦਾ। ਚਲੋ ਕੋਈ ਗੱਲ ਨਹੀਂ, ਇਹ ਦੁਨੀਆਦਾਰੀ ਹੈ, ਚੱਲੀ ਜਾਣੀ ਆ। ਪਰ ਦੁਨੀਆਦਾਰੀ ਦੇ ਵਿੱਚ ਹੁਣ ਜੇ ਤੁਸੀਂ ਰਾਜਨੀਤੀ ਦੀ ਗੱਲ ਕੀਤੀ ਆ, ਅਤੇ ਮੈਨੂੰ ਇਹ ਆ ਕਿ ਰਾਜਨੀਤੀ ਦੀ ਗੱਲ ਹੀ ਛੇੜ ਲਈਏ ਪਹਿਲਾਂ। ਹੁਣ ਪਹਿਲਾਂ ਜਿੱਦਣ ਇਹ ਗੱਲ ਆਉਂਦੀ ਆ ਕਿ ਵਿਜੀਲੈਂਸ ਨੇ ਨੋਟਿਸ ਕੱਢਤਾ, ਸੱਦ ਲਿਆ ਜੀ ਮਨਪ੍ਰੀਤ ਬਾਦਲ ਸਾਹਿਬ ਨੂੰ, ਜਾਣਾ ਪੈਣਾ, ਬੜਾ ਰੌਲਾ ਪਿਆ। ਅਖੀਰ ਮਨਪ੍ਰੀਤ ਬਾਦਲ ਸਾਹਿਬ ਗਏ ਉੱਥੇ, ਤਾਂ ਚਲੋ ਗਏ ਹੀ ਗਏ। ਪਰ ਉਦੋਂ ਬਾਅਦ ਜਿੱਦਾਂ ਦੀ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਅਤੇ ਜਿਵੇਂ ਉੱਥੇ ਉਹਨਾਂ ਨੇ ਗੱਲਾਂ ਬਾਤਾਂ ਸਾਰੀਆਂ ਕੀਤੀਆਂ, ਉਹ ਤੋਂ ਬਾਅਦ ਜਾਪਦਾ ਸੀ ਵੀ ਚਲੋ ਇੱਕ ਵਾਰ ਤਾਂ ਉਹਨਾਂ ਨੇ ਉਬਾਲਾ ਜਿਹਾ ਖਾਣਾ ਹੀ ਸੀ। ਪਰ ਮਾਨ ਸਾਹਿਬ ਨੂੰ ਜਿੱਦਾਂ ਉਹਨਾਂ ਨੇ ਛੇੜਿਆ ਸੀ, ਮਾਨ ਸਾਹਿਬ ਨੇ ਟਵੀਟ ਕਰਤਾ ਅਤੇ ਉਹਨਾਂ ਦੇ ਆਖਿਆ ਵੀ ਇਹ ਸ਼ੇਰ ਦਾ ਹੁਣ ਜਵਾਬ ਦੀ ਉਡੀਕ ਰਹੇਗੀ। ਹੁਣ ਕੋਈ ਗੱਲ ਸ਼ੇਰੋ ਸ਼ਾਇਰੀ 'ਚ ਕਰੇ ਅਤੇ ਮਨਪ੍ਰੀਤ ਬਾਦਲ ਸਾਹਿਬ ਜਵਾਬ ਨਾ ਦੇਣ, ਇਹ ਕਿੱਦਾਂ ਹੋ ਸਕਦਾ? ਉਸੇ ਸ਼ੇਰ ਨੂੰ ਬਿਲਕੁਲ ਉਲਟਾ ਉਹਨਾਂ ਨੇ ਕਰਕੇ ਅਤੇ ਜਵਾਬ ਦਿੱਤਾ। ਅਤੇ ਨਾਲ ਇੱਕ ਉਹਨਾਂ ਦੀ ਵੀਡੀਓ ਟਵੀਟ ਕਰ ਦਿੱਤੀ ਪੁਰਾਣੀ, ਜਦੋਂ ਮੇਰਾ ਖਿਆਲ ਸ਼ਾਇਦ ਉਹ ਵੀ PPP ਪਾਰਟੀ 'ਚ ਹੁੰਦੇ ਸੀ ਕਿਤੇ ਬਾਹਰ, ਕਈ ਵਿਦੇਸ਼ 2011 ਦੇ ਹੋਊਗੇ। ਹਾਂ, ਵਿਦੇਸ਼ ਯਾਤਰਾ ਵੇਲੇ ਮੇਰਾ ਖਿਆਲ ਕਿਤੇ ਨਾ ਕਿਤੇ ਉਦੋਂ, ਕਿਉਂਕਿ ਆਪਣੀ ਪਾਰਟੀ ਲਈ ਕੰਪੇਨ ਕਰਦੇ ਸੀ ਉਦੋਂ ਦੇ। ਜਦੋਂ ਮਾਨ ਸਾਹਿਬ ਉਦੋਂ ਕਹਿੰਦੇ ਸੀ ਵੀ ਹਾਂਜੀ ਜਿਹੜਾ ਮੁੱਖ ਮੰਤਰੀ ਹੋਊਗਾ ਉਹ ਵੀ ਸਿਲੰਡਰ ਲੈਣ 'ਚ ਲੱਗਾ ਹੋਊਗਾ ਕਿਤੇ। ਹੁਣ ਉਸ ਵੇਲੇ ਦੀ ਵੀਡੀਓ ਦੁਬਾਰਾ ਉਹਨਾਂ ਨੇ ਕਰਕੇ ਤੇ ਨਾਲ ਇਹ ਕਹਿ ਤਾ ਵੀ ਤੁਸੀਂ ਉਦੋਂ ਵੀ ਡਰਾਮੇ ਕਰਦੇ, ਹੁਣ ਵੀ ਡਰਾਮੇ ਕਰਦੇ ਹੋ, ਤੁਹਾਡਾ ਪੇਸ਼ਾ। ਹਾਂ, ਇਹਦਾ ਮਤਲਬ ਮਨਪ੍ਰੀਤ ਬਾਦਲ ਸਾਹਿਬ ਹਟੇ ਨਹੀਂ ਪਿੱਛੇ ਹੈ। ਉਹਨਾਂ ਨੇ ਵੇਖਿਆ ਵੀ ਇੱਦਾਂ ਦੇ ਫਿਰ ਇੱਦਾਂ ਹੀ ਚੱਲੂ। ਨਹੀਂ, ਮਨਪ੍ਰੀਤ ਬਾਦਲ ਹੋਰਾਂ ਨੇ ਐਤਕੀ ਤਾਂ ਇੱਕ ਹੋਰ ਕੰਮ ਵੀ ਕੀਤਾ, ਅੱਜ ਤੱਕ ਮੈਂ ਕਦੇ ਇੱਦਾਂ ਦੇਖਿਆ ਨਹੀਂ। ਉਹਨਾਂ ਨੇ ਭਗਵੰਤ ਮਾਨ ਸਾਹਿਬ ਨੂੰ ਕਿਹਾ ਕਿ ਤੁਹਾਡਾ ਪੇਸ਼ਾ, ਤੁਸੀਂ ਪਹਿਲਾਂ ਵੀ ਇਹੀ ਕੰਮ ਕਲਾਕਾਰੀ ਵਾਲਾ, ਅਦਾਕਾਰੀ ਵਾਲਾ ਜਾਂ ਨਾਟਕਾਂ ਵਾਲਾ ਕਰਦੇ ਸੀ, ਤੁਸੀਂ ਅੱਜ ਵੀ ਕਰੀ ਜਾਂਦੇ ਆ, ਪਰ ਪੰਜਾਬ ਦੇ ਲੋਕ ਸਭ ਵੇਖ ਰਹੇ ਆ ਜਵਾਬ ਦੀ ਉਡੀਕ 'ਚ। ਫਿਰ ਉਹਨਾਂ ਨੇ ਉਹੀ ਸ਼ੇਅਰ ਜਿਹੜਾ ਭਗਵੰਤ ਮਾਨ ਸਾਹਿਬ ਨੇ ਉਹਨਾਂ ਦੇ ਲਈ ਲਿਖਿਆ ਸੀ, ਉਹਦੇ ਵਿੱਚ ਥੋੜ੍ਹੀ ਜਿਹੀ ਸੋਧ ਕਰਕੇ ਫਿਰ ਲਿਖ ਦਿੱਤਾ। ਅਤੇ ਥੱਲੇ ਬ੍ਰੈਕਟਾਂ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਪੰਜਾਬ ਦੇ ਬਹੁਤੇ ਲੋਕਾਂ ਨੂੰ ਇਸ ਭਾਸ਼ਾ ਦੀ ਸ਼ਾਇਦ ਬਹੁਤੀ ਸਮਝ ਨਹੀਂ, ਅਤੇ ਉਹਨਾਂ ਨੇ ਵਿੱਚ ਉਹਦਾ ਪੰਜਾਬੀ ਅਨੁਵਾਦ ਵੀ ਕਰ ਦਿੱਤਾ ਕਿ ਭਾਈ ਸਮਝਣ ਦੇ ਵਿੱਚ ਕੋਈ ਦਿੱਕਤ ਆਵੇ ਨਾ। ਚਲੋ ਸੰਧਾਲੀਆ ਸਾਹਿਬ, ਇਹ ਨਹੀਂ ਪਤਾ ਕਿ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਰੁਪਈਆ ਟਕਾ ਇੱਧਰ ਉੱਧਰ ਕੀਤਾ ਕਿ ਨਹੀਂ ਕੀਤਾ। ਸਾਨੂੰ ਨਹੀਂ ਪਤਾ ਕਿ ਉਹ ਜਿਹੜਾ ਪਲਾਟ ਜਿਹਦਾ ਰੌਲਾ ਪੈਂਦਾ ਉਹ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਕਾਨੂੰਨੀ ਲਿਆ ਜਾਂ ਕੋਈ ਮਾੜਾ ਮੋਟਾ ਉੜ ਪੁੜ ਕੀਤਾ। ਹੁਣ ਦੋਏ ਬੰਦੇ 12 ਸਾਲ ਪਹਿਲਾਂ ਇੱਕ ਪਾਰਟੀ 'ਚ ਸੀ,
ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਉਦੋਂ 2 ਹਲਕਿਆਂ ਤੋਂ ਚੋਣ ਲੜੀ ਸੀ, ਇੱਕ ਗਿੱਦੜਬਾਹਾ ਸੀ ਤੇ ਇੱਕ ਹਲਕਾ ਹੋਰ ਸੀ ਮੌੜ। ਤੇ ਭਗਵੰਤ ਮਾਨ ਸਾਹਿਬ ਨੇ ਉਧਰੋਂ ਲੜੀ ਸੀ ਬੀਬੀ ਭੱਠਲ ਦੇ ਖਿਲਾਫ ਲਹਿਰੇ ਕਾਗੇ ਤੋਂ। ਹਾਰ ਦੋਏ ਗਿਆ ਸੀ 3 ਸੀਟਾਂ ਤੋਂ। ਮੈਂ ਫਿਰ ਕਹਿੰਦਾ ਕਿ 2-3 ਸੀਟਾਂ ਤੋਂ ਹਾਰ ਗਿਆ ਸੀ। ਪਰ ਭਗਵੰਤ ਮਾਨ ਹੋਰੀ ਤੁਸੀਂ ਦੇਖੋ ਅੱਜ ਕਿੱਧਰ ਨੇ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਿੱਧਰ ਨੇ। ਦੋਆਂ ਦਾ ਆਪਸ ਵਿੱਚ ਸੰਬੰਧ ਬੜਾ ਤੇ ਇੱਕ ਦੂਜੇ ਦੀਆਂ ਕਮੀਆਂ ਪੇਸ਼ੀਆਂ ਵੀ ਪਤਾ ਹੁੰਦੀਆਂ ਤੇ ਹੁਣ ਖੁੱਲ੍ਹ ਕੇ ਸਾਹਮਣੇ ਆ ਜਾਣਗੀਆਂ। ਪੰਜਾਬ ਦੇ ਲੋਕਾਂ ਲਈ ਚੰਗਾ, ਪਰ ਪੰਜਾਬ ਦੀ ਰਾਜਨੀਤੀ ਦਾ ਇੱਕ ਦਸਤੂਰ ਪੰਜਾਬ ਦੇ ਲੋਕਾਂ ਲਈ ਸੰਧਾਲੀਆ ਸਾਹਿਬ ਮਾੜਾ ਵੀ ਹੈ। ਤੁਸੀਂ ਇਹ ਦੇਖੋ ਕਿ ਪਹਿਲਾਂ ਪੰਜਾਬ ਦੀ ਰਾਜਨੀਤੀ ਜਦੋਂ ਲੋਕ ਪੱਖੀ ਹੁੰਦੀ ਸੀ, ਲੋਕਾਂ ਲਈ ਹੁੰਦੀ ਸੀ, ਉਦੋਂ ਕੀ ਹੁੰਦਾ ਸੀ ਕਿ ਜੇ ਕਿਸੇ ਦੇ ਨਾਲ ਕੋਈ ਧੱਕਾ ਹੋਇਆ, ਲੀਡਰ ਜਾਂਦੇ ਸੀ ਉਹਦੇ ਘਰੇ ਬਹਿੰਦੇ ਸੀ ਤੇ ਦਰੀ ਆਪ ਵਿਛਾਉਂਦੇ ਸੀ। ਉਹ ਲੋਕਾਂ ਦੇ ਵਿੱਚੇ ਰਹਿੰਦੇ ਸੀ। ਪੱਤਰਕਾਰਾਂ ਨੂੰ ਉੱਥੇ ਮੌਕਾ ਮਿਲਦਾ ਸੀ ਲੀਡਰਾਂ ਕੋਲ ਜਾ ਕੇ ਪ੍ਰਤੀਕਿਰਿਆ ਲੈਣ ਦਾ ਕਿ ਭਾਈ ਲੀਡਰ ਸਾਹਿਬ ਉੱਥੇ ਦਰੀ ਤੇ ਬੈਠੇ, ਦੱਸੋ ਕੀ ਕਰੋਗੇ। ਉਹ ਕਹਿੰਦੇ ਖਲੋਤੇ ਆ ਜਦੋਂ ਤੱਕ ਕੰਮ ਨਹੀਂ ਹੁੰਦਾ, ਖਲੋਤੇ ਆ ਜਦੋਂ ਤੱਕ ਇਸ ਬੰਦੇ ਨਾਲ ਧੱਕਾ ਕਰਨ ਵਾਲੇ ਬੰਦੇ ਫੜੇ ਨਹੀਂ ਜਾਂਦੇ। ਹੜ੍ਹ ਆਉਣਾ, ਭੁਚਾਲ ਆਉਣਾ, ਕੁਦਰਤੀ ਕਰੋਪੀ ਆਉਣੀ, ਕਿਤੇ ਬੰਨ ਟੁੱਟ ਜਾਣਾ, ਕੁਝ ਵੀ ਹੋਣਾ, ਲੀਡਰ ਲੋਕਾਂ ਦੇ ਵਿੱਚ ਜ਼ਮੀਨ ਤੇ ਹੁੰਦੇ ਸੀ। ਹੁਣ ਲੀਡਰ ਟਵਿੱਟਰ ਤੇ ਹੁੰਦੇ ਆ। ਤੁਸੀਂ ਇਹ ਦੇਖੋ ਕਿ ਇੱਕ ਲੀਡਰ, ਚੰਗੀ ਗੱਲ ਹੈ ਕਿ ਭਾਈ ਉੱਥੇ ਬੰਦੇ ਦਾ ਸਬੂਤ ਮਿਲ ਜਾਂਦਾ ਕਿ ਇਸ ਬੰਦੇ ਨੇ ਆਪ ਲਿਖਿਆ, ਬੰਦਾ ਟਵੀਟ ਕਰ ਦਿੰਦਾ ਘਰੇ ਬੈਠਾ ਰਜਾਈ ਦੇ ਵਿੱਚ, ਕੋਈ ਵੀ ਲੀਡਰ ਹੈ। ਹੁਣ ਉਹ ਜ਼ਮੀਨ ਤੇ ਤਾਂ ਨਹੀਂ ਆਇਆ। ਅੱਗੇ ਪੱਤਰਕਾਰਾਂ ਦੇ ਕੋਲ ਉੱਥੇ ਜਾ ਕੇ ਉਹਨੂੰ ਸਵਾਲ ਪੁੱਛਣ ਦਾ ਢੰਗ ਤਰੀਕਾ ਹੁੰਦਾ ਸੀ। ਲੀਡਰ ਉੱਥੇ ਕਿੰਨੀ ਕੁ ਦੇਰ ਬੈਠਿਆ, ਕਿੱਦਾਂ ਬੈਠਿਆ, ਕਿੰਨੀ ਕੁ ਉਹਨੂੰ ਸਮਝ ਹੈ। ਹੁਣ ਤਾਂ ਲੀਡਰਾਂ ਨੂੰ ਸਵਾਲ ਹੀ ਨਹੀਂ ਪੁੱਛੇ ਜਾ ਸਕਦੇ। ਹੁਣ ਤਾਂ ਲੀਡਰ ਦੇ ਉੱਤੇ ਨਿਰਭਰ ਕਰਦਾ ਹੈ ਕਿ ਜਦੋਂ ਉਹ ਚਾਹੇ ਉਦੋਂ ਲੋਕਾਂ 'ਚ ਆਊਗਾ, ਉਦੋਂ ਪੱਤਰਕਾਰ ਉਹਨੂੰ ਸਵਾਲ ਪੁੱਛਣਗੇ, ਉਦੋਂ ਲੋਕ ਸਵਾਲ ਪੁੱਛਣਗੇ। ਨਹੀਂ ਤਾਂ ਕੰਮ ਬੜਾ ਸੌਖਾ ਹੋ ਗਿਆ। ਤੁਸੀਂ ਗੱਡੀ 'ਚ ਜਾਂਦੇ ਹੋ, ਕਿਸੇ ਵੀ ਮੁੱਦੇ ਦੇ ਉੱਤੇ ਵੀਡੀਓ ਬਣਾ ਕੇ ਪਾ ਦਿਓ। ਤੁਸੀਂ ਘਰੇ ਬੈਠੇ ਹੋ, ਤੁਸੀਂ ਟਵੀਟ ਕਰਦੇ ਹੋ, ਤੁਸੀਂ ਕੁਝ ਹੋਰ ਕਰਦੇ ਹੋ, ਤੁਸੀਂ 4 ਅੱਖਰ ਲਿਖ ਕੇ ਫੇਸਬੁੱਕ ਦੇ ਉੱਤੇ ਪਾ ਦਿਓ। ਜਾਣੀ ਇਹ ਰਾਜਨੀਤੀ ਪੰਜਾਬ ਦੇ ਲਈ ਕਦੇ ਵੀ ਮਾਫਕ ਨਹੀਂ ਸੀ। ਲੀਡਰਾਂ ਦੇ ਲਈ ਕੰਮ ਬੜਾ ਸੌਖਾ ਹੋ ਗਿਆ। ਜਵਾਬਦੇਹੀ ਤੋਂ ਭੱਜਣ ਲੱਗ ਪਏ ਆ, ਇੱਕ ਦੂਸਰੇ ਦੇ ਉੱਤੇ ਹਮਲੇ ਕਰੀ ਜਾਂਦੇ। ਹੁਣ ਚੁਆਇਸ ਥੋੜੀ ਹੈ। ਪੱਤਰਕਾਰਾਂ ਦੇ ਬੰਦਾ ਸਾਹਮਣੇ ਆਉਂਦਾ ਸੀ, 20 ਤਰ੍ਹਾਂ ਦੇ ਸਵਾਲ ਹੁੰਦੇ ਸੀ, ਉੱਥੋਂ ਹਰ ਇੱਕ ਮੁੱਦਾ ਨਿਕਲ ਕੇ ਆਉਂਦਾ ਸੀ। ਹੁਣ ਜੋ ਲੀਡਰ ਚਾਹੁੰਦਾ ਕਿ ਮੈਂ ਇੱਥੇ ਨਹੀਂ ਬੋਲਣਾ, ਨਹੀਂ ਬੋਲਣਾ, ਇੱਥੇ ਬੋਲਣਾ, ਠੋਕ ਕੇ ਬੋਲਣਾ। ਇਹ ਤੇ ਦੇਖੋ ਕਾਰਨ ਇਹ ਆ ਵੀ ਹੁਣ ਜੇ ਦੁਨੀਆ ਸੋਸ਼ਲ ਮੀਡੀਆ ਤੇ ਹੋ ਗਈ ਏ ਤੇ ਲੀਡਰ ਨਾ ਜਾਣ ਦਾ ਸਵਾਲ ਕਰਦੇ ਆ। WhatsApp ਅਸੀਂ ਕਦੀ ਕਿਸੇ ਨੂੰ ਵਰਜਿਆ ਰੋਕਿਆ ਵੀ ਹਾਂ ਵੀਰ ਤੂੰ ਇਹਦੇ ਤੇ ਡਾਂਸ ਕਿਉਂ ਕਰਦਾ, ਤੂੰ ਫਲਾਨੇ ਗਾਣੇ ਦੇ ਵੀਡੀਓ ਕਿਉਂ ਪਾਉਣਾ। ਫਿਰ ਤੇ ਅੱਜ ਕੱਲ੍ਹ ਇਹ ਵੀ ਬੜਾ ਚੱਕਰ ਚੱਲ ਪਿਆ। ਉਹ ਕਹਿੰਦਾ ਵੀ ਫਲਾਨਾ ਆਪਣੇ ਟੱਬਰ ਟੀਰ ਨੂੰ ਨਾਲ ਲੈ ਕੇ ਚੱਲੀ ਜਾਂਦਾ। ਉਹ ਕਹਿੰਦੇ ਵੀ ਬੇਬੇ ਬਾਪੂਆਂ ਤੋਂ ਲੈ ਕੇ ਹੋਰ ਜੀਆ ਜਨਤਾ ਆਪਾਂ ਪਰਿਵਾਰ ਦਾ ਨਾਲ ਲਾ ਲਿਆ। ਲੀਡਰ ਥੋੜ੍ਹਾ ਇਤਰਾਜ਼ ਕਰਦੇ। ਉਹ ਕਹਿੰਦੇ ਵੀ ਵੀਰ ਜੇ ਤੇਰਾ ਰੁਜ਼ਗਾਰ ਬਣਿਆ ਤੂੰ ਚਲਾ। ਉਹ ਕਹਿੰਦੇ ਵੀ ਜੇ ਲੋਕਾਂ ਨੂੰ ਪਤਾ ਵੀ ਸਾਰਾ ਦਿਨ ਮੋਬਾਈਲ ਤੇ ਹੀ ਰਹਿਣਾ, ਜੇ ਮੰਨ ਲਓ ਵੀ ਮੀਂਹ ਕਣੀ, ਅਗਲਾ ਕਹਿੰਦਾ ਯਾਰ ਚੱਕੜ ਚਿੱਬੜ ਹੈਗਾ, ਕਦ ਲਈ ਜਾਵਾਂਗੇ, ਬੈਠਾ ਰਹਿ ਕੋਈ ਨਹੀਂ, ਘਰੇ ਰਹਿੰਦੇ। ਜੇ ਬਾਹਰ ਧੁੱਪ ਬੜੀ ਗੁਰੂਆ, ਗਰਮੀ ਕਾਹਨੂੰ ਜਾਣਾ, ਇੱਥੇ ਬੈਠਾ ਰਹਿ ਪੱਖੇ ਅੱਗੇ, ਠੀਕ ਹੈ। ਜੇ ਕੱਲ੍ਹ ਨੂੰ ਠੰਡ ਆ, ਧੁੰਦ ਬੜੀ ਆ, ਐਵੇਂ ਕਿਤੇ ਵੱਜਾਂਗੇ, ਕੋਈ ਗੱਲ ਨਹੀਂ, ਤੂੰ ਬੈਠਾ ਰਹਿ। ਮਤਲਬ ਇਹ ਹੋ ਗਿਆ ਵੀ ਜਦੋਂ ਆਪਾਂ ਨੂੰ ਹੋਰ ਬਾਕੀ ਕੰਮਾਂ ਤੋਂ ਵਿਹਲ ਮਿਲਦਾ, ਆਪਾਂ ਵੀ ਫੋਨ ਦੁਆਲੇ ਹੋ ਜਾਂਦੇ ਹਾਂ। ਅਤੇ ਲੀਡਰਾਂ ਨੂੰ ਯਾਦ ਵੀ ਜਦੋਂ ਗਾਹਕ ਫੋਨ 'ਤੇ ਆ ਤੇ ਫਿਰ ਮਾਲ ਵੀ ਤੇ ਫੋਨ ਤੇ ਹੀ ਆਊਗਾ ਨਾ। ਮੈਂ ਪਹਿਲੀ ਵਾਰੀ ਤੁਹਾਡੇ ਨਾਲ ਬਹੁਤਾ ਸਹਿਮਤ ਹੋਇਆ। ਇੰਨਾ ਮੈਂ ਕਦੇ ਸਹਿਮਤ ਨਹੀਂ ਹੋਇਆ ਤੁਹਾਡੇ। ਨਹੀਂ ਹੁਣ ਦੇਖੋ ਕਾਰਨ ਹੈ ਵੀ ਅਸੀਂ ਗੱਲ ਲੋਕਾਂ ਦੀ ਕਰ ਰਹੇ ਹਾਂ ਨਾ। ਮੈਨੂੰ ਲੱਗਦਾ ਕਿ ਤੁਸੀਂ ਸੱਤਾ ਚਾਹਣਾ, ਮੈਂ ਤਾਂ ਸਹਿਮਤ ਹੋਇਆ। ਹੁਣ ਤੁਸੀਂ 3 ਉਦਾਹਰਨਾਂ ਨੇ ਮੇਰੇ ਕੋਲ। ਅੱਗੇ ਨਾ ਮੰਨ ਲਓ ਕਿ ਤੁਸੀਂ ਮੈਨੂੰ ਸੁਨੇਹਾ ਦਿੱਤਾ ਕਿ ਮੈਂ 11 ਵਜੇ ਤੈਨੂੰ ਲੈਣ ਆਊਗਾ, ਮੇਰੇ ਕੋਲ ਸਕੂਟਰ ਹੈਗਾ, ਤੂੰ ਉੱਥੇ ਜਾਣਾ, ਆਪਾਂ ਇਕੱਠੇ ਬਿਜਲੀ ਦਾ ਬਿੱਲ ਉਤਾਰ ਆਵਾਂਗੇ। ਅੱਗੇ ਕੀ ਹੁੰਦਾ ਸੀ ਕਿ ਬੀਬੀਆਂ ਨੇ ਜਾਂ ਬੀਬਿਆਂ ਨੇ ਇੱਕ ਦੂਜੇ ਨੂੰ ਸੁਨੇਹਾ ਦੇਣਾ, ਤੇ ਜੇ ਬੀਬੀ 5 ਮਿੰਟ ਲੇਟ ਹੋ ਗਈ ਤਾਂ ਉਹਨੇ ਪੁੱਛਣਾ ਅੱਛਾ ਕੀ ਕਰਦੇ। ਉਹਨੇ ਕਹਿਣਾ ਮੈਂ 2 ਸਵਾਈਆਂ ਪਾਉਣ ਲੱਗ ਪਈ, ਮੈਂ ਕੱਪੜੇ ਧੋਤੇ ਸੀ, ਤੈਅ ਮਾਰਨ ਲੱਗ ਪਈ। ਮੈਂ ਕਿਹਾ ਸੀ ਚੱਲ ਮੈਂ ਰਸੋਈ ਦੇ ਵਿੱਚ ਕੀ ਸੀ, ਮੈਂ ਉੱਥੇ ਡੱਬੇ ਡੁੱਬੇ ਸਾਫ਼ ਕਰਨ ਲੱਗ ਪਈ। ਉਧਰੋਂ ਤੂੰ ਹਾਕ ਮਾਰੀ, ਮੈਂ ਆ ਗਈ, ਤਿਆਰ ਹੋ ਜਾਣਾ। ਤੇ ਬੀਬੀਆਂ ਨੇ ਘਰ ਦਾ ਨਿੱਕਾ ਆਊਟਪੁੱਟ, ਕਿਸੇ ਨੇ ਕਹਿਣਾ ਮੈਂ ਕਿਤਾਬ ਪੜ੍ਹਨ ਲੱਗ ਪਈ, ਮੈਂ ਨਿਆਣੇ ਨੂੰ ਪੜ੍ਹਾਉਣ ਲੱਗ ਪਈ। ਤੇ ਬੰਦਿਆਂ ਨੇ ਕਹਿਣਾ ਉੱਥੇ ਕਰਨਾ ਕੀ ਸੀਗਾ, ਮੈਂ ਇੱਥੇ ਮਾੜਾ ਜਿਹਾ ਸੀਗਾ, ਪੱਲੀਆਂ ਪੁੱਲੀਆਂ ਜਿਹੀਆਂ ਪਈਆਂ ਸੀ, ਉੱਥੇ ਖਾਦ ਦੇ ਬੁਰੇ ਤੁਰੇ ਫਿਰਦੇ ਸੀ, ਮੈਂ ਤੈਅ ਮਾਰ ਕੇ ਰੱਖਣ ਲੱਗ ਪਿਆ। ਕਰਨਾ ਉੱਥੇ ਕੀ ਸੀਗਾ, ਮੈਂ ਮਾੜਾ ਜਿਹਾ ਦੇਖਣ ਲੱਗ ਪਿਆ, ਖਾਦ ਖੂਦ ਕਿੰਨਾ ਕੁ ਕਿੱਥੇ ਗੱਲ ਗਈ ਹੈ। ਮੈਂ ਨਿਆਣੇ ਦਾ ਵੀ ਬਸਤਾ ਬੁਸਤਾ ਜਿਹਾ ਫੋਲ ਕੇ ਦੇਖਣ ਲੱਗ ਪਿਆ, ਪੜ੍ਹਦਾ ਪੁੜਦਾ ਵੀ ਹੈ, ਕਿਤਾਬਾਂ ਪਾੜੀਆਂ ਤਾਂ ਨਹੀਂ। ਹੁਣ ਜਿਹਨੂੰ ਮਰਜ਼ੀ ਕੀ ਕਰ, ਕੁਛ ਨਹੀਂ, ਮੈਂ ਮਾੜਾ ਜਿਹਾ ਫਿਰ ਮੋਬਾਈਲ ਦੇਖਣ ਲੱਗ ਪਿਆ। ਇਹੀ ਹੁੰਦਾ ਨਾ। ਅੱਗੇ ਕੀ ਹੁੰਦਾ ਸੀ, ਕਿਸੇ ਕਲਾਕਾਰ ਨੇ ਆਉਣਾ, ਚਾਹੇ ਉਹ ਪੰਜਾਬ ਦੇ ਕਿਸੇ ਪਿੰਡ ਦਾ ਸੱਭਿਆਚਾਰਕ ਮੇਲਾ ਹੈ, ਚਾਹੇ ਵਿਦੇਸ਼ਾਂ ਦੇ ਵਿੱਚ ਬਹੁਤ ਵੱਡੇ ਜਿਹੜੇ ਹਾਲ ਨੇ ਇੱਥੇ ਉਹਨਾਂ ਦੇ ਵਿੱਚ ਮੇਲਾ ਹੈ। ਲੋਕਾਂ ਨੇ ਆਉਣਾ ਤੇ ਲੋਕਾਂ ਦੀਆਂ ਨਜ਼ਰਾਂ ਟਿਕਣੀਆਂ ਨਹੀਂ ਕਲਾਕਾਰ ਤੇ, ਲੋਕਾਂ ਦੀਆਂ ਨਜ਼ਰਾਂ ਟਿਕਣੀਆਂ ਆਲੇ ਦੁਆਲੇ ਸਜਿੰਦੇ ਨੇ ਜਿਹੜੇ ਕਿ ਕਿਆ ਵਜਾਉਂਦੇ ਨੇ ਭਾਈ। ਉਹਦੇ ਤੋਂ ਬਾਅਦ ਲੋਕਾਂ ਨੇ ਸਾਰਾ ਕੁਝ ਸੁਣਨਾ ਤੇ ਫਿਰ ਕਈ ਦਿਨ ਗੱਲਾਂ ਕਰਨੀਆਂ। ਹੁਣ ਕਲਾਕਾਰ ਬਾਅਦ ਚ ਆਉਂਦਾ, ਪਹਿਲੇ ਮੋਬਾਈਲ ਕੱਢ ਕੇ ਲਾਈਟਾਂ ਜਗਾ ਕੇ ਯਾਨੀ ਉਹਦੀ ਮੈਂ ਵੀਡੀਓ ਬਣਾ ਲਵਾਂ। ਯਾਰ ਪਹਿਲਾਂ ਆਪਦੀਆਂ ਅੱਖਾਂ ਨਾਲ ਤਾਂ ਦੇਖ ਲਓ। ਇੱਦਾਂ ਹੀ ਹੁੰਦਾ ਕਿ ਨਹੀਂ ਹੁੰਦਾ? ਨਹੀਂ ਬਿਲਕੁਲ ਹੁੰਦਾ। ਦੂਜੀ ਗੱਲ ਇਹ ਵੀ ਹੈ ਨਾ, ਕਾਰਨ ਆ ਵੀ ਜਦੋਂ ਭਾਈ ਸਾਹਿਬ ਮਹਿੰਗੇ ਭਾਅ ਦੀ ਟਿਕਟ ਲੈ ਕੇ ਅਗਲਾ ਵੇਖਣ ਗਿਆ, ਜੇ ਟਿਕਟ ਨਹੀਂ ਵੀ ਮਿਲੀ ਉੱਦਾਂ ਕੋਈ ਪਹੁੰਚਿਆ ਤੇ ਦੂਜੀ ਤੀਜੇ ਨੰਬਰ ਦੀ ਕੁਰਸੀ ਮਿਲੀ ਵੀ ਉੱਥੋਂ ਜਮਾਂ ਨੇੜੇ ਹੁੰਦੀ ਦਾ ਕਲਾਕਾਰ। ਉਹ ਹੁਣ ਜਦੋਂ ਮਹਿੰਗੇ ਫੋਨ ਦੇ ਉੱਪਰ ਕਰਕੇ ਪਾ ਕੇ ਤੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕਰਨਾ, ਫਿਰ ਉਡੀਕਣਾ ਵੀ ਕਿੰਨੇ ਵੇਖਿਆ,
ਕਿਹਦੇ ਐ ਮਤਲਬ ਇੱਕ ਨਾ ਵਿੱਚ ਦੀ ਤੀਰਾਂ ਨੂੰ ਨਿਕਲਿਆ ਕਿ ਨਹੀਂ ਨਿਕਲਿਆ ਨਾਲ ਉਹਦੇ ਵੱਲ ਕਰਕੇ ਵੀ ਇੱਕ ਵਾਰੀ ਆਪ ਵੀ ਵੀ ਸਾਰੀ ਸਮਝ ਮੈਨੂੰ ਹੀ ਆ। ਹਾਂ ਵੇਖੋ ਕੁੱਲ ਮਿਲਾ ਕੇ ਠੀਕ ਆ। ਜੇ ਮੈਨੂੰ ਲੱਗਦਾ ਹੁੰਦਾ ਵੀ ਜੇ ਅਸੀਂ ਦੁਨੀਆ ਭਾਈ ਸਾਹਿਬ ਉਹੋ ਜਿਹੀ ਸਿਆਸਤ ਹੈ, ਇਸ ਕਰਕੇ ਸਿਆਸਤ ਟਵਿੱਟਰਾਂ ਤੇ ਆ ਗਏ। ਮੈਂ ਤਾਂ ਵੈਸੇ ਹੀ ਸੁਣਾਈਆਂ ਸੀ ਡੂੰਘੇ ਚ ਹੀ। ਹੂੰ ਮੈਨੂੰ ਤੁਹਾਡੇ ਨਾਲ ਸਹਿਮਤੀ ਕਿਉਂ ਆ ਕਿ ਲੀਡਰ ਇਹ ਕਰਦੇ ਆ ਤਾਂ ਠੀਕ ਕਰਦੇ ਆ। ਪੱਛਮੀ ਬੰਗਾਲ ਦੇ ਵਿੱਚ ਇੱਕ ਜੋੜੇ ਦੇ ਘਰੇ 9 ਮਹੀਨੇ ਪਹਿਲਾਂ ਬੱਚੇ ਨੇ ਜਨਮ ਲਿਆ। ਆਂਢੀ ਗੁਆਂਢੀ ਦੇਖਣ ਕਿ ਨਿਆਣਾ ਦੀਦਾ ਨਹੀਂ, ਕੱਪੜੇ ਕੁੱਪੜੇ ਬੜੇ ਮਹਿੰਗੇ ਪਾ ਕੇ ਤੁਰੇ ਫਿਰਦੇ ਆ, ਬੜੀਆਂ ਫੋਟੋ ਫਾਟੋਆਂ ਖਿੱਚਦੇ ਇੱਕ ਦੂਜੇ ਦੀਆਂ, ਨਿਆਣਾ ਨਹੀਂ ਦੀਦਾ ਕਿਤੇ। 5-7 ਦਿਨ ਹੀ ਸ਼ੱਕ ਹੋਇਆ, ਉਹਨਾਂ ਨੇ ਪੁਲਿਸ ਨੂੰ ਕੰਪਲੇਂਟ ਕਰਤੀ। ਪੁਲਿਸ ਆਈ, ਫਿਰ ਪਤਾ ਲੱਗਾ ਕਿ ਬੀਬੀ ਜਿੱਦ ਕਰਦੀ ਸੀ ਨਿਆਣੇ ਦੀ ਮਾਂ, ਮੈਨੂੰ ਆਈਫੋਨ ਲੈਣਾ, ਮੈਂ 2 ਲੱਖ 'ਚ ਨਿਆਣਾ ਵੇਚਦਾ। ਕਿਆ ਬਾਤ। ਰੀਲਾਂ ਬਣਾਉਣ ਦਾ ਚਸਕਾ ਸੀ, ਸ਼ੌਕ ਸੀ ਕਿ ਮੈਂ ਕਰਕੇ ਰੀਲਾਂ ਬਣਾ ਕੇ ਪਾਇਆ ਕਰਨੀਆਂ ਤੇ ਆਈਫੋਨ ਲੈ ਕੇ ਦਿਓ। ਉਹਦੇ ਵਿੱਚ ਕਹਿੰਦੇ ਜੀ ਕਿ ਥੋੜਾ ਜਿਹਾ ਚਿੱਟਾ ਰੰਗ ਕਰ ਦਿੰਦੇ ਆ ਉਹ, ਥੋੜੇ ਜਿਹਾ ਵਿੱਚ ਉਹਦੇ ਇਫੈਕਟ ਫੁਕਟ ਜਿਹੇ ਹੋਣੇ ਆ। ਯਾਨੀ ਜੇ ਬੰਦੇ ਦੀ ਸੋਝੀ ਇੱਥੇ ਤੱਕ ਆ ਗਈ ਹੈ ਕਿ ਤੁਸੀਂ ਆਈਫੋਨ ਖਰੀਦਣ ਦੇ ਲਈ, ਤੁਸੀਂ ਰੀਲਾਂ ਬਣਾਉਣ ਦੇ ਲਈ, ਤੁਸੀਂ ਲੱਖ ਜਿਹਾ ਹਿਲਾਉਣ ਦੇ ਲਈ ਤੁਸੀਂ ਆਪ ਦਾ 9 ਮਹੀਨੇ ਦਾ ਬੱਚਾ ਵੇਚ ਸਕਦੇ ਹੋ, ਤਾਂ ਸੰਧਾਲੀਆ ਸਾਹਿਬ ਇਹਦੇ ਤੋਂ ਵੱਧ ਗਰਕਣ ਤਾਂ ਨਹੀਂ ਕਿਤੇ ਹੋਣੀ। ਮੈਂ ਤਾਂ ਹੀ ਹੁਣ ਆਹ ਦੇ ਕੋਈ ਲੈਵਲ ਨਹੀਂ ਨਾ। ਹੁਣ ਇੱਕ ਪਾਸੇ ਕਹਿੰਦਾ ਵੀ ਉਹ ਅੱਜ ਵੀ ਮੇਰਾ ਖਿਆਲ ਹੋ ਸਕਦਾ ਵੀ ਗਾਣਾ ਕਿਤੇ ਵੱਜਦਾ ਹੋਵੇ ਨਾ ਵੀ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲੇ। ਅਜੇ ਤਾਂ ਚਲੋ ਜਵਾਕ ਛੋਟਾ, ਕੱਲ ਨੂੰ ਵੱਡਾ ਹੋਊਗਾ, ਜਦੋਂ ਨੂੰ ਵੱਡੇ ਉਹਨੂੰ ਪਤਾ ਲੱਗੂ ਵੀ ਯਾਰ ਤੂੰ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲੇ। ਤੇ ਤੂੰ ਸੁਣੀ ਹੈ ਨਾ ਤੇਰੀ ਮਾਂ ਨੇ ਤੈਨੂੰ ਵੇਚਤਾ ਹੈ, ਕਹਿੰਦੀ ਫੋਨ ਲੈਣਾ, ਮੁੰਡੇ ਦੀ ਕਿਹੜੀ ਗੱਲ, ਉਹਦਾ ਫੇਰ ਆਜੂ ਆਈਫੋਨ ਹੁੰਦਾ, ਆਈਫੋਨ ਦੁਨੀਆ ਵਾਲੇ। ਹਾਂ ਸੋਹਣੀ ਲੱਗਦੀ ਮਾਂ ਇੱਥੇ ਦੁਨੀਆ ਵਾਲੇ ਆਹੋ ਮਤਲਬ ਇਹ ਹੋ ਗਿਆ ਵੀ ਜੇ ਇਸ ਹੱਦ ਤੱਕ ਆਪਾਂ ਚੱਲ ਗਏ ਆ। ਇਸ ਕਰਕੇ ਉਹ ਲੀਡਰਾਂ ਨੂੰ ਪਤਾ ਵੀ ਭਾਈ ਸਾਹਿਬ ਜਿੱਥੇ ਦੁਕਾਨ ਹੈ ਉੱਥੇ ਜਾ ਕੇ ਸੌਦਾ ਵੇਚਣ ਦਾ ਫਾਇਦਾ। ਬਾਕੀ ਚਲੋ ਇਹ ਤਾਂ ਹੁਣ ਇਹ ਹੋ ਗਿਆ ਵੀ ਇੱਕ ਪਾਸਿਓਂ ਪਹਿਲਾਂ ਬਿਆਨ ਆਇਆ ਸੀ, ਉੱਧਰੋਂ ਕਾਊਂਟਰ ਬਿਆਨ ਆਇਆ, ਇੱਧਰੋਂ ਹੁਣ ਫਿਰ ਇੱਕ ਵੀਡੀਓ ਆ ਗਈ ਨਾਲ ਬਿਆਨ ਆ ਗਿਆ। ਹੁਣ ਮੈਨੂੰ ਆਸ ਆ ਵੀ ਮਾਨ ਸਾਹਿਬ ਦੁਬਾਰਾ ਫਿਰ ਕੋਈ ਨਾ ਕੋਈ ਉੱਧਰੋਂ ਬਿਆਨ ਦੇਣਗੇ। ਸੋ 2-4 ਦਿਨ ਚੱਲੂਗੀ, ਉਹਨੇ ਚੱਲੂ ਕੋਈ ਨਾ ਕੋਈ ਹੋਰ ਖਬਰ ਆ ਜੂਗੀ। ਪਰ ਆਪਾਂ ਅਗਲੀ ਖਬਰ ਵਾਲੇ ਪਾਸੇ ਚੱਲੀਏ। ਕਾਂਗੜ ਸਾਹਿਬ, ਹਾਂ ਉਹੀ ਮੈਂ ਕਹਿਣ ਲੱਗਿਆ ਸੀ ਵੀ ਪਿਛਲੇ ਦਿਨੀ ਬੜਾ ਰੌਲਾ ਇਸ ਚੀਜ਼ ਦਾ ਪਿਆ ਸੀ ਕਿ ਵੀ ਯਾਰ ਜਿਹੜਾ ਵੀ ਬੰਦਾ ਕਾਂਗਰਸ ਪਾਰਟੀ ਛੱਡ ਕੇ ਚਲੇ ਜਾਂਦਾ ਬੀਜੇਪੀ 'ਚ, ਉਹਦਾ ਬਚਾਅ ਹੋ ਜਾਂਦਾ। ਪਰ ਹੁਣ ਮੈਨੂੰ ਲੱਗਦਾ ਵੀ ਉਦਾਹਰਨਾਂ ਜਿਹੜੀਆਂ ਹੌਲੀ ਹੌਲੀ ਇਹ ਹੁਣ ਬਦਲਣ ਲੱਗ ਗਈਆਂ, ਕਿਉਂਕਿ ਮਨਪ੍ਰੀਤ ਬਾਦਲ ਸਾਹਿਬ ਵੀ ਤਾਂ ਬੀਜੇਪੀ ਸੀਗੇ, ਉਹਨਾਂ ਕੋਲੋਂ ਵੀ ਪੁੱਛਗਿੱਛ ਹੋਈ। ਗੁਰਪ੍ਰੀਤ ਕਾਂਗੜ ਸਾਹਿਬ ਵੀ ਬੀਜੇਪੀ ਚਲ ਗਏ ਨੇ ਤੇ ਪੁੱਛਗਿੱਛ ਵਿਜੀਲੈਂਸ ਵਾਲਿਆਂ ਨੇ ਉਹਨਾਂ ਕੋਲੋਂ ਵੀ ਕੀਤੀ ਆ 6 ਘੰਟੇ। ਹਾਲਾਂਕਿ ਨੋਟਿਸ ਤੇ ਵਾਹਵਾ ਚਿਰ ਦਾ ਹੀ ਗਿਆ ਸੀ, ਵਿੱਚੋਂ ਜੀ ਉਹਨਾਂ ਨੇ ਐਕਸਕਿਊਜ਼ ਦਿੱਤਾ ਹੈ ਵੀ ਗੋਡੇ ਨਵੇਂ ਪਵਾਏ ਨੇ, ਥੋੜ੍ਹੇ ਜਿਹਾ ਜੇ ਟਾਈਮ ਲੱਗੂਗਾ ਰਮਾਉਣ ਲੱਗਿਆ। ਦੇਖੋ ਵੈਸੇ ਤਾਂ ਇਸ ਗੱਲ ਦੀ ਹੈਰਾਨੀ ਆ, ਕਾਂਗੜ ਸਾਹਿਬ ਵੇਖਣ ਨੂੰ ਬਹੁਤੀ ਉਮਰ ਦੇ ਲੱਗਦੇ ਨਹੀਂ, ਪਰ ਇਸ ਉਮਰ ਦੇ ਵਿੱਚ ਹੀ ਜੇ ਗੋਡਿਆਂ ਦੇ ਵਿੱਚ ਨੁਕਸ ਪੈਣੇ ਸ਼ੁਰੂ ਹੋਏ ਆ ਤੇ ਭਾਈ ਸਾਰਿਆਂ ਨੂੰ ਸਿਹਤ ਦਾ ਖਿਆਲ ਰੱਖਣਾ ਚਾਹੀਦਾ। ਅਸੀਂ ਚਾਹੁੰਦੇ ਹਾਂ ਕਿ ਚਲੋ ਉਹਨਾਂ ਦੇ ਨਵੇਂ ਗੋਡੇ ਜਿਹੜੇ ਵਧੀਆ ਚੱਲਣ, ਸਿਹਤਯਾਬ ਰਹਿਣ। ਬਠਿੰਡੇ ਵਿਜੀਲੈਂਸ ਵਾਲਿਆਂ ਨੇ ਸੱਦਿਆ ਉਹਨਾਂ ਨੂੰ, ਬਠਿੰਡੇ ਸੱਦਿਆ ਤੇ 6 ਘੰਟੇ ਬਾਅਦ ਜਦੋਂ ਬਾਹਰ ਆਏ ਸਵਾਲਾਂ ਦੇ ਜਵਾਬ ਦੇ ਕੇ, ਉਹ ਕਹਿੰਦੇ ਜੀ ਪਿਛਲੀ ਵਾਰੀ ਇਹਨਾਂ ਨੇ ਪ੍ਰਾਪਰਟੀ ਦਾ ਵੇਰਵਾ ਮੰਗਿਆ ਸੀ, ਪਰਫਾਰਮਾ ਜਾਂ ਮੈਂ ਸਾਰਾ ਭਰ ਕੇ ਦੇ ਦਿੱਤਾ, ਆਪਣੇ ਕੋਲ ਕਿਹੜਾ ਬਹੁਤੀ ਆ। ਫਿਰ ਕਹਿੰਦੇ ਜੀ ਉਹਦੇ ਸਬੂਤ ਦਸਤਾਵੇਜ਼ ਮੰਗੇ ਸੀ, ਆਪਾਂ ਉਹ ਵੀ ਜਮ੍ਹਾਂ ਕਰਾਤੇ। ਕਹਿੰਦੇ ਵੈਸੇ ਹੀ ਪਰੇਸ਼ਾਨ ਕਰੀ ਜਾਂਦੇ ਆ, ਕਦੇ ਮੈਨੂੰ ਕਹਿੰਦੇ ਤੇਰੀ 100 ਏਕੜ ਜ਼ਮੀਨ ਆ, ਕਦੇ ਮੈਨੂੰ ਕਹਿੰਦੇ ਤੇਰੇ ਕੋਲ 150 ਏਕੜ ਜ਼ਮੀਨ ਆ। ਇਹਨਾਂ ਨੂੰ ਕਹਿੰਦੇ ਆਪ ਹੀ ਕਨਫਿਊਜ਼ ਨੇ ਇਹ, ਕਿ ਮੈਨੂੰ ਕਨਫਿਊਜ਼ ਕਰੀ ਜਾਂਦੇ, ਆਪ ਕਨਫਿਊਜ਼ ਨੇ। ਇਹਨਾਂ ਨੇ ਤਾਂ ਕਹਿੰਦੇ ਗੁੰਮਨਾਮ ਚਿੱਠੀਆਂ ਨੇ, ਉਹਦੇ ਆਧਾਰ ਦੇ ਉੱਤੇ ਐਵੇਂ ਖਿੱਚ ਤੂ ਕਰੀ ਜਾਂਦੇ ਆ। ਮੈਨੂੰ ਕਹਿੰਦੇ ਵਿਦੇਸ਼ ਜਾਣ ਤੋਂ ਵੀ ਰੋਕ ਨਹੀਂ ਸੀ ਸਕਦੇ, ਇਹਨਾਂ ਨੇ ਗਲਤ ਰੋਕਿਆ ਕਿ ਮੈਂ ਕਿਹੜਾ ਭੱਜਾ ਜਾਂਦਾ ਸੀ, ਮੈਂ ਕਿਹੜਾ ਮੁੜ ਕੇ ਨਹੀਂ ਸੀ ਆਉਣਾ, ਮੈਂ ਤਾਂ ਰਾਜਨੀਤੀ ਕਰਨੀ, ਮੈਂ ਤਾਂ ਲੋਕਾਂ ਦੇ ਵਿੱਚ ਰਹਿਣ ਵਾਲਾ ਬੰਦਾ। ਗਲਤ ਹੋ ਰਿਹਾ, ਕਹਿੰਦੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਨਿਕਲਣਾ ਵਿੱਚੋਂ ਕੱਖ ਨਹੀਂ, ਮੈਂ ਇਮਾਨਦਾਰੀ ਨਾਲ ਸੇਵਾ ਕੀਤੀ ਹੈ। ਇਹ ਗੁਰਪ੍ਰੀਤ ਸਿੰਘ ਕਾਂਗੜ ਸਾਹਿਬ ਨੇ ਆਖਿਆ। ਹਾਂ ਮੌਜੂਦਾ ਭਾਜਪਾ ਲੀਡਰ। ਹਾਂ ਨਾਲ ਮੈਨੂੰ ਇਹ ਦੱਸਣਾ ਪਊ, ਕਿਉਂਕਿ ਜਦੋਂ ਆਪਾਂ ਗੁਰਪ੍ਰੀਤ ਸਿੰਘ ਕਾਂਗੜ ਕਹਿੰਦੇ ਆ ਨਾ ਤੇ ਅਜੇ ਬਹੁਤ ਸਾਰੇ ਲੋਕਾਂ ਦੇ ਚੇਤਿਆਂ 'ਚ ਹੋਣਾ ਵੀ ਯਾਰ ਉਹ ਤੇ ਮੰਤਰੀ ਨਹੀਂ ਹੈ ਕੋਈ, ਉਹਨਾਂ ਕੋਲ ਯਾਰ ਕੋਈ ਮਹਿਕਮਾ ਵੀ ਹੈਗਾ। ਫਿਰ ਉਹ ਯਾਰ ਮਹਿਕਮਾ ਮੰਤਰੀ ਕਿੱਦਾਂ, ਉਹ ਯਾਰ ਕਾਂਗਰਸ ਪਾਰਟੀ, ਉਹ ਯਾਰ ਕਾਂਗਰਸ ਪਾਰਟੀ ਦੀ ਸਰਕਾਰ ਕੈਪਟਨ ਸਾਹਿਬ ਦੀ ਸਰਕਾਰ ਸੀ ਤੇ ਕੈਪਟਨ ਸਾਹਿਬ ਜਿੱਧਰ ਗਏ ਨੇ ਉਧਰ ਫਿਰ ਨਾਲ ਦੇ ਉਹ ਸਾਥੀ ਵੀ ਲੈ ਗਏ ਨੇ। ਇਹ ਤਾਂ ਹੁਣ ਬੀਜੇਪੀ ਵਾਲੇ ਕਰਨਗੇ। ਪਰ ਉਹ ਵਿੱਚ ਜਿਹੜੀ ਚਰਚਾ ਆਪਾਂ ਕੱਲ੍ਹ ਕੀਤੀ ਸੀ, ਮੇਰਾ ਖਿਆਲ ਉਸ ਵਫਦ ਦੇ ਵਿੱਚ ਕਾਂਗੜ ਸਾਹਿਬ ਵੀ ਗਏ ਸੀ ਨਾ, ਗਵਰਨਰ ਸਾਹਿਬ ਨੂੰ ਮਿਲਣ, ਜਿਹੜੇ ਜਾਖੜ ਸਾਹਿਬ ਲੈ ਕੇ ਗਏ ਸੀ। ਉਹਨਾਂ ਨੂੰ ਪਤਾ ਹੀ ਹੋਣਾ ਵੀ ਮੈਂ ਕੱਲ੍ਹ ਉੱਥੇ ਜਾਣਾ। ਹੁਣ ਤੁਸੀਂ ਦੇਖੋ ਵੀ ਉਹ ਚਰਚਾ ਜਿਹੜੀ ਕੱਲ੍ਹ ਦੀ ਆ ਉਹ ਵਿੱਚ ਅਜੇ ਵੀ ਧੁਖ ਰਹੀ ਉਸੇ ਤਰ੍ਹਾਂ ਕਿ ਵੀ ਜਿਸ ਗਰੁੱਪਿਜ਼ਮ ਦਾ ਸ਼ਿਕਾਰ ਹੋ ਕੇ ਕਾਂਗਰਸ ਪਾਰਟੀ ਦੇ ਆਹ ਦਿਨ ਆ ਗਏ, ਉਸ ਗਰੁੱਪਿਜ਼ਮ ਦੀ ਸ਼ੁਰੂਆਤ ਭਾਜਪਾ 'ਚ ਵੀ ਹੋ ਚੁੱਕੀ ਹੈ ਤੇ ਕਈ ਸਟੇਟਾਂ 'ਚ ਹੋ ਚੁੱਕੀ। ਪਹਿਲਾਂ ਪੰਜਾਬ ਵਾਲਿਆਂ ਨੂੰ ਲੱਗਦਾ ਸੀ ਨਹੀਂ ਇੱਥੇ ਹੋ ਨਹੀਂ ਸਕਦੀ, ਪਰ ਜਦੋਂ ਤੋਂ ਕਹਿੰਦੇ ਕਿ ਨਵੀਆਂ ਐਂਟਰੀਆਂ ਪਈਆਂ ਨੇ, ਉਸ ਤੋਂ ਬਾਅਦ ਇੱਧਰ ਵੀ ਸ਼ੁਰੂਆਤ ਹੋ ਗਈ। ਪਰ ਮੈਂ ਇਹ ਸੋਚਦਾ ਕਿ ਇੱਕ ਪਾਸੇ ਤੇ ਬੀਜੇਪੀ ਜਿਹੜੀ ਆ ਹੁਣ ਕੱਲਿਆਂ ਚੋਣ ਲੜ ਕੇ ਤੇ ਉਹ ਕਹਿੰਦੀ ਵੀ ਅਸੀਂ ਆਪਣੀ ਇੱਥੇ ਪੂਰੀ 65 ਬਣਾਉਣੀ ਹੈ। 2024 ਦੀਆਂ ਇਲੈਕਸ਼ਨਾਂ 'ਚ 13 ਦੇ 13 MP ਸੀਟਾਂ ਆਪਾਂ ਲੜਨੀਆਂ। ਮੈਂ ਇਹ ਸੋਚਦਾ ਸੀ ਵੀ ਇਹ ਨਾ ਹੋਵੇ ਕਿ ਵੀ ਬੀਜੇਪੀ ਦਾ ਗੱਠਜੋੜ ਤੇ ਕਿਸੇ ਨਾਲ ਨਾ ਹੋਵੇ, ਪਰ ਆਮ ਤੌਰ 'ਤੇ ਰੌਲਾ ਪੈਂਦਾ ਨਾ ਵੀ ਹਾਂਜੀ ਕਿਹੜੀ ਸੀਟ ਕਿਹਨੂੰ ਦੇਣੀ ਆ, ਕਿੰਨੀਆਂ ਸੀਟਾਂ ਕਿਹਨੂੰ ਦੇਣੀਆਂ।
ਕੱਲ ਨੂੰ ਕਿਤੇ ਰਾਊਂਡ ਟੇਬਲ ਗੋਲ ਮੇਜ਼ ਕਾਨਫਰੰਸ ਹੁੰਦੀ ਹੋਵੇ ਇਸ ਚੀਜ਼ ਦੇ ਉੱਪਰ ਵੀ ਕਿੰਨੀਆਂ ਸੀਟਾਂ ਨਵੇਂ ਆਇਆਂ ਨੂੰ ਦੇਣੀਆਂ, ਕਿੰਨੀਆਂ ਸੀਟਾਂ ਪੁਰਾਣੇ ਭਾਜਪਾ ਵਾਲਿਆਂ ਨੂੰ ਦੇਣੀਆਂ। ਹਾਂ ਨਹੀਂ, ਕੁਝ ਵੀ ਹੋ ਸਕਦਾ। ਹਰ ਪਾਰਟੀ ਦੇ ਵਿੱਚ ਰੌਲਾ ਰੱਪਾ ਤਾਂ ਸੰਧਾਲੀਆ ਸਾਹਿਬ ਪੈਂਦਾ ਹੁੰਦਾ। ਤੁਸੀਂ ਦੇਖੋ ਸੁਨੀਲ ਜਾਖੜ ਸਾਹਿਬ ਪਹਿਲਾਂ ਰਾਜਪਾਲ ਸਾਹਿਬ ਕੋਲ ਸੀ, ਉਹਨਾਂ ਤੋਂ ਪਹਿਲਾਂ ਜਲੰਧਰ ਸੀ, ਫਿਰ ਉਹ ਪਟਿਆਲੇ ਗਏ, ਜਿੱਥੇ ਜਿੱਥੇ ਵੀ ਕਿਤੇ ਹੜ੍ਹ ਆਇਆ। ਹੁਣ ਮੱਥਾ ਟੇਕਣ ਗਏ ਸ਼੍ਰੀ ਫਤਿਹਗੜ੍ਹ ਸਾਹਿਬ, ਨਾਲ ਉਹਨਾਂ ਦੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵੀ ਸੀ ਉੱਥੇ। ਫਿਰ ਉਹਨਾਂ ਨੇ ਮੱਥਾ ਟੇਕਿਆ, ਨਤਮਸਤਕ ਹੋਏ, ਅਰਦਾਸ ਕੀਤੀ ਬਾਬੇ ਅੱਗੇ, ਤੇ ਬਾਹਰ ਫਿਰ ਪੱਤਰਕਾਰਾਂ ਨੂੰ ਜਦੋਂ ਪਤਾ ਲੱਗਾ ਤਾਂ ਉਹਨਾਂ ਨੇ ਆ ਹੀ ਜਾਣਾ ਸੀ। ਆ ਗਏ ਪੱਤਰਕਾਰ, ਜਾਖੜ ਸਾਹਿਬ ਕਹਿੰਦੇ ਆਰਾਮ ਨਾਲ ਬਹਿ ਕੇ ਗੱਲ ਕਰਦੇ, ਹੁਣ ਜੇ ਤੁਸੀਂ ਆ ਹੀ ਗਏ ਹੋ, ਚੱਲ ਕੇ ਆਏ ਹੋ, ਗਰਮੀ ਦਾ ਸਮਾਂ। ਫਿਰ ਜਾਖੜ ਸਾਹਿਬ ਬਹਿ ਗਏ ਤੇ ਉਹਨਾਂ ਨੇ ਸਵਾਲ ਪੁੱਛੇ। ਜਾਖੜ ਸਾਹਿਬ ਨੇ ਬੜੇ ਆਰਾਮ ਦੇ ਨਾਲ ਜਵਾਬ ਦਿੱਤੇ, ਕਿਉਂਕਿ ਜਾਖੜ ਸਾਹਿਬ ਡਰਮੇ ਨਾਲ ਹੀ ਬੋਲਦੇ ਹੁੰਦੇ, ਕਾਹਲੀ ਤਾਂ ਕਦੇ ਕਰਦੇ ਨਹੀਂ, ਨਾ ਗੱਲ ਪੈਂਦੇ ਕਿਸੇ ਦੀ। ਫਿਰ ਜਾਖੜ ਸਾਹਿਬ ਕਹਿੰਦੇ ਜੀ ਆਹ ਦੇਖੋ, ਮੈਂ ਇੱਕ ਤੁਹਾਨੂੰ ਦੱਸਣ ਲੱਗਿਆ ਚੀਜ਼। ਉਹਨਾਂ ਨੇ ਮੋਬਾਈਲ ਕੱਢਿਆ, ਪਾਸਵਰਡ ਜਿਹਾ ਲਾਇਆ ਤੇ ਇੱਕ ਵੀਡੀਓ ਚਲਾਤੀ। ਕਹਿੰਦੇ ਜੀ ਚੰਗੇ ਤਰੀਕੇ ਸੁਣਿਓ, ਪਿਛਲੇ ਸਾਲ 2022 ਅਪ੍ਰੈਲ ਮਹੀਨੇ ਦੀ ਹੈ, ਮੌਜੂਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਬੋਲ ਰਹੇ ਹੈ। ਤੇ ਉਹ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ, ਦੇਖੋ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਜੇ ਕਿਤੇ ਪੰਜਾਬ ਦੇ ਵਿੱਚ ਕੁਦਰਤੀ ਕਰੋਪੀ ਆਈ ਤੇ ਜਿੱਦਾਂ ਸਾਡੀ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਸਰਕਾਰ ਜਿਹੜੀ ਹੈ ਉਹ ਬਿਨਾਂ ਗਿਰਦਾਵਰੀ ਕੀਤੇ ਸਭ ਤੋਂ ਪਹਿਲਾਂ ਕਿਸਾਨ ਨੂੰ ਪੈਸਾ ਦੇ ਦਿੰਦੇ ਆ ਕਿ ਭਾਈ ਤੁਹਾਡਾ ਨੁਕਸਾਨ ਹੋਏਗਾ, ਗਿਰਦਾਵਰੀਆਂ ਬਾਅਦ 'ਚ ਹੁੰਦੀਆਂ ਰਹਿਣਗੀਆਂ। ਜੇ ਕਿਤੇ ਪੰਜਾਬ ਦੇ ਵਿੱਚ ਵੀ ਕੁਦਰਤੀ ਕਰੋਪੀ ਮਹਾਰਾਜ ਕਰੇ ਆਵੇ ਨਾ, ਜੇ ਕਿਤੇ ਆਈ ਤਾਂ ਅਸੀਂ ਐਂ ਹੀ ਕਰਾਂਗੇ। ਉਹ ਕਹਿੰਦੇ ਜੀ ਭਗਵੰਤ ਮਾਨ ਸਾਹਿਬ ਹੀ ਬੋਲਦੇ ਆ, 1.25 ਸਾਲ ਪੁਰਾਣੀ ਵੀਡੀਓ ਹੈ। ਅੱਜ ਪੰਜਾਬ 'ਚ ਕੁਦਰਤੀ ਕਰੋਪੀ ਹੈ, ਆਪਾਂ ਕਹਿੰਦੇ ਛੱਡ ਦਿੱਤੀ ਗੱਲ ਕਿ ਕਿੰਨੀ ਕਣਗਹਿਲੀ ਹੋਈ, ਕਿੰਨੀ ਕਿ ਨਹੀਂ, ਹੁਣ ਤਾਂ ਨੁਕਸਾਨ ਹੋ ਗਿਆ ਲੋਕਾਂ ਦਾ। ਉਹ ਕਹਿੰਦੇ ਭਗਵੰਤ ਮਾਨ ਸਾਹਿਬ ਆਪਣੇ ਬੋਲਾਂ ਤੋਂ ਨਾ ਫਿਰੋ, ਭਗਵੰਤ ਮਾਨ ਸਾਹਿਬ ਆਪਣੇ ਬੋਲਾਂ ਤੇ ਪੱਕੇ ਰਹੋ। ਤੁਹਾਡੇ ਦਿੱਲੀ ਵਾਲੇ ਜੇ ਬਿਨਾਂ ਗਿਰਦਾਵਰੀ ਤੋਂ ਪੈਸੇ ਦੇ ਸਕਦੇ ਆ ਕਿਸਾਨ ਨੂੰ, ਤਾਂ ਫਿਰ ਤੁਸੀਂ ਵੀ ਪੰਜਾਬ 'ਚ ਦਿਓ। ਪੰਜਾਬ ਦੇ ਕਿਸਾਨ ਨੂੰ ਜਾਂ ਤਾਂ ਆਖੋ ਲੋੜ ਨਹੀਂ, ਤੇ ਜਾਂ ਫਿਰ ਕਹੋ ਤੁਸੀਂ ਵਾਅਦਾ ਖਿਲਾਫੀ ਕਰਦੇ ਹੋ। ਪਤਾ ਨਹੀਂ ਹੁਣ ਜਾਖੜ ਸਾਹਿਬ ਤਾਂ ਬੀਜੇਪੀ ਚਲ ਗਏ ਨੇ, ਉੱਧਰ ਜਾ ਕੇ ਪ੍ਰਧਾਨ ਬਣ ਗਏ ਨੇ, ਪਰ ਜਿਹੜੀ ਪਾਰਟੀ ਜੋ ਪਹਿਲਾਂ ਪ੍ਰਧਾਨ ਹੁੰਦੇ ਸੀ ਉਹਨਾਂ ਦੇ ਵੀ ਪ੍ਰਧਾਨਗੀ ਦੇ ਚਾਹਵਾਨ ਲੀਡਰ ਸੀਗੇ, ਪਰ ਅੱਜ ਕੱਲ੍ਹ ਉਹਨਾਂ ਕੋਲੇ ਵਿਰੋਧੀ ਧਿਰ ਦੇ ਨੇਤਾ ਦਾ ਉਹਦਾ ਪ੍ਰਤਾਪ ਸਿੰਘ ਬਾਜਵਾ ਸਾਹਿਬ, ਇਹੋ ਜਿਹੀ ਰਲਦੀ ਮਿਲਦੀ ਡਿਮਾਂਡ ਉਹਨਾਂ ਦੀ ਹੈ। ਉਹ ਕਹਿੰਦੇ ਜੀ ਬਾਕੀ ਤਾਂ ਚਲੋ ਗੱਲਾਂ ਹੁੰਦੀਆਂ ਰਹਿਣਗੀਆਂ, ਪਰ ਮਾਨ ਸਾਹਿਬ ਫੇਲ ਹੋ ਗਏ। ਤੁਸੀਂ ਆਪਣੀ ਹੀ ਜਿਹੜੀ ਪਾਰਟੀ ਜਿੱਥੇ ਤੁਹਾਡੀ ਦਿੱਲੀ 'ਚ ਸਰਕਾਰ ਹੈ, ਜੋ ਉੱਥੇ ਕਰਦੇ ਹੋ ਤੁਸੀਂ ਪੰਜਾਬ 'ਚ ਕੀਤਾ ਹੀ ਨਹੀਂ। ਹਾਲਾਂਕਿ ਦਿੱਲੀ ਤੇ ਕਹਿੰਦੇ ਬਹੁਤੀ ਕੋਈ ਜ਼ਮੀਨ ਜਮੂਨ ਵੀ ਹੈ ਨਹੀਂ ਬਹੁਤੀ, ਵੀ ਉੱਥੇ ਤੇ ਕੋਈ ਐਡਾ ਕੋਈ ਮੁਆਵਜ਼ੇ ਵਾਲੀ ਗੱਲਬਾਤ ਵੀ ਨਹੀਂ ਸੀਗੀ, ਉੱਥੇ ਤੇ ਮੁੱਦੇ ਹੋਰ ਜ਼ਿਆਦਾ ਨੇ। ਪੰਜਾਬ ਦੇ ਵਿੱਚ ਤੇ ਜ਼ਮੀਨ ਹੀ ਸਾਰਾ ਕੁਛ ਹੈ, ਰੋਟੀ ਪਾਣੀ ਪੰਜਾਬੀਆਂ ਦਾ ਇੱਥੋਂ ਚੱਲਦਾ, ਤੇ ਇੱਥੇ ਜੇ ਨੁਕਸਾਨ ਹੋ ਗਿਆ ਤੇ ਫਿਰ ਇੱਥੇ ਤੁਸੀਂ ਅਜੇ ਵੀ ਗਿਰਦਾਵਰੀਆਂ ਦੀ ਗੱਲ ਕਰੀ ਜਾਂਦੇ ਵੀ ਗਿਰਦਾਵਰੀ ਹੋਊਗੀ ਫਿਰ ਪਤਾ ਲੱਗੂਗਾ ਫਿਰ ਆਪਾਂ ਮੁਆਵਜ਼ਾ ਦੇਵਾਂਗੇ। ਇਹ ਪਹਿਲਾਂ ਦੇਣਾ ਬਣਦਾ ਸੀ ਜਿਵੇਂ ਤੁਸੀਂ ਕਿਹਾ। ਹੁਣ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਇਹ ਚਰਚਾ ਆਉਣ ਵਾਲੇ ਦਿਨਾਂ ਦੇ ਵਿੱਚ ਤੂਲ ਫੜ ਗਈ ਤੇ ਹੋ ਸਕਦਾ ਵੀ ਜਵਾਬ ਦੇਣਾ ਔਖਾ ਹੋਵੇ ਸਰਕਾਰ ਨੂੰ, ਕਿਉਂਕਿ ਜਿਹੜੇ ਬੰਦੇ ਦਾ ਨੁਕਸਾਨ ਤੁਸੀਂ ਦੇਖੋ ਵੀ ਨੁਕਸਾਨ ਤੇ ਕਈ ਤਰ੍ਹਾਂ ਦੇ ਨਾ। ਇਸ ਤੋਂ ਪਹਿਲਾਂ ਆਪਾਂ ਅੱਗਾਂ ਦੀ ਗੱਲ ਕਰਦੇ ਸੀ ਉਦੋਂ ਹੋਇਆ, ਫਿਰ ਕੁਛ ਗਰਮੀ ਔੜ ਨੇ ਮਾਰਿਆ, ਫਿਰ ਕਈ ਵਾਰਾਂ ਇਹ ਚਰਚਾ ਚੱਲਦੀ ਹੁੰਦੀ ਹੈ ਵੀ ਉਹ ਫਲਾਣੇ ਥਾਂ ਦੇ ਉੱਪਰ ਬੀਜ ਨਕਲੀ ਨਿਕਲ ਆਇਆ। ਹਾਲਾਂਕਿ ਸਰਕਾਰ ਹੋਣ ਵਾਲੀ ਕਹਿੰਦੀ ਵੀ ਬੀਜ ਨਕਲੀ ਨਿਕਲ ਨਹੀਂ ਦੇਣਾ, ਪਰ ਇਹਨਾਂ ਰੇ ਵੀ ਨਿਕਲ ਰਹੇ ਨੇ। ਉਹਦੇ ਤੋਂ ਬਚਦੇ ਬਚਾਉਂਦੇ ਹੁਣ ਜੇ ਗਾਂਹ ਆਏ ਆ ਤੇ ਉਦੋਂ ਬਾਅਦ ਪਾਣੀ ਨੇ ਮਾਰ ਲਿਆ, ਤੇ ਜੇ ਪਾਣੀ 'ਚ ਜੇ ਗਰਦੌਰੀਆਂ ਹੀ ਚੱਲਦੀਆਂ ਰਹੀਆਂ ਤੇ ਜੇ ਮੁਆਵਜ਼ਾ ਨਾ ਟਾਈਮ ਸਿਰ ਮਿਲਿਆ, ਬਾਅਦ 'ਚ ਚਲੋ ਭਾਵੇਂ ਸਰਕਾਰ ਘਰ ਪੂਰਾ ਕਰ ਵੀ ਦੇਵੇ ਅਗਲੇ ਦਾ, ਪਰ ਉਹ ਜਦੋਂ ਵਕਤ ਹੋਵੇ ਜੇ ਉਹ ਲੰਘ ਜਾਵੇ ਤੇ ਫਿਰ ਥੋੜ੍ਹੀ ਜਿਹੀ ਔਖ ਤੇ ਹੁੰਦੀ। ਹਾਲਾਂਕਿ ਮੈਨੂੰ ਇਹ ਵੀ ਪਤਾ ਲੱਗਾ ਸ਼ਾਇਦ ਕਹਿੰਦੇ 2 ਲੱਖ ਏਕੜ ਝੋਨਾ ਦੁਬਾਰਾ ਲਾਉਣਾ। ਬਿਲਕੁਲ ਸੰਧਾਲੀਆ ਸਾਹਿਬ, ਉੱਧਰ ਹੁਣ ਚਰਚਾ ਚੱਲੀ ਹੈ। ਵੈਸੇ ਤਾਂ 6 ਲੱਖ ਏਕੜ ਫਸਲ ਦਾ ਕਹਿੰਦੇ ਪੰਜਾਬ 'ਚ ਨੁਕਸਾਨ ਹੋ ਗਿਆ। ਆਖਰੀ ਰਿਪੋਰਟਾਂ ਤਾਂ ਜਦੋਂ ਸਾਰੀਆਂ ਰਿਪੋਰਟਾਂ ਇਕੱਠੀਆਂ ਹੋਣਗੀਆਂ ਫੇਰ ਪਤਾ ਲੱਗਣਾ। ਪਰ ਜਿਹੜੇ ਇਲਾਕੇ ਦੇ ਵਿੱਚ ਪਾਣੀ ਫਿਰ ਗਿਆ, 4-4 ਦਿਨ ਖੜਾ ਰਹਿ ਗਿਆ, ਤਾਂ ਉੱਥੇ ਝੋਨਾ ਕੀ ਚੱਲਣਾ। ਹੁਣ 6.25 ਲੱਖ ਏਕੜ 'ਚ ਝੋਨਾ ਘਟ ਗਿਆ ਤੇ ਇਹਦਾ ਮਤਲਬ ਹੈ ਕਿ ਪੈਦਾਵਾਰ ਵੀ ਘਟੂ। ਇੱਕ ਅੰਦਾਜ਼ਾ ਲਾਇਆ ਹੁੰਦਾ ਨਾ ਕਿ ਐਤਕੀ ਇੰਨਾ ਉਤਪਾਦਨ ਕਣਕ ਜਾਂ ਝੋਨੇ ਦਾ ਪੰਜਾਬ ਦੇ ਵਿੱਚੋਂ ਹੋਣ ਦੇ ਆਸਾਰ ਨੇ। ਉਹ ਹੁਣ 6.25 ਲੱਖ ਏਕੜ ਦੇ ਵਿੱਚੋਂ ਪਤਾ ਲੱਗਿਆ ਕਿ 2 ਲੱਖ ਏਕੜ, ਇਹ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸਾਹਿਬ ਨੇ ਕਿਹਾ ਜੀ ਕਿ ਅਸੀਂ 2 ਲੱਖ ਏਕੜ ਝੋਨਾ ਜਿਹੜਾ ਉਹ ਦੁਬਾਰਾ ਪੰਜਾਬ ਦੇ ਵਿੱਚ ਲਵਾਵਾਂਗੇ। 3-4 ਮੋਟੇ-ਮੋਟੇ ਸਵਾਲ ਕਿ ਕੀ ਹੁਣ ਝੋਨਾ ਲਾਉਣਾ ਵਾਜਬ ਹੈ, ਕੀ ਝੋਨਾ ਲਾਉਣਾ ਚਾਹੀਦਾ ਹੈ, ਕੀ ਜੇ ਹੁਣ ਝੋਨਾ ਲਾਇਆ ਜਾਊਗਾ ਤਾਂ ਕਣਕ ਪਛੇਤੀ ਤਾਂ ਨਾ ਹੋ ਜੂ, ਕਿਉਂਕਿ ਮੁੜ ਕੇ ਕਣਕ ਵੀ ਤਾਂ ਬੀਜਣੀ ਨਾ। ਕਣਕ ਤੋਂ ਬਿਨਾਂ ਤਾਂ ਸਾਡਾ ਚੱਲਣਾ ਹੀ ਨਹੀਂ। ਕਣਕ ਦੇ ਸਿਰ ਦੇ ਉੱਤੇ ਪਸ਼ੂਆਂ ਦੀ ਤੂੜੀ ਆ, ਕਣਕ ਦੇ ਸਿਰ ਦੇ ਉੱਤੇ ਦਾਣਿਆਂ ਦਾ ਸਾਰੇ ਸਾਲ ਲਈ ਡਰਮ ਆ, ਉਹਦੇ ਤੋਂ ਬਿਨਾਂ ਤਾਂ ਸੂਤ ਹੀ ਨਹੀਂ ਆਉਂਦਾ। ਹੁਣ ਪਤਾ ਕੀ ਲੱਗਾ ਹੈ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸਾਹਿਬ ਨੇ ਕਿਹਾ ਕਿ ਜਦੋਂ ਪੰਜਾਬ ਦੇ ਵਿੱਚ ਹੜ੍ਹ ਆ ਗਏ ਤੇ ਸਾਨੂੰ ਪਤਾ ਸੀ ਕਿ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਕੁਝ ਨਹੀਂ ਪਾਣੀ ਆਉਣਾ, ਅਸੀਂ ਉੱਥੇ ਖੇਤੀਬਾੜੀ ਵਿਭਾਗ ਦੀ ਜਿਹੜੀ ਜ਼ਮੀਨ ਸੀ ਉੱਥੇ ਪਹਿਲੇ ਹੀ ਪਨੀਰੀ ਬੀਜ ਦਿੱਤੀ ਕਿ ਭਾਈ ਜਿੱਥੇ ਪਾਣੀ ਆ ਗਿਆ ਉੱਥੇ ਫਸਲ ਤਬਾਹ ਹੋ ਜਾਣੀ ਆ, ਉਦੋਂ ਪਨੀਰੀ ਬੀਜਾਂਗੇ, ਮਹੀਨਾ ਇੱਕ ਹੋਰ ਲੇਟ ਹੋ ਜਾਾਂਗੇ। ਉਸੇ ਵੇਲੇ ਕਹਿੰਦੇ ਅਸੀਂ ਪਨੀਰੀ ਬੀਜ ਦਿੱਤੀ ਸੀ। ਹੁਣ ਆਉਣ ਵਾਲੇ 20-22 ਦਿਨ ਪੰਜਾਬ ਦਾ ਖੇਤੀਬਾੜੀ ਵਿਭਾਗ ਝੋਨੇ ਨੂੰ 3 ਮਹੀਨਿਆਂ ਦੇ ਵਿੱਚ ਪੱਕਣ ਵਾਲੀ, 90 ਦਿਨਾਂ 'ਚ ਪੱਕਣ ਵਾਲੀ ਕਿਸਾਨਾਂ ਨੂੰ ਪਨੀਰੀ ਮੁਫਤ ਦੇਊਗਾ। ਕਿਸਾਨ ਸਾਡੇ ਨਾਲ ਸੰਪਰਕ ਕਰਨ, ਪਨੀਰੀ ਉਹਨਾਂ ਨੂੰ ਦੱਸ ਦਾਂਗੇ, ਉੱਥੋਂ ਆ ਕੇ ਪਨੀਰੀ ਲੈ ਲੈਣ ਤੇ ਆਪਣੇ ਖੇਤ ਤਿਆਰ ਕਰਕੇ ਪਨੀਰੀ ਲਾਉਣ। ਦੂਸਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ 50-52 ਖੇਤ ਲਾਈ ਪਨੀਰੀ। ਇਸੇ ਹੀ ਤਰੀਕੇ
ਬਹੁਤ ਸਾਰੇ ਪਿੰਡਾਂ ਦੇ ਵਿੱਚ ਸੰਧਾਲੀਆ ਸਾਹਿਬ, ਜਿੱਥੇ ਪਿੰਡਾਂ ਦੇ ਅੰਦਰ ਸਾਂਝੀਆਂ ਥਾਵਾਂ ਹੁੰਦੀਆਂ, ਕਿਤੇ 2 ਮਰਲੇ 4 ਮਰਲੇ 10 ਮਰਲੇ 15 ਮਰਲੇ ਕਨਾਲ 2 ਕਨਾਲ, ਜਿੱਥੇ ਵੀ ਕਿਤੇ ਜ਼ਮੀਨ ਸੀ, ਕਈਆਂ ਪਿੰਡਾਂ 'ਚ ਹੈਗੀ ਹੈ, ਉਹਨਾਂ ਪਿੰਡਾਂ ਦੇ ਲੋਕਾਂ ਨੂੰ ਆਪ ਲੋੜ ਨਹੀਂ ਸੀ, ਪਰ ਉਹਨਾਂ ਨੇ ਵੀ ਉੱਥੇ ਪਨੀਰੀ ਵੇਚ ਦਿੱਤੀ, ਕਿਉਂਕਿ ਆਪਣੇ ਕੋਲ ਜੁਗਾੜ ਇੰਨਾ ਕੁ ਹੁੰਦਾ ਕਿ ਭਾਈ ਪਨੀਰੀ ਲਾ ਦਿੰਦੇ ਆ, ਜਿੱਥੇ ਵੀ ਕਿਤੇ ਪੰਜਾਬ 'ਚ ਲੋੜ ਹੋਊ ਟੈਲੀਫੋਨ ਨੰਬਰ ਦੇ ਦਿਆਂਗੇ। ਜਿਹੜੇ ਹੁਣ ਪੱਠੇ ਵੱਢ ਕੇ ਆਪਣੇ ਖੇਤਾਂ ਦੇ ਵਿੱਚੋਂ ਲੋਕਾਂ ਨੂੰ ਸਾਰੇ ਪੰਜਾਬ 'ਚ ਪਹੁੰਚਾ ਸਕਦੇ, ਉਹਨਾਂ ਨੇ ਪਨੀਰੀ ਵੀ ਪਹੁੰਚਾ ਦੇਣੀ ਹੈ। ਅਗਲਿਆਂ ਨੇ ਟੀਮਾਂ ਕਮੇਟੀਆਂ ਬਣਾ ਲੈਣੀਆਂ, ਟੈਲੀਫੋਨ ਨੰਬਰ ਜਾਰੀ ਕਰ ਦੇਣੇ ਆ। ਸੋ ਕਿਤੇ ਨਾ ਕਿਤੇ ਅਸਾਰ ਹੈਗੇ ਆ ਕਿ ਬਹੁਤ ਸਾਰੀ ਜ਼ਮੀਨ ਦੇ ਵਿੱਚ 6 ਲੱਖ ਦੇ ਵਿੱਚੋਂ 1.5 ਲੱਖ ਏਕੜ ਦੇ ਵਿੱਚ ਤਾਂ ਦੁਬਾਰਾ ਝੋਨਾ ਲੱਗ ਜੂ। ਪਰ ਹੁਣ ਅਗਸਤ ਆ ਚੱਲਿਆ, ਜੇ ਇਹ ਝੋਨੇ ਦਾ ਲਵਾਉਣ ਦਾ ਪ੍ਰੋਸੀਜਰ 10 ਅਗਸਤ ਤੱਕ ਪੂਰਾ ਹੋ ਗਿਆ, ਫਿਰ ਤਾਂ ਸਤੰਬਰ, ਅਕਤੂਬਰ ਤੇ ਨਵੰਬਰ, ਫਿਰ ਤਾਂ 10 ਨਵੰਬਰ ਤੱਕ 15 ਨਵੰਬਰ ਤੱਕ ਹੋ ਸਕਦਾ ਕਿ ਝੋਨਾ ਪੱਕ ਕੇ ਵੱਢਿਆ ਜਾਏ। ਹਾਲਾਂਕਿ ਮਾਰ ਧੜ ਬਹੁਤ ਪੈਣੀ ਉਦੋਂ ਨੂੰ, ਇੱਕੋਦਮ ਕੰਬਾਈਨਾਂ ਕਿੱਥੋਂ ਲੱਭਣੀਆਂ, ਇੱਕੋਦਮ ਮਜ਼ਦੂਰ ਕਿੱਥੋਂ ਲੱਭਣੇ ਆ, ਇੱਕੋਦਮ ਮੰਡੀਆਂ ਦੇ ਵਿੱਚ ਥਾਂ ਕਿੱਥੋਂ ਲੱਭਣੀ ਹੈ। ਬਾਕੀ ਤੁਹਾਨੂੰ ਬਹੁਤਾ ਤਜਰਬਾ ਹੋਣਾ, ਕਿਉਂਕਿ ਤੁਹਾਡੇ ਹਲ ਬੜੀ ਦੂਰ ਦੂਰ ਚੱਲਦੇ ਆ। ਮੈਨੂੰ ਇਹ ਲੱਗਦਾ ਕਿ 15 ਨਵੰਬਰ ਦੇ ਗੇੜ ਦੇ ਵਿੱਚ ਜਾਂ ਉਹਦੇ ਤੋਂ ਬਾਅਦ ਵਿੱਚ ਬੀਜੀ ਕਣਕ ਥੋੜੀ ਜਿਹੀ ਪਛੇਤੀ ਹੋ ਜਾਂਦੀ ਹੈ। ਨਹੀਂ, ਉਹ ਤਾਂ ਚਲੋ 20-22 ਤੱਕ 25 ਤੱਕ ਵੀ ਅੱਜ ਕੱਲ੍ਹ ਲੈ ਜਾਂਦੇ ਨੇ ਗੱਲ, ਪਰ ਕਾਰਨ ਇਹ ਆ ਵੀ ਗਾਂ ਠੰਡ ਹੋ ਜਾਂਦੀ, ਉਹਦੇ ਤੇ ਝਾੜ ਤੇ ਫਰਕ ਪੈਂਦਾ ਹੀ ਆ। ਦੂਜਾ ਜਿਹੜਾ ਠੰਡ ਵਾਲੇ ਪਾਸੇ ਨੂੰ ਜੇ ਝੋਨਾ ਚੱਲ ਗਿਆ ਤੇ ਉਹ ਕਿਹੋ ਜਿਹਾ ਪੱਕੂਗਾ, ਦੋਨੇ ਘਾਟ ਹੋ ਜਾਣਗੇ। ਹਾਂ, ਸੋ ਉਹਦੇ ਤੇ ਗਾਂ ਮੁੰਜਰਾਂ ਕਿਸੇ ਵੇਲੇ ਕਾਲੀਆਂ ਹੋ ਗਈਆਂ, ਕਿਸੇ ਵੇਲੇ ਕੋਈ ਹੋਰ ਉੱਲੀ ਰੋਗ ਦੇ ਕਈ ਕੁਛ ਪੈ ਜਾਂਦਾ ਹੁੰਦਾ। ਸੋ ਹੈ ਤਾਂ ਔਖ। ਸੋ ਬਾਕੀ ਮੈਨੂੰ ਇਹ ਆ ਕਿ ਵੀ ਜੇ ਜਿੱਦਾਂ ਹੁਣ ਖੇਤੀਬਾੜੀ ਮਹਿਕਮਾ ਕਹਿੰਦਾ ਵੀ ਅਸੀਂ ਦੂਰ ਦੀ ਸੋਚੀ, ਇੱਦਾਂ ਦੀਆਂ ਦੂਰ ਦੀਆਂ ਜੇ ਸੋਚ ਕੇ ਥੋੜ੍ਹਾ ਜਿਹਾ ਲੋਕਾਂ ਨੂੰ ਆਪਣੇ ਨਾਲ ਜੋੜ ਲਊਗੀ ਨਾ ਸਰਕਾਰ ਜਾਂ ਮਹਿਕਮੇ, ਅਤੇ ਥੋੜ੍ਹਾ ਜਿਹਾ ਲੋਕਾਂ ਦਾ ਯਕੀਨ ਵੀ ਵੱਧ ਜੂਗਾ। ਹੁਣ ਤੁਸੀਂ ਦੇਖੋ ਕਿ ਜੇ ਆ ਜਿਹੜਾ ਝੋਨਾ, ਇਹ ਤਾਂ ਗੱਲ ਪੱਕੀ ਹੈ ਵੀ ਐਤਕੀ ਸਾਰੀਆਂ ਪੈਲੀਆਂ ਸਾਰੀਆਂ ਜ਼ਮੀਨਾਂ ਦੇ ਵਿੱਚੋਂ ਝੋਨਾ ਹੋਣਾ ਨਹੀਂ, ਤਿਆਰ ਹੀ ਨਹੀਂ ਹੋਣੇ ਖੇਤ। ਜੋ ਜਿਵੇਂ ਅੰਕੜੇ ਜੇ ਕੱਢਦੇ ਹੁੰਦੇ, ਆਈ ਡੋਂਟ ਨੋ ਕਿਹੜਾ ਮਹਿਕਮਾ ਤੇ ਕਿੱਦਾਂ ਉਹ ਕੈਲਕੂਲੇਸ਼ਨ ਕਰਦੇ ਆ ਵੀ ਇਸ ਵਾਰ ਫਿਰ ਇੰਨੇ ਹੈਕਟੇਅਰ ਦੇ ਵਿੱਚੋਂ ਇੰਨੇ ਲੱਖ ਮੀਟ੍ਰਿਕ ਟਨ ਤੇ ਝੋਨਾ ਤੇ ਕਣਕ ਹੋਵੇਗੀ, ਹੈ ਨਾ। ਮੁੜ ਕੇ ਅਚਾਨਕ ਆਪਾਂ ਦੇ ਖਬਰਾਂ 'ਚ ਹੀ ਪੜ੍ਹਦੇ ਸੁਣਦੇ ਨੇ ਐਤਕੀ ਇੰਨੇ ਲੱਖ ਮੀਟ੍ਰਿਕ ਟਨ ਜਿਹੜਾ ਉਹ ਕਣਕ ਬੰਦਾ ਸੋਚਦਾ ਵੀ ਯਾਰ ਉਹ ਕਣਕ ਤੁਸੀਂ ਪਹਿਲਾਂ ਕਿਹੜੇ ਹਿਸਾਬ ਨਾਲ ਲਾ ਲਿਆ, ਹਿਸਾਬ ਜਿਹੜਾ ਵੀ ਮਤਲਬ ਹੁਣ ਵੱਧ ਗਈ। ਹੁਣ ਮੈਂ ਰੀਸੈਂਟ ਐਗਜ਼ਾਮਪਲ ਟਰੱਕਾਂ 'ਚ ਵੀ ਲਿਆਉਣੀ ਹੁੰਦੀ ਦੂਜੇ ਸੂਬਿਆਂ 'ਚੋਂ, ਉਹੀ ਮੈਂ ਰੀਸੈਂਟ ਐਗਜ਼ਾਮਪਲ ਦਿਆਂ। ਐਤਕੀ ਜਿਹੜਾ ਕਣਕ ਸੀ, ਕਿਉਂਕਿ ਮੀਂਹ ਐਤਕੀ ਪਹਿਲਾਂ ਗਰਮੀ ਨੇ ਮਾਰਤਾ ਮੀਂਹ, ਉਸ ਤੋਂ ਬਾਅਦ ਗਰਮੀ ਤੋਂ ਬਾਅਦ ਜਦੋਂ ਕਣਕ ਪੱਕਣੀ ਸੀ ਉਦੋਂ ਮੀਂਹ ਪੈਣ ਲੱਗ ਗਏ। ਆਪਾਂ ਨੂੰ ਇਹ ਪਤਾ ਸੀ ਵੀ ਜਿਹੜੀ ਕਣਕ ਹੈ ਉਹ ਖਰਾਬ ਹੋਈ, ਕਣਕ ਦਾ ਝਾੜ ਘਟੂਗਾ, ਪਰ ਜਿਹੜੀਆਂ ਖਬਰਾਂ ਆਈਆਂ ਸੀ ਨਹੀਂ ਜੀ ਐਤਕੀ ਤੇ ਪਹਿਲਾਂ ਨਾਲੋਂ ਕਣਕ ਦਾ ਝਾੜ ਵੱਧ ਗਿਆ। ਉਹ ਕਿਵੇਂ ਵੱਧ ਗਿਆ ਅਜੇ ਤੱਕ ਕਦੀ ਕਿਸੇ ਨੇ ਕਲੀਅਰ ਨਹੀਂ ਕੀਤਾ। ਮੈਂ ਚਲੋ ਸਰਕਾਰ ਪਤਾ ਕਰ ਲੇ। ਦੂਜੀ ਗੱਲ ਇਹ ਵੀ ਜਿਹੜਾ ਬਹੁਤਾ ਰੌਲਾ ਪੈਂਦਾ ਹੁੰਦਾ ਝੋਨੇ ਦਾ ਪੈਂਦਾ ਹੁੰਦਾ, ਕਿਉਂਕਿ ਤੁਹਾਨੂੰ ਯਾਦ ਹੋਣਾ ਵੀ ਜਿਹੜੀਆਂ ਬਾਕੀ ਦੀਆਂ ਸਟੇਟਾਂ ਨੇ ਉੱਥੇ ਝੋਨਾ ਜ਼ਰੂਰ ਹੋ ਜਾਂਦਾ ਕਿਤੇ ਨਾ ਕਿਤੇ, ਅਤੇ ਜਿੱਥੋਂ ਵੀ ਹੁੰਦਾ ਅਗਲੇ ਨੂੰ ਪਤਾ ਵੀ 700 ਦੇ ਹਿਸਾਬ ਨਾਲ 800 ਦੇ ਹਿਸਾਬ ਨਾਲ ਚੱਕੋ, ਟਰੱਕ ਭਰੋ, ਰਾਤੋਂ ਰਾਤ ਲਿਆ ਕੇ ਹਰਿਆਣੇ ਪੰਜਾਬ ਵਾਲੀਆਂ ਮੰਡੀਆਂ 'ਚ ਵੇਚ ਦਿਓ, ਅਤੇ ਉਦੋਂ ਬਾਅਦ ਤੁਸੀਂ ਉਹਨੂੰ ਖਾਤੇ 'ਚ ਪਾ ਦਿਓ ਜੀ ਇਸ ਵਾਰ ਪੰਜਾਬ ਵਿੱਚੋਂ ਭਰਪੂਰ ਪੈਦਾਵਾਰ ਹੋਈ। ਗੱਲ ਇਹ ਆ ਵੀ ਉਹ ਪੰਜਾਬ 'ਚੋਂ ਹੋਈ ਕਿ ਨਹੀਂ ਹੋਈ, ਪਿਛਲੀ ਵਾਰਾਂ ਦੇ ਲੋਕ ਮੰਨਦੇ ਰਹੇ, ਪਰ ਜੇ ਐਤਕੀ ਵੀ ਉਹ ਅੰਕੜੇ ਜੋ ਅੰਕੜੇ ਉਹਨਾਂ ਨੇ ਮਤਲਬ ਦਿੱਤੇ ਆ ਵੀ ਇਸ ਹਿਸਾਬ ਨਾਲ ਇੰਨੀ ਇਹਦੇ ਤੋਂ ਫਸਲ ਹੋ ਸਕਦੀ, ਜੇ ਉਹ ਉਨੇ ਹੀ ਰਹੇ ਜਾਂ ਉਹਦੇ ਤੋਂ ਵੱਧ ਗਏ, ਤੇ ਮੈਂ ਨਾ ਵੀ ਸਰਕਾਰ ਹੁਣ ਤੋਂ ਹੀ ਧਿਆਨ 'ਚ ਰੱਖੇ ਵੀ ਉਹਦੀ ਜਾਂਚ ਜ਼ਰੂਰ ਕਰਾ ਲਿਓ ਵੀ ਵੀਰ ਮੇਰਿਆ ਜੇ ਇੰਨੇ ਲੱਖ ਏਕੜ ਜਿਹੜੀ ਜ਼ਮੀਨ ਖਤਮ ਹੋ ਗਈ, ਮਿੱਟੀ ਰੁਲ ਗਈ, ਝੋਨਾ ਖਤਮ ਹੋ ਗਿਆ, ਜੇ ਉਹਦਾ ਝਾੜ ਫਿਰ ਵੀ ਬਰਾਬਰ ਹੈ, ਤੇ ਫਿਰ ਉਹ ਕਿਹੜੀ ਜ਼ਮੀਨ ਹੈ ਜਿਹੜੀ ਅਚਾਨਕ ਹਿਸਾਬ ਲਾ ਲੈਂਦੀ ਹੈ ਵੀ ਅੱਛਾ ਉਧਰੋਂ ਫਿਰ ਝਾੜ ਘਟ ਗਿਆ, ਇੱਧਰੋਂ ਫਿਰ ਮੈਂ ਵਧਾ ਦਿੰਦੀ। ਮੇਰੇ ਮਨ ਦੇ ਵਿੱਚ ਇੱਕ ਹੋਰ ਫੁਰਨਾ ਫਿਰਦਾ ਸੀ ਸੰਧਾਲੀਆ ਸਾਹਿਬ ਕਿ ਅਸੀਂ ਬਹੁਤ ਵਾਰੀ ਕਿਹਾ ਕਿ ਝੋਨੇ ਦੇ ਫਸਲੀ ਚੱਕਰ ਦੇ ਵਿੱਚੋਂ ਕਣਕ ਛੱਡ ਦਿੰਦੇ ਆਪਾਂ, ਪੰਜਾਬ ਨੂੰ ਬਾਹਰ ਕੱਢਣਾ। ਹੁਣ ਝੋਨੇ ਦੇ ਫਸਲੀ ਚੱਕਰ ਦੇ ਵਿੱਚੋਂ ਬਾਹਰ ਕੱਢਣਾ ਸਾਡੇ ਕੋਲੇ ਤਾਂ ਮੈਨੂੰ ਲੱਗਦਾ ਮੌਕਾ ਵੀ ਹੈ। ਕਦੇ ਵੀ ਪੰਜਾਬ ਦੇ ਵਿੱਚੋਂ ਇੱਕਦਮ 6 ਲੱਖ ਏਕੜ ਦੇ ਵਿੱਚ ਝੋਨਾ ਤਾਂ ਨਹੀਂ ਅਸੀਂ ਘਟਾ ਸਕਦੇ। ਕੀ ਕੋਈ ਇੰਨੇ ਘੱਟ ਸਮੇਂ ਦੀ ਫਸਲ ਹੋਰ ਹੈਗੀ ਆ ਕਿ ਇਸ ਵੇਲੇ ਕਿਸਾਨ ਨੂੰ ਉਤਸ਼ਾਹਿਤ ਨਹੀਂ ਕੀਤਾ ਜਾ ਸਕਦਾ ਕਿ ਭਾਈ ਤੁਹਾਡੇ ਖੇਤ ਖਰਾਬ ਨੇ? ਮੈਨੂੰ ਨਹੀਂ ਪਤਾ ਉਹ ਸਬਜ਼ੀ ਹੋ ਸਕਦੀ ਆ, ਮੈਨੂੰ ਨਹੀਂ ਪਤਾ ਉਹ ਕੀ ਹੋ ਸਕਦਾ, ਕੁਛ ਵੀ। ਸਾਡੇ ਕੋਲ ਏਡੀ ਵੱਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਉਹਦੇ 5-7 ਬੰਦੇ ਐਕਸਪਰਟ ਮਾਹਿਰ ਜਿਹੜੇ ਇੱਧਰਲੇ ਪਾਸੇ ਵੀ ਲਾਓ ਅਜੇ 4 ਦਿਨ, ਕੋਈ ਨਾ ਕੋਈ ਪਨੀਰੀ ਦਿਓ ਕਿਸਾਨਾਂ ਨੂੰ ਕਿ ਭਾਈ ਅਸੀਂ ਮੰਨ ਕੇ ਚੱਲਦੇ ਹਾਂ ਕਿ ਤੁਹਾਡੇ 1 ਏਕੜ ਦੇ ਵਿੱਚੋਂ ਇੰਨਾ ਝੋਨਾ ਹੋਣਾ ਸੀ, ਤੁਸੀਂ ਆਹ ਫਸਲ ਲਾਓ, ਜਿੰਨੇ ਪੈਸੇ ਤੁਹਾਡੇ ਘਟਣਗੇ ਅਸੀਂ ਦੇ ਦਿਆਂਗੇ। ਜਾਣੀ ਇੱਕ ਥੋੜ੍ਹਾ ਜਿਹਾ ਤਜਰਬਾ ਹੀ ਕਰਕੇ ਦੇਖ ਲਈਏ। ਸਾਰੇ ਪਾਸੇ ਜੇ ਝੋਨਾ ਲਵਾ ਕੇ ਆਪਾਂ ਫਿਰ ਪੰਜਾਬ ਨੂੰ ਝੋਨੇ ਵਾਲੇ ਫਸਲੀ ਚੱਕਰ ਦੇ ਵਿੱਚ ਹੀ ਸੁੱਟਣਾ, ਉਹਦੇ ਨਾਲੋਂ ਸਾਡੇ ਕੋਲ ਇੱਕ ਮੌਕਾ ਹੈ ਤਾਂ ਕੁਦਰਤੀ ਕਰੋਪ ਹੀ ਹੈ, ਹੋਇਆ ਤਾਂ ਨੁਕਸਾਨ ਹੀ ਹੈ, ਪਰ ਅਸੀਂ ਕੋਈ ਬਦਲ ਕੇ ਦੇਖ ਲਈਏ। ਜੇ ਹੋ ਸਕਦਾ ਕੋਈ ਚੀਜ਼ ਬੀਜ ਕੇ ਹੀ ਹੋ ਜਾਂਦੀ ਹੋਵੇ, ਉਹਦੀ ਪਨੀਰੀ ਲਾਉਣ ਦੀ ਲੋੜ ਹੀ ਨਾ ਹੋਵੇ, ਥੋੜ੍ਹਾ ਜਿਹਾ ਜੇ ਕੋਈ ਜੁਗਾੜ ਕਿਤੇ ਸਿਰਸੁਰ ਮਾੜਾ ਮੋਟਾ ਫੋਲ ਕੇ ਆਪਾਂ ਆਪਣਾ ਦੇਖੀਏ ਕਿ ਸਾਡੇ ਕੋਲ ਇੱਕ ਚਾਂਸ ਆਇਆ ਕਿ ਇਸ ਕੁਦਰਤੀ ਕਰੋਪੀ ਨੂੰ ਵੀ ਜੇ ਆਪਾਂ ਆਪਣੇ ਭਵਿੱਖ ਦੇ ਚੰਗੇਰੇਪਣ ਦੇ ਲਈ ਕਿਤੇ ਵਰਤ ਸਕੀਏ ਤਾਂ ਉਹ ਵੀ ਬਿਹਤਰ ਹੋਊਗਾ। ਦੂਜੇ ਪਾਸੇ ਬੀਬੀ ਪ੍ਰਨੀਤ ਕੌਰ ਹੋਰਾਂ ਨੇ ਇੱਕ ਚਿੱਠੀ ਲਿਖੀ ਸੰਧਾਲੀਆ ਸਾਹਿਬ ਤਾੜ ਕਰਕੇ। ਉਹ ਚਿੱਠੀ ਲਿਖੀ ਹੈ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਬੀਬੀ ਜੀ ਨੇ ਸਿੱਧੀ ਪ੍ਰਧਾਨ ਮੰਤਰੀ ਸਾਹਿਬ ਨੂੰ। ਉਹ ਕਹਿੰਦੇ ਜੀ 19 ਜ਼ਿਲ੍ਹੇ
ਪੰਜਾਬ ਦੇ ਸੈਂਕੜੇ ਪਿੰਡ, ਲੱਖਾਂ ਏਕੜ ਜ਼ਮੀਨ ਤਬਾਹ ਹੋ ਗਈ। ਪ੍ਰਧਾਨ ਮੰਤਰੀ ਸਾਹਿਬ, ਤੁਹਾਨੂੰ ਬੇਨਤੀ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਪੈਸੇ ਸਿੱਧੇ ਹੀ ਖਾਤੇ 'ਚ ਪਾ ਦਿਓ, ਕਿਉਂਕਿ ਜੇ ਵਾਇਆ ਹੋ ਕੇ ਆਉਣਗੇ ਤਾਂ ਸੂਬਾ ਸਰਕਾਰ ਦਾ ਨਾਂ ਲੱਗੂਗਾ। ਚਲੋ ਚੰਗੀ ਗੱਲ ਹੈ, ਕਿਸੇ ਮੈਂਬਰ ਪਾਰਲੀਮੈਂਟ ਨੇ ਕੋਸ਼ਿਸ਼ ਕੀਤੀ। ਮੈਂ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਜਾਣ, ਭਾਰਤੀ ਜਨਤਾ ਪਾਰਟੀ 'ਚ ਨੇ, ਕੌਮੀ ਕਾਰਜਕਾਰਨੀ ਦੇ ਵਿੱਚ ਨੇ, ਵੱਡਾ ਅਹੁਦਾ ਹੈ ਉਹਨਾਂ ਦੇ ਕੋਲੇ, ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਨ, ਬੀਬੀ ਜੀ ਨੂੰ ਵੀ ਨਾਲ ਲੈ ਜਾਣ। ਤੇ ਨਾਲ ਹੀ ਬੀਬੀ ਜੀ ਨੇ ਇਹ ਵੀ ਲਿਖਿਆ ਚਿੱਠੀ ਦੇ ਵਿੱਚ ਕਿ ਤਬਾਹੀ ਬਹੁਤ ਹੋਈ ਹੈ, ਗੈਰ ਜ਼ਮੀਨੇ ਜਿਹੜੇ ਲੋਕ ਨੇ ਉਹਨਾਂ ਦਾ ਵੀ ਨੁਕਸਾਨ ਬਹੁਤ ਹੋਇਆ, ਉਹਨਾਂ ਦੇ ਲਈ ਵੀ ਆਪਣਾ ਕੋਈ ਨਾ ਕੋਈ ਉਦਮ ਜਿਹੜਾ ਉਹ ਕਰੀਏ ਜ਼ਰੂਰ। ਚਲੋ ਚੰਗਾ ਹੋਇਆ ਬੀਬੀ ਜੀ ਨੇ ਚਿੱਠੀ ਲਿਖੀ ਹੈ, ਕੱਲ੍ਹ ਨੂੰ ਭਾਰਤੀ ਜਨਤਾ ਪਾਰਟੀ ਦਾ ਇੱਕ ਹੋਰ ਲੀਡਰ ਚਿੱਠੀ ਲਿਖੂਗਾ, ਜਿਹੜਾ ਵੀ ਕਿਤੇ ਬੀਜੇਪੀ ਦੇ ਕੋਈ ਨੇੜ ਤੇੜ ਹੈਗਾ, ਕਿਸੇ ਤਰੀਕੇ ਪੈ ਕੇ ਜਾਵੇ। ਸਾਨੂੰ ਜਿਹੜੇ ਰਾਜਪਾਲ ਸਾਹਿਬ ਲੈ ਦੇਣ, ਸਾਨੂੰ ਜਾਖੜ ਸਾਹਿਬ ਲੈ ਦੇਣ, ਸਾਨੂੰ ਬੀਬੀ ਪ੍ਰਨੀਤ ਕੌਰ ਹੋਰਾਂ ਦੀ ਚਿੱਠੀ ਲੈ ਦੇਵੇ, ਸਾਨੂੰ ਅਸ਼ਵਨੀ ਸ਼ਰਮਾ ਸਾਹਿਬ ਪੈਸੇ ਲੈ ਦੇਣ। ਇਸ ਵੇਲੇ ਪੰਜਾਬ ਨੂੰ ਇੱਕ ਪੈਕੇਜ ਦੀ ਲੋੜ ਹੈ। ਉਸ ਪੈਕੇਜ ਦੇ ਲਈ ਜੇ ਸੂਬਾ ਸਰਕਾਰ ਦੇ ਦਸਤਖਤ ਦੀ ਕਿਸੇ ਚਿੱਠੀ ਦੀ ਲੋੜ ਹੈ, ਮੰਗ ਪੱਤਰ ਦੀ ਲੋੜ ਹੈ, ਉਹਨਾਂ ਤੋਂ ਲਿਖਾ ਲਓ, ਪਰ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਝੁਲਕਾ ਜਿਹਾ ਮਿਲਣਾ ਜ਼ਰੂਰ ਚਾਹੀਦਾ ਹੈ। ਮੈਨੂੰ ਲੱਗਦਾ ਵਾਹਵਾ ਦਿਨਾਂ ਦੀ ਡਿਮਾਂਡ ਤੇ ਚੱਲੀ ਜਾਂਦੀ ਸੀ ਨਾ। ਆਪਾਂ ਗਵਰਨਰ ਸਾਹਿਬ ਵੱਲੋਂ ਵੀ ਸੁਣੀ ਸੀ ਗੱਲ, ਪੰਜਾਬ ਕਾਂਗਰਸ ਨੇ ਵੀ ਕਿਹਾ, ਅਕਾਲੀ ਦਲ ਵੱਲੋਂ ਵੀ ਗੱਲ ਆਈ, ਬੀਜੇਪੀ ਵਾਲਿਆਂ ਦਾ ਕਹਿਣਾ ਹੀ ਸੀ ਕਿਉਂਕਿ ਉਹਨਾਂ ਦੀ ਸਰਕਾਰ ਆ, ਸਰਕਾਰ ਵੀ ਆਖੀ ਜਾਂਦੀ ਵੀ ਹਾਂਜੀ ਜੀ ਜ਼ਰੂਰ, ਹੁਣ ਤਾਂ ਜੀ ਹੁਣ ਪੰਜਾਬ ਦੀ ਬਾਂਹ ਨਹੀਂ ਫੜਨੀ, ਫਿਰ ਕਦੋਂ ਫੜੋ। ਪਰ ਉਧਰੋਂ ਕੋਈ ਬਹੁਤਾ ਬਿਆਨ ਆ ਨਹੀਂ ਰਿਹਾ ਸੀ, ਪਰ ਮੈਨੂੰ ਲੱਗਦਾ ਸ਼ਾਇਦ ਹੁਣ ਆ ਜਾਵੇ, ਕਿਉਂਕਿ ਨਾ ਇੱਕ ਰਾਹ ਬੀਬੀ ਪ੍ਰਨੀਤ ਕੌਰ ਹੋਰਾਂ ਨੇ ਆਪਣੀ ਚਿੱਠੀ 'ਚ ਦੱਸ ਦਿੱਤਾ ਨਾ ਵੀ ਸਿੱਧਾ ਵੀ ਤਾਂ ਖਾਤਿਆਂ 'ਚ ਪਾਇਆ ਜਾ ਸਕਦਾ ਨਾ ਪੈਸਾ, ਜਿੱਦਾਂ ਕਿਸਾਨ ਸਨਮਾਨ ਨਿਧੀ ਪੈਂਦੀ ਹੈ। ਹਾਂ, ਜਿੱਦਾਂ ਉਹ 2-2 ਹਜ਼ਾਰ ਸਿੱਧਾ ਪੈਂਦਾ, ਉਹਦੇ ਤੇ ਵੀ ਪਤਾ ਕੀਤਾ ਜਾ ਨਾ ਵੀ ਕਿਹੜਾ ਕਿਸਾਨ ਆ, ਉਹਦਾ ਕਿੰਨੀ ਜ਼ਮੀਨ ਆ, ਕਿੰਨਾ ਉਹਦਾ ਨੁਕਸਾਨ ਆ, ਤੇ ਉਸ ਨੁਕਸਾਨ ਦੇ ਹਿਸਾਬ ਨਾਲ ਪੈਸੇ ਪਾਉਣੇ। ਹੁਣ ਮੈਨੂੰ ਲੱਗਦਾ ਵੀ ਇਸ ਰਾਹ ਤੋਂ ਬਾਅਦ ਜੇ ਵਾਕਈ ਇਹ ਕਿਸੇ ਨੂੰ ਕਲਿੱਕ ਕਰ ਗਿਆ, ਹੋ ਸਕਦਾ ਕੇਂਦਰ ਸਰਕਾਰ ਕੁਛ ਨਾ ਕੁਛ ਕਰ ਵੀ ਦੇਵੇ ਵੀ ਹਾਂਜੀ, ਕਿਉਂਕਿ ਇਹ ਤਾਂ ਆਪਾਂ ਨੂੰ ਪਤਾ ਹੀ ਆ ਵੀ 2024 ਤੱਕ ਹੁਣ ਗਾਂ ਇੱਧਰ ਰੈਲੀਆਂ ਵਾਲਾ ਕੰਮ ਹੀ ਚੱਲਣਾ। ਤੇ ਜੇ ਮੰਨ ਲਓ ਵੀ ਆਉਣ ਵਾਲੇ ਦਿਨਾਂ ਤੱਕ 15-20-25 ਦਿਨਾਂ ਤੱਕ ਜੇ ਕੁਛ ਨਾ ਕੁਛ ਕੋਈ ਰੈਲੀ ਦਾ ਪ੍ਰੋਗਰਾਮ ਬਣਦਾ ਹੋਵੇ, ਹੋਰ ਪ੍ਰਧਾਨ ਮੰਤਰੀ ਸਾਹਿਬ ਆ ਜਾਣ ਜਾਂ ਕੋਈ ਹੋਰ ਵੱਡੇ ਲੀਡਰ ਆ ਜਾਣ, ਜਾਂ ਕੋਈ ਖੇਤੀਬਾੜੀ ਮੰਤਰੀ ਸਾਹਿਬ ਨੂੰ ਲੈ ਆਉਣ ਇੱਧਰ ਨੂੰ ਦੁਬਾਰਾ, ਵੀ ਯਾਰ ਵਾਹਵਾ ਉਦੋਂ ਖੇਤੀਬਾੜੀ ਮੰਤਰੀ ਸਾਹਿਬ ਦਾ ਅਕਸ ਜਿਹਾ ਸੀਗਾ, ਤੇ ਇੱਕ ਵਾਰ ਦੁਬਾਰਾ ਜਾ ਕੇ ਉੱਥੇ ਪੰਜਾਬ ਦੇ ਹਿਸਾਬ ਨਾਲ ਕੋਈ ਮਾਹੌਲ ਜਿਹਾ ਬਣਾਈਏ ਵੀ ਉੱਥੇ ਉਹ ਬਟਨ ਦਬਾ ਕੇ ਆਖਣ ਵੀ ਆਹ ਲਓ ਜੀ ਇਸ ਵੇਲੇ ਉਹਨਾਂ ਨੇ ਕਲਿੱਕ ਕੀਤਾ, ਐਵੇਂ ਲੈਪਟਾਪ ਦੇ ਉੱਪਰ ਫੋਟੋ ਜੀ ਬਣਾਉਣੀ ਹੁੰਦੀ ਹੈ ਤੇ ਬਸ ਅੱਜ ਸ਼ਾਮ ਤੱਕ ਸਾਰਿਆਂ ਦੇ ਖਾਤਿਆਂ 'ਚ ਪੈਸੇ ਆ ਜਾਣੇ। ਹੋ ਸਕਦਾ ਜੇ ਇਸ ਢੰਗ ਤਰੀਕੇ ਨਾਲ ਲੱਗੇ ਤੇ ਉਹਨਾਂ ਨੂੰ ਜਾਪਣਾ ਵੀ ਯਾਰ ਪੈਸੇ ਵੀ ਦਿੱਤੇ ਜਾਣੇ ਆ ਤੇ ਪ੍ਰਚਾਰ ਵੀ ਆਪਣਾ ਹੋ ਜਾਣਾ। ਹੁਣ ਤੱਕ ਤੇ ਮੈਨੂੰ ਲੱਗਦਾ ਬ੍ਰੇਕ ਇਹੋ ਹੀ ਹੋਣੀ ਹੈ ਨਾ, ਜਿਹੜਾ ਵੀ ਸੋਚਦਾ ਨਾ ਯਾਰ ਪੈਸੇ ਤੇ ਦੇਣੇ ਪੈਣੇ ਆ, ਪਰ ਪੈਸੇ ਹੁਣ ਭਗਵੰਤ ਮਾਨ ਹੋਰਾਂ ਨੂੰ ਦੇਣੇ ਪੈਣੇ ਆ। ਉਹਨਾਂ ਨੇ ਜਦੋਂ ਗਾਂਹ ਜਾ ਕੇ ਦਿੱਤੇ, ਪੋਸਟਰਾਂ ਦੇ ਉੱਤੇ ਫੋਟੋ ਉਹਨਾਂ ਨੇ ਆਪਣੀਆਂ ਲਵਾ ਲੈਣੀਆਂ, ਸਾਡਾ ਨਾਂ ਨਹੀਂ ਆਉਣਾ, ਕਿੱਦਾਂ ਕਰੀਏ? ਆਹ ਮੈਨੂੰ ਲੱਗਦਾ ਢੰਗ ਤਰੀਕਾ ਜਿਹੜਾ, ਕਿਉਂਕਿ ਸਿਆਸਤ ਤੇ ਅੱਜ ਕੱਲ੍ਹ ਫੋਟੋਆਂ ਦੀ ਚੱਲ ਪਈ ਆ ਨਾ, ਇਸ ਤੋਂ ਪਹਿਲਾਂ ਵੀ ਚੱਲਦੀ ਰਹੀ, ਹੁਣ ਵੀ ਚੱਲੀ ਜਾਂਦੀ, ਮੈਨੂੰ ਲੱਗਦਾ ਗਾਂਹ ਵੀ ਚੱਲੀ ਜਾਣੀ। ਅਗਲਾ ਕਹਿੰਦਾ ਵੀਰ ਮੇਰਾ ਵੀ ਭੁੱਖੇ ਨੂੰ ਕੇਲਾ ਤੇ ਜ਼ਰੂਰ ਫੜਾਉਣਾ, ਪਰ ਨਾ ਮੇਰਾ ਆਉਣਾ ਚਾਹੀਦਾ ਵੀ ਮੈਂ ਇਹਨੂੰ ਫੜਾਇਆ ਹੀ, ਮੈਂ ਇਹਨੂੰ ਖਵਾਇਆ ਹੀ। ਇਹ ਨਾ ਹੋਵੇ ਵੀ ਇਹਦਾ ਢਿੱਡ ਭਰ ਜਾਵੇ, ਪ੍ਰਚਾਰ ਜ਼ਿਆਦਾ ਹੋਣਾ ਚਾਹੀਦਾ। ਉਹ ਚੀਜ਼ ਮੈਨੂੰ ਲੱਗਦਾ ਵੀ ਜੇ ਰਾਹ ਅਖਤਿਆਰ ਕਰ ਲਵੇ ਬੀਜੇਪੀ, ਮੈਂ ਕਹਿੰਦਾ ਫਾਇਦਾ ਹੀ ਆ, ਭਲਾ ਹੀ ਆ, ਨਾ ਕੋਈ ਲਵਾ ਲਵੇ ਆਪਣਾ, ਲੋਕਾਂ ਦਾ ਤਾਂ ਫਾਇਦਾ ਹੋਊਗਾ ਨਹੀਂ। ਨਾਲੇ ਬੀਜੇਪੀ ਦਾ ਫਾਇਦਾ ਨਾਲ ਲੋਕਾਂ ਦਾ ਫਾਇਦਾ, ਦੋਨਾਂ ਦਾ ਫਾਇਦਾ। ਸੰਧਾਲੀਆ ਸਾਹਿਬ, 2-3 ਖਬਰਾਂ ਆਈਆਂ ਸੀ, ਇੱਕ ਟਾਈਟਲ ਚੱਲਦਾ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਇੱਕ ਮਾਂ ਦਾ ਦੂਸਰਾ ਪੁੱਤ ਵੀ ਚਿੱਟੇ ਦੇ ਦੈਂਤ ਨੇ ਖਾ ਲਿਆ, ਕਿ ਜਿਹੜਾ ਨਸ਼ਾ ਉਹਦੇ ਕਰਕੇ ਇੱਕ ਮਾਂ ਦਾ ਇੱਕ ਪੁੱਤ ਪਹਿਲਾਂ ਚਲਾ ਗਿਆ ਸੀ, ਦੂਜਾ ਹੁਣ ਚਲੇ ਗਿਆ। ਇੱਕ ਅੱਜ ਖਬਰ ਆਈ ਸੀ ਕਿ ਇੱਕ ਮਜ਼ਦੂਰ ਪਰਿਵਾਰ ਦਾ ਬੱਚਾ 22 ਸਾਲ ਦਾ, ਉਹ ਵੀ ਚਿੱਟਾ ਲਾਉਣ ਲੱਗ ਪਿਆ ਸੀ ਤੇ ਘਰੇ ਆਇਆ ਨਸ਼ਾ ਕਰਕੇ ਤੇ ਹਾਲਤ ਖਰਾਬ ਹੋ ਗਈ, ਹਸਪਤਾਲ ਲੈ ਕੇ ਗਿਆ, ਦਮ ਤੋੜ ਗਿਆ। ਰੋਜ਼ ਕਿਸੇ ਨਾ ਕਿਸੇ ਪਾਸਿਓਂ ਖਬਰ ਜਿਹੜੀ ਉਹ ਹੁੰਦੀ ਹੈ, ਜਾਣੀ ਕੰਮ ਨਹੀਂ ਰੁਕ ਰਿਹਾ। ਮੈਂ ਖਬਰ ਦੀ ਸਹਿਮਤੀ ਵਾਲੇ ਪਾਸੇ ਨਹੀਂ ਤੁਰਦਾ। ਸਿੰਗਾਪੁਰ, ਸੰਧਾਲੀਆ ਸਾਹਿਬ, ਬੜਾ ਛੋਟਾ ਜਿਹਾ ਦੇਸ਼ ਹੈ, ਬਹੁਤ ਛੋਟਾ ਜਿਹਾ, ਵਪਾਰਕ ਪੱਖੋਂ ਦੁਨੀਆ ਦਾ ਐਨ ਸਰਮੌਰ, ਵਪਾਰ ਖੂਬ ਹੁੰਦਾ। ਜਹਾਜ਼ ਉਤਰਦਾ ਉੱਥੇ ਤਾਂ ਐਂ ਲੱਗਦਾ ਕਿ ਸਮੁੰਦਰ 'ਚ ਹੀ ਲਾ ਲੈਣ ਲੱਗਿਆ, ਕਿਉਂਕਿ ਉਹਨਾਂ ਨੇ ਏਅਰਪੋਰਟ ਬਿਲਕੁਲ ਸਮੁੰਦਰ ਦੇ ਕੰਢੇ ਦੇ ਉੱਤੇ ਬਣਾਇਆ। ਸਫਾਈ ਅੰਤਾਂ ਦੀ ਹੈ, ਹਰਿਆਲੀ ਪੂਰੀ, ਜਿੱਥੇ ਕਿਤੇ ਵੀ ਉਹਨਾਂ ਨੂੰ ਅੱਧਾ ਇੰਚ ਵੀ ਥਾਂ ਮਿਲੀ ਆ ਉੱਥੇ ਉਹਨਾਂ ਨੂੰ ਕੋਈ ਬੂਟਾ ਘਾਹ ਦੀ ਤਿੜ ਗੱਡ ਦਿੱਤੀ, ਤੇ ਲੋਕ ਸ਼ਾਂਤ ਨੇ, ਕਿਤਾਬਾਂ ਪੜ੍ਹਦੇ ਜਾਂਦੇ ਆ। ਉੱਥੇ ਖਬਰਾਂ ਕੀ ਨੇ, ਜਾਣੀ ਪੰਜਾਬ 'ਚ ਜਦੋਂ ਨਸ਼ੇ ਦੀ ਖਬਰ ਆਉਂਦੀ ਹੈ ਤਾਂ ਸਿੰਗਾਪੁਰ ਦਾ ਚੇਤਾ ਆਉਂਦਾ। ਮੈਂ ਨਹੀਂ ਕਹਿੰਦਾ ਕਿ ਉਹ ਚੀਜ਼ ਇੰਪਲੀਮੈਂਟ ਕਰਨੀ ਚਾਹੀਦੀ ਹੈ ਕਿ ਨਹੀਂ, ਪਰ ਪੰਜਾਬ ਦੇ ਵਿੱਚ ਚਰਚਾ ਚੱਲ ਪਈ। ਉੱਥੇ ਇੱਕ 45 ਸਾਲ ਦੀ ਬੀਬੀ ਨੂੰ ਥੋੜ੍ਹੇ ਘੰਟੇ ਪਹਿਲਾਂ ਫਾਂਸੀ ਦੀ ਸਜ਼ਾ ਦਿੱਤੀ। 45 ਸਾਲ ਦੀ ਬੀਬੀ ਹੈ। ਕਾਰਨ ਕੀ ਸੀ? ਕਹਿੰਦੇ ਜੀ ਉਹਦੇ ਕੋਲੋਂ 31 ਗ੍ਰਾਮ ਹੈਰੋਇਨ ਮਿਲੀ ਸੀ। 31 ਗ੍ਰਾਮ, ਕੋਈ ਕਿਲੋ ਨਹੀਂ, ਕੋਈ ਕੁਆਂਟਲ ਨਹੀਂ, ਕੋਈ ਪੈਕਟ ਨਹੀਂ, ਕੋਈ ਲਿਫਾਫਾ ਨਹੀਂ, ਕੋਈ ਇੱਦਾਂ ਨਹੀਂ ਕਿ ਭਾਈ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਉਹਦੀ ਕੀਮਤ ਇੰਨੇ ਕਰੋੜ ਹੈ, ਸਿਰਫ 31 ਗ੍ਰਾਮ। ਤੇ ਔਰਤ ਨੂੰ ਸਜ਼ਾ ਦਿੱਤੀ ਗਈ ਫਾਂਸੀ ਦੀ। ਹੋਰ ਵੀ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਵਿਰੋਧ ਕੀਤਾ ਕਿ ਭਾਈ ਇੱਦਾਂ ਨਹੀਂ ਸੀ ਹੋਣਾ ਚਾਹੀਦਾ, ਕਿਸੇ ਮਨੁੱਖ ਦੀ ਜਾਨ ਲੈਣ ਦਾ ਦੂਜੇ ਨੂੰ ਹੱਕ ਨਹੀਂ। 20 ਸਾਲ ਪਹਿਲਾਂ ਇੱਕ ਔਰਤ ਨੂੰ ਉੱਥੇ ਫਾਂਸੀ ਦਿੱਤੀ ਗਈ ਸੀ ਤੇ ਉਹਦੇ ਪਿੱਛੇ ਵੀ ਕਾਰਨ ਨਸ਼ੀਲਾ ਪਦਾਰਥ ਸੀ। ਅਜੇ 4 ਦਿਨ ਪਹਿਲਾਂ ਇੱਕ 60 ਸਾਲ ਦੇ ਬੰਦੇ ਨੂੰ ਉੱਥੇ ਫਾਂਸੀ ਦਿੱਤੀ ਗਈ
ਉਹਦਾ ਕਾਰਨ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਸੀ ਤੇ ਉਹ ਵੀ 50 ਗ੍ਰਾਮ ਹੀ ਸੀ। ਹੁਣ ਸੰਧਾਲੀਆ ਸਾਹਿਬ ਪਿਛਲੇ 14 ਮਹੀਨਿਆਂ ਦੇ ਵਿੱਚ ਮੈਂ ਡਾਟਾ ਕੱਢ ਕੇ ਦੇਖਦਾ ਸੀ ਸਿੰਗਾਪੁਰ ਦਾ, ਪਿਛਲੇ 14 ਮਹੀਨਿਆਂ ਦੇ ਵਿੱਚ 15 ਬੰਦਿਆਂ ਨੂੰ ਫਾਂਸੀ ਦੇਤੀ ਤੇ ਉਹ 15 ਦੇ ਬੰਦੇ 15 ਨਸ਼ੀਲੇ ਪਦਾਰਥਾਂ ਦੀ ਤਸਕਰੀ ਸੀ ਤੇ ਬਹੁਤੀ ਵੱਡੀ ਖੇਪ ਕਿਸੇ ਕੋਲੋਂ ਨਹੀਂ ਸੀ। ਹੁਣ ਜਦੋਂ ਰੌਲਾ ਰੱਪਾ ਪਿਆ ਕਿ ਭਾਈ ਇਹ ਗੱਲ ਕੀ ਹੋਈ ਜਾਂਦੀ ਹੈ, ਕਿਉਂਕਿ ਬਹੁਤ ਥੋੜੇ ਦੇਸ਼ ਨੇ, ਈਰਾਨ ਹੈ, ਉੱਤਰੀ ਕੋਰੀਆ, ਚੀਨ ਹੈ, ਇਹ ਸਿੰਗਾਪੁਰ ਹੈ, ਜਿੱਥੇ ਨਸ਼ੇ ਦੀ ਤਸਕਰੀ ਨੂੰ, ਨਸ਼ੇ ਦੀ ਸਮਗਲਿੰਗ ਨੂੰ ਉਹ ਬਹੁਤ ਵੱਡਾ ਅਪਰਾਧ ਮੰਨਦੇ। ਉਹ ਕਹਿੰਦੇ ਜੀ ਤੁਸੀਂ ਸਾਡੀਆਂ ਪੀੜ੍ਹੀਆਂ ਤਬਾਹ ਕਰ ਦੇਣੀਆਂ, ਤੇ ਉਹ ਫਾਹ ਦੇ ਦਿੰਦੇ ਆ, ਫਾਂਸੀ ਦੇ ਦਿੰਦੇ ਆ। ਮਨੁੱਖੀ ਅਧਿਕਾਰ ਜਥੇਬੰਦੀਆਂ ਵਿਰੋਧ ਕਰਦੀਆਂ ਕਿ ਭਾਈ ਤੁਹਾਨੂੰ ਐ ਨਹੀਂ ਸੀ ਕਰਨਾ ਚਾਹੀਦਾ। ਇੱਕ ਚੀਜ਼ ਚੇਤਾ ਭੁੱਲ ਗਈ, ਅਪ੍ਰੈਲ 'ਚ ਭਾਰਤ ਦੇ ਸੂਬੇ ਤਾਮਿਲਨਾਡੂ ਦਾ ਇੱਕ ਬੰਦਾ, ਉਹਨੂੰ ਸਿੰਗਾਪੁਰ ਦੇ ਵਿੱਚ ਫਾਂਸੀ ਦਿੱਤੀ ਗਈ। ਹਾਲਾਂਕਿ ਉਹਦੇ ਤੋਂ ਬਾਅਦ ਬਹੁਤ ਚਰਚਾ ਚੱਲੀ ਕਿ ਉਹਨੂੰ ਕੱਲੀ ਤਮਿਲ ਆਉਂਦੀ ਸੀ, ਉਹਦੇ ਤੋਂ ਪੁੱਛ-ਗਿੱਛ ਇੰਗਲਿਸ਼ 'ਚ ਹੋਈ, ਉਹਨੂੰ ਸ਼ਾਇਦ ਬਹੁਤੀਆਂ ਚੀਜ਼ਾਂ ਸਮਝ ਨਹੀਂ ਆਈਆਂ। ਉਹਦੀ ਮਾਂ ਨੇ ਬੜੀ ਗੁਹਾਰ ਲਾਈ ਸੀ ਕਿ ਭਾਈ ਇੱਕ ਟਰਾਂਸਲੇਟਰ ਦੇ ਦਿੰਦੇ ਉਹਨੂੰ ਤਾਂ ਸ਼ਾਇਦ ਮੇਰਾ ਪੁੱਤ ਬਚ ਜਾਂਦਾ, ਪਰ ਉਹਨੇ ਫਾਂਸੀ ਦੇ ਦਿੱਤੀ। ਕਹਿੰਦੇ ਨਸ਼ੀਲੇ ਪਦਾਰਥਾਂ ਨਾਲ ਸਮਝੌਤਾ ਕੋਈ ਨਹੀਂ। ਹੁਣ ਸੰਧਾਲੀਆ ਸਾਹਿਬ ਸਿੰਗਾਪੁਰ ਦੀ ਸਰਕਾਰ ਇਹੀ ਕਹਿੰਦੀ, ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ ਕਿ ਅਸੀਂ ਇਹ ਸਜ਼ਾ ਘੱਟ ਨਹੀਂ ਕਰਨੀ, ਅਸੀਂ ਇਸ ਸਜ਼ਾ ਦੇ ਵਿੱਚ ਚਾਹੇ ਕਿਸੇ ਤੋਂ 1 ਗ੍ਰਾਮ ਫੜ ਹੋਇਆ ਚਾਹੇ ਕਿਲੋ ਫੜ ਹੋਇਆ ਸਾਡੇ ਲਈ ਬਰਾਬਰ ਹੈ। ਅਸੀਂ ਆਪਣੇ ਦੇਸ਼ ਦੇ ਵਿੱਚ ਨਸ਼ਾ ਨਹੀਂ ਜੇ ਚੱਲਣ ਦੇਣਾ। ਆਪਾਂ ਪੰਜਾਬ 'ਚ ਕਈ ਵਾਰੀ ਦੇਖਦੇ, ਮੈਂ ਫੇਰ ਕਹਿੰਦਾ, ਮੈਂ ਨਹੀਂ ਕਹਿੰਦਾ ਕਿਸੇ ਨੂੰ ਫਾਂਸੀ ਦੀ ਸਜ਼ਾ ਦਿਓ। ਕਈ ਵਾਰੀ ਬੰਦਾ ਫੜ ਹੁੰਦਾ 2 ਮਹੀਨੇ ਜ਼ਮਾਨਤ ਤੇ ਹੁੰਦਾ। ਕਿੰਨੇ ਪੰਜਾਬ ਦੇ ਵਿੱਚ ਨਸ਼ੇ ਦੇ ਤਸਕਰ ਉਹ ਫੜ ਹੋਏ ਆ ਜਿਹੜੇ ਪਹਿਲਾਂ ਤਸਕਰੀ ਕਰਦੇ ਆ, ਪੁਲਿਸ ਉਹਨਾਂ ਨੂੰ ਫੜਦੀ ਹੈ, ਉਹ ਜੇਲ੍ਹ ਜਾਂਦੇ ਆ, ਜ਼ਮਾਨਤ ਤੇ ਬਾਹਰ ਆਉਂਦੇ ਆ, 3 ਮਹੀਨੇ ਫਿਰ ਨਸ਼ਾ ਵੇਚਦੇ ਫੜ ਹੋ ਜਾਂਦੇ ਆ। ਹੁਣ ਇੱਕ ਪਾਸੇ ਤਾਂ ਇੱਕ ਬੰਦੇ ਦੀ ਜਾਨ ਜਾਂਦੀ ਹੈ, ਦੂਜੇ ਪਾਸੇ ਜੇ ਉਹ ਮਾੜੇ ਕੰਮ ਤੋਂ ਹਟਦੇ ਨਹੀਂ ਤਾਂ ਉਹ ਕਿੰਨੇ ਬੰਦਿਆਂ ਦੀ ਜਾਨ ਲੈ ਲੈਂਦੇ। ਚਰਚਾ ਚੱਲਣ ਲੱਗ ਪਈ ਹੈ ਕਿ ਕੀ ਭਾਰਤ ਦੇ ਵਿੱਚ ਇੰਨੀ ਜ਼ਿਆਦਾ ਤਾਂ ਨਹੀਂ, ਪਰ ਇਹਦੇ ਤੋਂ ਜਿਹੜੀ ਮੌਜੂਦਾ ਸਜ਼ਾ ਮਿਲਦੀ ਉਹ ਤੋਂ ਕੁਝ ਸਖਤੀ ਤਾਂ ਕਰਨੀ ਚਾਹੀਦੀ ਹੈ ਨਾ। ਮੈਨੂੰ ਲੱਗਦਾ ਹੈ ਤਾਂ ਇਹ ਡਿਬੇਟ ਦਾ ਵਿਸ਼ਾ। ਪਹਿਲੀ ਗੱਲ ਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਜਦੋਂ ਆਪਾਂ ਸ਼ਬਦ ਵਰਤਦੇ ਨਾ, ਉਹਨਾਂ ਦੀ ਹੋਂਦ ਦਾ ਹੋਣਾ ਜ਼ਰੂਰੀ ਹੈ ਜੀ, ਕਿਉਂਕਿ ਦੁਨੀਆ 'ਚ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਜੇ ਇਹੋ ਜਿਹੀਆਂ ਜਥੇਬੰਦੀਆਂ ਆਵਾਜ਼ ਨਾ ਚੁੱਕਣ ਤੇ ਕਈਆਂ ਥਾਵਾਂ ਦੇ ਉੱਪਰ ਧੱਕਾ ਹੋਵੇ, ਨੁਕਸਾਨ ਹੁੰਦਾ। ਪਰ ਮੈਨੂੰ ਲੱਗਦਾ ਹੁੰਦਾ ਵੀ ਉਹਨਾਂ ਨੂੰ ਵੀ ਜ਼ਰੂਰ ਇੱਕ ਲੀਕ ਤੇ ਖਿੱਚ ਕੇ ਰੱਖਣੀ ਪਊਗੀ ਨਾ ਵੀ ਯਾਰ ਜੇ ਆਪਾਂ ਕਿਸੇ ਦੇ ਲਈ ਡਿਮਾਂਡ ਕਰਦੇ ਵੀ ਇਹ ਨਹੀਂ ਹੋਣਾ ਚਾਹੀਦਾ। ਹੁਣ ਨਸ਼ਾ ਇਹ ਤੇ ਹੈ ਨਹੀਂ ਕਿ ਉੱਥੇ ਉਹਨੇ ਕਾਵਾਂ ਨੂੰ ਚੂਰੀ ਪਾਉਣੀ ਵੀ ਯਾਰ ਮੈਂ ਕਿਹੜਾ 31 ਗ੍ਰਾਮ ਦਾ ਕੁਝ ਕੀਤਾ, ਮੈਂ ਤੇ ਇੱਥੇ ਰੋਟੀ ਰਲਾ ਕੇ ਕਾਂ ਹੀ ਮਾਰਨੇ। ਦੇਣੀ ਤਾਂ ਕਿਸੇ ਨਾ ਕਿਸੇ ਬੰਦੇ ਨੂੰ ਸੀ ਨਾ ਉਹ ਪੁੜੀ ਨਸ਼ੇ ਵਾਲੀ। ਮਤਲਬ ਇਹ ਵੀ ਜੇ ਆਪਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਵੀ ਹਾਂਜੀ ਇਹ ਜਿਹੜਾ ਬੰਦਾ ਜਾਂ ਜਿਹੜੀ ਔਰਤ ਹੈ ਜਿਹਨੂੰ ਫਾਂਸੀ ਨਹੀਂ ਹੋਣੀ ਚਾਹੀਦੀ, ਜਿਹੜਾ ਕੰਮ ਉਹ ਕਰ ਰਿਹਾ ਕੀ ਉਹ ਮਨੁੱਖਤਾ ਦਾ ਘਾਣ ਨਹੀਂ ਹੈਗਾ? ਪਹਿਲਾ ਸਵਾਲ ਤਾਂ ਇਹੀ ਹੈ। ਇਹਦੇ ਤੇ ਜ਼ਰੂਰ ਇੱਕ ਲੀਕ ਖਿੱਚ ਕੇ ਰੱਖਣੀ ਚਾਹੀਦੀ ਵੀ ਹਾਂਜੀ ਕਿਸ ਹੱਦ ਤੱਕ ਆਪਾਂ ਜਿਹੜਾ ਉਹ ਇਸ ਚੀਜ਼ ਨੂੰ ਆਗਿਆ ਦੇ ਸਕਦੇ, ਕਿੱਦਾਂ ਨਹੀਂ ਦੇ ਸਕਦੇ। ਦੂਜੀ ਗੱਲ ਇਹ ਕਿ ਹੁਣ ਤੁਸੀਂ ਦੇਖੋ ਵੀ ਇੰਨੇ ਮਹੀਨਿਆਂ ਦੇ ਵਿੱਚ ਜੇ ਫਾਂਸੀ ਦੀ ਸਜ਼ਾ ਵੀ ਆ, ਉਹਦੇ ਬਾਵਜੂਦ ਵੀ ਘਟਨਾਵਾਂ ਘੱਟ ਨਹੀਂ ਰਹੀਆਂ। ਉਹਦੇ ਬਾਵਜੂਦ ਵੀ ਕੋਈ ਨਾ ਕੋਈ ਬੰਦਾ ਜਾਂ ਕੋਈ ਨਾ ਕੋਈ ਔਰਤ, ਕੋਈ ਨਾ ਕੋਈ ਸਮਗਲਰ ਫੜਿਆ ਹੀ ਜਾਂਦਾ। ਉਹਨਾਂ ਨੂੰ ਵਾਰ-ਵਾਰ ਉਹ ਸਾਰਾ ਕੰਮ ਕਰਨਾ ਪੈਂਦਾ ਤੇ ਉਸ ਤੋਂ ਬਾਅਦ ਫਾਂਸੀ ਦੇਣੀ ਪੈਂਦੀ। ਹੁਣ ਹੋ ਸਕਦਾ ਕੋਈ ਬੰਦਾ ਇਸ ਚੀਜ਼ ਦੇ ਵਿੱਚ ਵੀ ਡਿਬੇਟ 'ਚ ਪੈ ਜਾਵੇ ਵੀ ਯਾਰ ਜੇ ਫਾਂਸੀ ਦੀ ਸਜ਼ਾ ਦੇ ਨਾਲ ਹੀ ਰੁਕਦਾ ਹੋਵੇ ਤੇ ਉਹ ਤੇ ਫਿਰ ਜਦੋਂ ਅੱਜ ਤੋਂ 20 ਸਾਲ ਪਹਿਲਾਂ ਕਿਸੇ ਨੂੰ ਦਿੱਤੀ ਹੋਣੀ ਫਾਂਸੀ, ਉਦੋਂ ਬਾਅਦ ਨਸ਼ਾ ਆਵੇ ਹੀ ਨਾ। ਮੈਨੂੰ ਲੱਗਦਾ ਹੁੰਦਾ ਕਿ ਇਹਨਾਂ ਚੀਜ਼ਾਂ ਦੇ ਵਿੱਚ ਪ੍ਰਚਾਰ ਦੀ ਕਮੀ ਹੁੰਦੀ ਹੈ। ਜੇ ਹੋ ਸਕਦਾ 20 ਜਾਂ 30 ਸਾਲ ਪਹਿਲਾਂ ਜਿਹਨੂੰ ਫਾਂਸੀ ਦਿੱਤੀ ਸੀਗੀ ਉਹਦਾ ਪ੍ਰਚਾਰ ਠੋਕ ਕੇ ਉਦੋਂ ਤੋਂ ਲੈ ਕੇ ਹੁਣ ਤੱਕ ਕੀਤਾ ਹੁੰਦਾ। ਵੈਸੇ ਹੀ ਕਿਤੇ ਮੰਨ ਲਓ ਚੌਂਕ ਚਰਾਏ ਇੱਧਰ ਉੱਧਰ ਪਬਲਿਕ ਥਾਵਾਂ ਦੇ ਉੱਪਰ ਫੋਟੋਆਂ ਲੱਗੀਆਂ ਹੋਣ ਜੀ ਆਹ 20 ਬੰਦੇ ਕੌਣ ਸੀ, ਇਹਨਾਂ ਨੂੰ ਕਿਉਂ ਕਦੋਂ ਫਾਂਸੀ ਦਿੱਤੀ, ਕਿਉਂਕਿ ਇਹਨਾਂ ਨੇ ਆਹ ਕੰਮ ਕੀਤਾ ਹੈ। ਕਿਸੇ ਵੇਲੇ ਇਹ ਹੁੰਦਾ ਵੀ ਬੰਦੇ ਉਹ ਜਦੋਂ ਇਸ ਕੰਮ ਦੇ ਵਿੱਚ ਪੈ ਜਾਂਦੇ ਉਦੋਂ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੈਂ ਇਸ ਕੰਮ ਦੀ ਸਜ਼ਾ ਕੀ ਹੋ ਸਕਦੀ। ਉਹ ਤਾਂ ਜਦੋਂ ਬੰਦਾ ਫਸ ਜਾਂਦਾ ਫਿਰ ਉਹਨੂੰ ਆਹ ਗੱਲ ਹੁੰਦੀ ਵੀ ਹੁਣ ਮੇਰੇ ਨਾਲ ਆਹ ਕੁਛ ਹੋਣਾ। ਰਹੀ ਗੱਲ ਪੰਜਾਬ ਦੀ, ਇੱਥੇ ਮੈਨੂੰ ਲੱਗਦਾ ਹੈ ਕਿ ਵੀ ਜੇ ਇਹੋ ਜਿਹੀ ਸਜ਼ਾ ਹੋ ਜਾਵੇ, ਬਾਕੀ ਚਲੋ ਟਿੱਪਣੀਆਂ ਕਰ ਦੇਣਗੇ ਆਪਣੇ ਪਰਿਵਾਰ ਦੇ ਮੈਂਬਰ, ਉਹਦੇ ਨਾਲ ਮੈਨੂੰ ਲੱਗਦਾ ਨਸ਼ਾ ਭਾਵੇਂ ਰੁਕੇ ਭਾਵੇਂ ਨਾ ਰੁਕੇ ਪਰ ਕਰਪਸ਼ਨ ਹੋਰ ਵੱਧ ਜਾਣੀ। ਕਿਉਂਕਿ ਆਪਣੇ ਤਾਂ ਇਹੀ ਕੰਮ ਹੈ। ਉਦਾਹਰਨ ਦਿੰਦਾ ਮੈਂ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਜਦੋਂ ਕੇਂਦਰ ਸਰਕਾਰ ਨੇ ਜੁਰਮਾਨੇ ਵਧਾਏ ਆ ਵੀ ਹੁਣ ਜੇ ਇੰਸ਼ੋਰੈਂਸ ਨਾ ਹੋਈ, ਹੈਲਮਟ ਨਾ ਪਾਇਆ ਹੋਇਆ, ਕੋਈ ਸ਼ਰਾਬ ਪੀਂਦਾ ਗੱਡੀ ਚਲਾਉਂਦਾ ਫੜਿਆ ਗਿਆ ਤੇ ਕਈ ਗੁਣਾ ਵੱਧ ਜੁਰਮਾਨੇ, ਉਦੋਂ ਦਾ ਇਹ ਅਕਸਰ ਰੌਲਾ ਪੈਂਦਾ ਵੀ ਯਾਰ ਪਹਿਲਾਂ ਤੇ ਥੋੜ੍ਹਿਆਂ ਨਾਲ ਸਰ ਜਾਂਦਾ, ਇਹ ਹੁਣ ਅਗਲਾ ਵੱਧ ਕਹਿੰਦਾ ਵੀ ਜਾਂ 10,000 ਦੇ ਦੇ ਜਾਂ ਫਿਰ 2,000 ਦੇਣਾ ਪੈਣਾ ਹੀ। ਤੇ ਜਦੋਂ ਅਗਲੇ ਨੂੰ ਪਤਾ ਹੈ ਵੀ ਜੁਰਮਾਨਾ ਹੀ 1500, ਉਦੋਂ 100 'ਚ ਸਰ ਜਾਂਦਾ ਹੈ। ਹੁਣ ਮਤਲਬ ਇਹ ਹੋ ਗਿਆ ਵੀ ਜੇ ਸਜ਼ਾ ਹੁਣ ਤੇ ਅਗਲੇ ਨੂੰ ਪਤਾ ਵੀ 2 ਮਹੀਨੇ ਨਹੀਂ, 6 ਮਹੀਨੇ ਨਹੀਂ, ਸਾਲ ਨਹੀਂ, 2 ਨਹੀਂ, 3 ਸਾਲ ਅੰਦਰ ਲਾ ਕੇ ਆਊਂਗਾ, ਤੇ ਜਦੋਂ ਅਗਲੇ ਜਾਵੇ ਵੀ ਇਹ ਤਾਂ ਹੁਣ ਫੜਿਆ ਗਿਆ, ਇਹ ਤਾਂ ਹੁਣ ਮੁੰਡਾ ਤੁਹਾਡਾ ਫਾਹੀ ਟੰਗਣਾ, ਤੇ ਅਗਲੇ ਭਾਈ ਉਹ ਜਿਹੜੇ ਮਾਂ ਪਿਓ ਹੋਣਗੇ ਉਹਨਾਂ ਦੇ ਪੈਰੀਂ ਡਿੱਗਣਾ ਵੀ ਠੰਡਦਾਰ ਸਾਹਿਬ ਸਭ ਕੁਝ ਲਿਖਾ ਲਓ ਸਾਡੇ ਕੋਲੋਂ, ਸਾਡਾ ਪੁੱਤ ਨਾ ਫਾਹੀ ਦੇ ਦਿਓਗੇ। ਤੇ ਇਹ ਵੀ ਇੱਕ ਕਾਰਨ ਹੈਗਾ ਵੀ ਜੇ ਸਿੰਗਾਪੁਰ ਉਸ ਪਾਸੇ ਫਾਂਸੀ ਦੀ ਸਜ਼ਾ ਰੱਖਦਾ ਤੇ ਨਾਲ ਮੈਨੂੰ ਲੱਗਦਾ ਸਿੰਗਾਪੁਰ ਦਾ ਉਹ ਸਿਸਟਮ ਵੀ ਪ੍ਰਚਾਰਨਾ ਚਾਹੀਦਾ ਵੀ ਕਰਪਸ਼ਨ ਤੇ ਉਹ ਕੀ ਕਰਦੇ ਨੇ। ਮੈਨੂੰ ਲੱਗਦਾ ਵੀ ਉਹਦੇ ਵਿੱਚ ਵੀ ਜ਼ਰੂਰ ਲੀਕ ਖਿੱਚ ਲੈਣੀ ਚਾਹੀਦੀ ਵੀ ਜੇ ਕਰਪਸ਼ਨ ਵਾਲਾ ਫੜਿਆ ਗਿਆ ਇਸ ਮਾਮਲੇ ਦੇ ਵਿੱਚ ਤੇ ਉਹਦੀ ਵੀ ਨਾਲ ਰਸਾ ਉਹਦਾ ਵੀ ਵੱਟ ਕੇ ਰੱਖ ਲੈਣ ਵੀ ਵੀਰ ਮੇਰਾ ਤੈਨੂੰ ਵੀ ਇਸੇ ਰਾਏ ਤੋਰ ਦਾਂਗੇ, ਫਿਰ ਭਾਵੇਂ ਆਪਣੇ ਨਾਲੋਂ ਅਗਲਾ ਜੇ। ਬਹੁਤ ਜ਼ਰੂਰੀ ਹੈ। 3 ਦਿਨ ਪੰਜਾਬ ਦੇ ਲੋਕ ਪੁੱਠੇ ਟੰਗ ਹੋਏ ਰਹੇ ਜਦੋਂ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਹੜਤਾਲ ਕੀਤੀ ਸੀ, ਨਾਲ ਡੀਸੀ ਦਫ਼ਤਰਾਂ ਦਾ ਹਮਲਾ ਫੈਲਾ। ਦੇਖੋ ਜੇ ਤਾਂ ਧੱਕਾ ਹੋਇਆ, ਗਲਤ ਹੋਇਆ ਤੇ ਉੱਥੇ ਤਾਂ ਉਹਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ। ਪਰ ਜਿੱਥੇ
ਸਮੱਸਿਆ ਇਹ ਹੋ ਜਾਂਦੀ ਆ ਕਿ ਭਾਈ ਲੋਕਾਂ ਦੇ ਕੰਮ ਨਹੀਂ ਹੁੰਦੇ, ਫਿਰ ਉੱਥੇ ਲੋਕਾਂ ਦਾ ਹੱਕ ਵੀ ਦੇਖਣਾ ਪੈਂਦਾ। ਹੁਣ ਹੜਤਾਲ ਖਤਮ ਹੋ ਗਈ, MLA ਰੋਪੜ ਨੇ ਉਹ ਵੀਡੀਓ ਬਣਾ ਕੇ ਜਾਰੀ ਕਰ ਦਿੱਤੀ, ਜਥੇਬੰਦੀਆਂ ਸੰਤੁਸ਼ਟ ਹੋ ਗਈਆਂ, ਤਹਿਸੀਲਾਂ ਦੇ ਵਿੱਚ ਰਜਿਸਟਰੀਆਂ ਤੇ ਨਾਲ ਦੀ ਨਾਲ ਸਰਟੀਫਿਕੇਟਾਂ ਦੇ ਕੰਮ ਦੁਬਾਰਾ ਜਿਹੜੇ ਸੰਧਾਲੀਆ ਸਾਹਿਬ ਸ਼ੁਰੂ ਹੋ ਗਿਆ। ਚੰਗਾ ਹੋਇਆ, ਲੋਕ ਕਤਾਰਾਂ 'ਚ ਖੜੇ ਆ। ਪਰ ਹੁਣ ਉਦੋਂ ਵੀ ਆਪਾਂ ਬੇਨਤੀ ਕੀਤੀ ਸੀ 2 ਤਰੀਕਿਆਂ ਦੇ ਨਾਲ ਕਿ ਜਥੇਬੰਦੀਆਂ ਦਾ ਹੋਣਾ, ਦਬਾਅ ਸਮੂਹ ਦਾ ਹੋਣਾ ਬਹੁਤ ਜ਼ਰੂਰੀ ਹੈ ਲੋਕਤੰਤਰ ਦੇ ਵਿੱਚ, ਖਾਸ ਤੌਰ ਦੇ ਉੱਤੇ ਕਰਮਚਾਰੀ ਜਥੇਬੰਦੀਆਂ ਤਾਂ ਹੋਣੀਆਂ ਚਾਹੀਦੀਆਂ ਉਹਨਾਂ ਦੇ ਹੱਕਾਂ ਦੇ ਲਈ। ਪਰ ਉਹ ਕਰਮਚਾਰੀ ਜਥੇਬੰਦੀਆਂ ਜਿਨ੍ਹਾਂ ਨੂੰ ਐ ਲੱਗਦਾ ਕਿ ਭਾਈ ਸਾਡੇ ਹੱਕਾਂ ਤੇ ਡਾਕਾ ਮਾਰਿਆ, ਜੇ ਉਹਨਾਂ ਦੇ ਵਿੱਚੋਂ ਕੋਈ ਬੰਦਾ ਆਮ ਲੋਕਾਂ ਦੇ ਹੱਕ ਤੇ ਡਾਕਾ ਮਾਰੇ ਤਾਂ ਫਿਰ ਉੱਥੇ ਵੀ ਮੈਨੂੰ ਲੱਗਦਾ ਜਥੇਬੰਦੀਆਂ ਨੂੰ ਮੁਸਤੈਦ ਹੋਣਾ ਚਾਹੀਦਾ। ਅਸੀਂ ਤੇ ਇਹ ਵੀ ਬੇਨਤੀ ਕਰਾਂਗੇ ਕਿ ਤੁਸੀਂ ਆਪਣੇ ਜਥੇਬੰਦੀਆਂ ਵੱਲੋਂ ਜਦੋਂ ਹੜਤਾਲ ਕਰਦੇ ਹੋ, ਪੋਸਟਰ ਲਾਉਂਦੇ ਹੋ, ਸਭ ਕੁਝ ਕਰਦੇ ਹੋ, ਇੱਕ ਪੋਸਟਰ ਤਹਿਸੀਲਾਂ ਦੇ ਵਿੱਚ, DC ਦਫ਼ਤਰਾਂ ਦੇ ਵਿੱਚ ਇਹ ਵੀ ਲਾ ਦਿਓ ਕਿ ਜੇ ਸਾਡੀ ਜਥੇਬੰਦੀ ਦਾ ਕੋਈ ਬੰਦਾ, ਕੋਈ ਕਲਰਕ, ਕੋਈ ਕੁਛ ਵੀ ਹੋਵੇ, ਉਹ ਤੁਹਾਡੇ ਤੋਂ ਪੈਸੇ ਧੇਲੇ ਮੰਗਦਾ ਜਾਂ ਤੁਹਾਡੀਆਂ ਫਾਈਲਾਂ ਰੋਕਦਾ, ਤੁਸੀਂ ਸਾਨੂੰ ਵੀ ਦੱਸ ਦਿਓ, ਅਸੀਂ ਇਦਾਂ ਦਾ ਬੰਦਾ ਨਹੀਂ ਆਪਣੀ ਜਥੇਬੰਦੀ 'ਚ ਰੱਖਣਾ। ਪਰ ਬਹੁਤਾ ਕਦੇ ਦੇਖਿਆ ਦੁੱਖਿਆ ਨਹੀਂ। ਹੁਣ ਚੱਲਦੀ ਹੜਤਾਲ ਦੇ ਵਿੱਚ ਹੀ ਜਲੰਧਰ ਜ਼ਿਲ੍ਹੇ ਦੇ ਵਿੱਚ ਇੱਕ ਪਟਵਾਰੀ ਸਾਹਿਬ ਫੜ ਹੋ ਗਿਆ ਸੀ, 80 ਰੁਪਈਆਂ ਦਾ ਕੰਮ 1500 'ਚ ਕਰਦੇ। ਹੁਣ ਨਕੋਦਰ ਤਹਿਸੀਲ ਦਾ ਇੱਕ ਜਿਹੜਾ ਰਜਿਸਟਰੀ ਕਲਰਕ ਹੈ ਸੰਧਾਲੀਆ ਸਾਹਿਬ, ਉਹਦੇ ਕੋਲੇ ਕੋਈ ਬੰਦਾ ਗਿਆ ਹੋਊਗਾ ਕਿ ਮੈਂ ਜੀ ਇਨਕਮ ਆਮਦਨ ਸਰਟੀਫਿਕੇਟ ਬਣਾਉਣਾ, ਪ੍ਰਮਾਣ ਪੱਤਰ ਆਮਦਨ ਦਾ, ਤੇ ਇੱਕ ਦੋ ਵਾਰੀ ਟਰਕਾਇਆ ਹੋਊਗਾ, ਫਿਰ ਕਹਿੰਦੇ ਰੁਪਈਆ ਸਿਰਫ 10,000 ਲੱਗੇਗਾ। ਹੁਣ ਰੁਪਈਆ 10,000 ਲੱਗੂਗਾ, ਉਹ ਬੰਦੇ ਨੇ ਚਲੋ 6,000 'ਚ ਟੁੱਕ ਲਈ ਹੋਣੀ ਗੱਲ ਕਿ ਚਲੋ ਥੋੜ੍ਹਾ ਜਿਹਾ ਘਟਾਓ ਜੀ, ਇੰਨੇ ਪੈਸੇ ਕਿੱਥੇ, ਜੇ ਇੰਨੇ ਪੈਸੇ ਹੁੰਦੇ ਆਮਦਨ ਸਰਟੀਫਿਕੇਟ ਬਣਾਉਣਾ ਸੀ। ਉਹਨੇ ਜਾ ਕੇ ਵਿਜੀਲੈਂਸ ਨੂੰ ਦੱਸਦਾ ਜੀ ਮੈਂ ਤੰਗ ਬੜਾ, ਮੇਰੇ ਕੋਲ ਰੁਪਈਆ 10,000 ਮੰਗਦੇ, ਮੈਂ 6,000 'ਚ ਗੱਲ ਟੁੱਕ ਲਈ ਹੈ। ਵਿਜੀਲੈਂਸ ਵਾਲਿਆਂ ਨੇ ਪਹਿਲਾਂ ਵੈਰੀਫਾਈ ਕੀਤਾ ਵੀ ਗੱਲ ਤਾਂ ਠੀਕ ਲੱਗਦੀ ਹੈ, ਫਿਰ ਉਹਨਾਂ ਨੇ ਉਹ ਕੈਮੀਕਲ ਦੇ ਵਿੱਚ ਭਿਉਂ ਕੇ ਨੋਟ ਜਿਹੜੇ ਦਿੰਦੇ ਹੁੰਦੇ ਆ ਉਹ ਦੇ ਦਿੱਤੇ ਕਿ ਭਾਈ ਜਦੋਂ ਹੱਥ ਫੜੂਗਾ ਫਿਰ ਆਪੇ ਰੰਗ ਲਾਲ ਹੋ ਜਾਣੇ, ਜਦੋਂ ਮੁੜ ਕੇ ਪਾਣੀ 'ਚ ਪਵਾਵਾਂਗੇ। ਉਹ ਬੰਦਾ ਲੈ ਗਿਆ, ਕਲਰਕ ਸਾਹਿਬ ਨੇ 6,000 ਰੁਪਈਆ ਗਿਣ ਕੇ ਜੇਬ 'ਚ ਪਾ ਲਿਆ, ਉੱਪਰੋਂ ਵਿਜੀਲੈਂਸ ਵਾਲੇ ਆ ਗਿਆ, ਫੜ ਲਿਆ, ਨੋਟ ਜੇਬ 'ਚੋਂ ਨਿਕਲੇ, ਹੱਥ ਧੋਏ ਤਾਂ ਲਾਲ ਹੋ ਗਏ, ਰੰਗ ਆ ਗਿਆ ਹੱਥ ਦੇ ਉੱਤੇ। ਹੁਣ ਸਵਾਲ ਸੰਧਾਲੀਆ ਸਾਹਿਬ ਇਹ ਪੈਦਾ ਹੁੰਦਾ ਕਿ ਜਦੋਂ ਆਮ ਲੋਕ ਤੰਗ ਹੁੰਦੇ ਆ ਤੇ ਉਦੋਂ ਫਿਰ ਜਥੇਬੰਦੀਆਂ ਚੁੱਪ ਨਹੀਂ ਰਹਿ ਸਕਦੀਆਂ। ਤੁਸੀਂ ਜ਼ਰੂਰ ਹੀਲਾ ਕਰੋ, ਤੁਹਾਨੂੰ ਤਨਖਾਹਾਂ ਮਿਲਦੀਆਂ ਨੇ ਮੋਟੀਆਂ, ਆਮ ਲੋਕ ਤਾਂ ਤੰਗ ਹੈ। ਹੁਣ ਸੰਧਾਲੀਆ ਸਾਹਿਬ, ਕਈ ਇਮਾਨਦਾਰ ਬੰਦੇ ਵੀ ਬੜੇ ਇਹਨਾਂ 'ਚ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਮੈਨੂੰ ਇੱਕ ਵਾਰੀ ਯਾਦ ਹੈ ਕਿ ਇੱਕ ਵਾਰੀ ਕੋਈ ਨੌਕਰੀਆਂ ਨਿਕਲ ਆਈਆਂ, ਬੱਚਿਆਂ ਨੇ ਦਾਖਲੇ ਲੈਣੇ ਸੀਗੇ, ਕਈ ਵਾਰੀ ਹੁੰਦਾ ਕਿ ਵਜ਼ੀਫੇ ਮਿਲਦੇ, ਆਖਰੀ ਮੌਕੇ ਤੇ ਤਰੀਕ ਪਤਾ ਲੱਗਦੀ ਹੈ, ਸਰਟੀਫਿਕੇਟ ਬਣਾਉਣੇ ਹੁੰਦੇ ਆ। ਉਹ ਕਲਰਕ ਸਾਹਿਬ ਸੀ ਤੇ ਉਹਨਾਂ ਦੇ ਹੈੱਡ ਸਾਹਿਬ, ਉਹ 1.5 ਘੰਟਾ ਡਿਊਟੀ ਟਾਈਮ ਤੋਂ ਬਾਅਦ ਵੀ ਬੈਠੇ ਰਹੇ, ਕੋਈ ਗੱਲ ਨਹੀਂ ਯਾਰ ਵੀ ਨਿਆਣਿਆਂ ਦਾ ਭਲਾ ਹੋ ਜੂ, ਸਾਡਾ ਕੀ ਆ 1.5 ਘੰਟਾ ਲੇਟ ਜਾ ਕੇ ਰੋਟੀ ਖਾਣੀ, ਘਰੇ ਹੀ ਜਾਣਾ, ਸਰਟੀਫਿਕੇਟ ਬਣਾ ਕੇ ਦਿੱਤੇ। ਪਰ ਇਦਾਂ ਦੇ ਵੀ ਬਥੇਰੇ ਆ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਹੁਣ ਤਾਂ ਇਹ ਆਏ ਭਾਈ ਲੱਥ ਥੱਲੇ ਦੀ ਕੱਢਣੇ ਆ, ਹੁਣ ਤਾਂ ਪਤਾ ਜੇ ਕੱਲ ਤੱਕ ਸਰਟੀਫਿਕੇਟ ਨਾ ਦਿੱਤਾ ਇਹਨਾਂ ਦਾ ਕੰਮ ਨਹੀਂ ਹੋਣਾ, ਹੁਣ ਤਾਂ 10,000 ਮੰਗੀਏ 10,000 ਦੇਣਗੇ, 15,000 ਮੰਗੀਏ 15,000 ਦੇਣਗੇ। ਇੱਕ ਤਾਂ ਭਾਈ ਇਹਨਾਂ ਨੂੰ ਸਜ਼ਾ ਦਿਓ ਸਖਤ। ਦੂਸਰਾ, ਅਸੀਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਲੋਕਾਂ ਦੀ ਹਮਦਰਦੀ ਵੀ ਤੁਹਾਡੇ ਨਾਲ ਹੋਊਗੀ, ਤੁਹਾਨੂੰ ਹੜਤਾਲਾਂ ਕਰਨ ਦੀ ਲੋੜ ਨਾ ਪਊਗੀ, ਲੋਕਾਂ ਦੇ ਦਬਾਅ ਕਰਕੇ ਤੁਹਾਨੂੰ ਤੁਹਾਡੇ ਹੱਕ ਮਿਲ ਜਾਣਗੇ। ਪਰ ਜਿਹੜੇ ਤੁਹਾਡੇ ਅੰਦਰ ਵੀ, ਤੁਹਾਡੀ ਦਾਲ ਦੇ ਅੰਦਰ ਵੀ ਕੋਕੜੂ ਤੁਰੇ ਫਿਰਦੇ ਨਾ, ਉਹ ਕੱਢ ਕੇ ਪਹਿਲਾਂ ਬਾਹਰ ਰੱਖ ਦਿਓ। ਮੈਨੂੰ ਲੱਗਦਾ ਹੁੰਦਾ ਵੀ ਇਹਦੇ 'ਤੇ ਨਾ ਸਰਕਾਰਾਂ, ਚਲੋ ਕੇਂਦਰ ਸਰਕਾਰ ਦੇ ਅਖਤਿਆਰ 'ਚ ਉਹ ਕਰ ਲੈ, ਜੋ ਰਾਜਾਂ ਦੇ ਅਖਤਿਆਰ 'ਚ ਉਹ ਕਰ ਲੈਣ। ਜਿਹੜੇ ਗੈਰ ਜ਼ਰੂਰੀ ਜੇ ਕੰਮ ਹੈ ਨਾ, ਹਾਂਜੀ, ਇਹਨਾਂ ਬਾਰੇ ਵੀ ਸੋਚਣਾ ਚਾਹੀਦਾ। ਹੁਣ ਮੰਨ ਲਓ ਬੰਦੇ ਦੀ ਆਮਦਨ ਹੈ ਨਹੀਂ, ਉਹਦਾ ਸਰਟੀਫਿਕੇਟ ਵੀ ਉਹਨੂੰ ਆਮਦਨ ਇੱਧਰੋਂ ਉੱਧਰੋਂ ਇਕੱਠੀ ਕਰਕੇ ਤੇ ਜਾ ਕੇ ਚੜਾ ਕੇ ਤੇ ਫਿਰ ਲੈਣਾ ਪੈਂਦਾ। ਕੋਈ ਸਿਸਟਮ ਕੇ ਬਾਹਰਲੇ ਬੰਦੇ ਨਾਲ ਗੱਲ ਕਰਕੇ ਵੇਖੋ ਜਿਹਨੂੰ ਇਹਦੇ ਬਾਰੇ ਨਹੀਂ ਪਤਾ ਵੀ ਭਾਜੀ ਇਹ ਮੰਨ ਲਓ ਪਰਮਵੀਰ ਸਿੰਘ ਬਾਠ ਆ, ਇਹ ਮੈਂ ਮੰਨ ਲਓ ਵੀ ਮੈਂ ਸਹੀ ਮਾਰਨੀ ਆ, ਮੈਂ ਦੱਸਾਂਗਾ ਵੀ ਇਸ ਬੰਦੇ ਦੇ ਕੋਲੇ ਪੈਸੇ ਹੈ ਨਹੀਂਗੇ, ਪਰ ਮੈਂ ਦੱਸਾਂਗਾ ਤਾਂ ਜੇ ਮੈਨੂੰ ਇਹ ਪੈਸੇ ਦੇਊਗਾ। ਕੁਝ ਕਿਸੇ ਤੀਜੇ ਬੰਦੇ ਨੂੰ ਸਮਝਾਓ, ਅਗਲਾ ਹੱਸੂ ਨਾ ਤੁਹਾਡੇ ਤੇ ਵੀ ਇਹ ਕਿਹੜਾ ਸਿਸਟਮ ਬਣਾਈ ਬੈਠੇ ਤੁਸੀਂ ਬਈ। ਵੀ ਯਾਰ ਜੇ ਆਪਾਂ ਮੁਲਕ ਦੇ ਵਿੱਚ ਵੈਸੇ ਹੀ ਗੱਲ ਕਰਦੇ ਹਾਂ ਵੀ ਉਹਦਾ ਆਧਾਰ ਕਾਰਡ ਆ, ਉਹਦਾ ਵੋਟਰ ਕਾਰਡ ਆ, ਉਹਦਾ ਬੈਂਕ ਖਾਤਾ, ਉਹਦਾ ਪੈਨ ਕਾਰਡ ਹੈ, ਉਹ ਆਪਸ ਦੇ ਵਿੱਚ ਲਿੰਕਡ ਨੇ। ਵੈਸੇ ਤੁਸੀਂ ਕਹਿ ਦਿੰਦੇ ਵੀ ਡਿਜੀਟਾਈਜੇਸ਼ਨ ਕਰ ਦਿੱਤੀ, ਰੁਪਈਆ ਇੱਧਰੋਂ ਉੱਧਰ ਜਾਂਦਾ ਤਾਂ ਵੀ ਦਿਸਦਾ, ਉੱਧਰੋਂ ਉੱਧਰ ਜਾਂਦਾ ਤਾਂ ਵੀ ਦਿਸਦਾ। ਇਹ ਕੋਈ ਸਿਸਟਮ ਨਹੀਂ ਹੈਗਾ ਆਨਲਾਈਨ ਕੱਢਿਆ ਨਹੀਂ ਜਾ ਸਕਦਾ ਵੀ ਹਾਂ ਵੀਰ ਮੇਰਾ ਵੈਸੇ ਹੀ ਪਤਾ ਲੱਗ ਜੇ ਵੀ ਇਹ ਕਿੰਨੀ ਕੁ ਔਕਾਤ ਦਾ ਮਾਲਕ ਹੈ ਵਿਚਾਰਾ, ਵੀ ਇਹਦੀ ਆਮਦਨ ਹੈ ਵੀ ਹੈ ਕਿ ਨਹੀਂ ਹੈ। ਵੀ ਆਹ ਜਿਹੜੇ ਇਹੋ ਜਿਹੇ ਕਈਆਂ ਨੂੰ ਹੁੰਦਾ ਵੀ ਫਲਾਣੇ, ਬਾਕੀ ਚਲੋ ਠੀਕ ਆ, ਕਾਗਜ਼ ਸਾਰੇ ਪੂਰੇ, ਹਲਫੀਆ ਬਿਆਨ ਨਹੀਂ ਤੁਹਾਡਾ ਉਹ ਤੁਸੀਂ ਬਣਵਾ ਕੇ ਲੈ ਕੇ ਆਓ। ਉਹ ਬੰਦਾ ਉੱਥੇ ਜਾਂਦਾ, ਉੱਥੇ ਟਿਕ ਕਰਾਉਂਦਾ, 5-4 ਸਟਿੱਕਰ ਜੇ ਲਾਉਂਦਾ, ਉੱਥੇ ਕੁਛ ਉਹਨੂੰ ਦਿੰਦਾ, ਕੁਛ ਕਿਸੇ ਹੋਰ ਨੂੰ ਚੜਾਵਾ ਚੜ੍ਹਦਾ, ਫਿਰ ਉਹ ਕਾਗਜ਼ ਦੇ ਟੁਕੜੇ ਤੇ ਲਿਖ ਕੇ ਦੱਸਦਾ 5 ਗੱਲਾਂ ਵੀ ਮੇਰਾ ਨਾਂ ਫਲਾਨਾ, ਮੇਰੇ ਪਿਓ ਦਾ ਨਾਂ ਫਲਾਨਾ, ਮੈਂ ਫਲਾਣੇ ਪਿੰਡ ਦਾ ਵਾਸੀ, ਤੇ ਮੈਂ ਕਿਸੇ ਆਹ ਕੰਮ ਨਹੀਂ ਕੀਤਾ, ਮੈਂ ਆਹ ਨਹੀਂ ਕੀਤਾ, ਆਹ ਨਹੀਂ ਕੀਤਾ। ਉਹ ਯਾਰ ਜੇ ਲਿਖ ਕੇ ਕਾਰਨ ਤਾਂ ਇਹੋ ਹੀ ਹੁੰਦਾ ਨਾ ਵੀ ਇਹ ਬੰਦੇ ਨੇ ਝੂਠ ਨਹੀਂ ਮਾਰਨਾ, ਤੇ ਯਾਰ ਉਹਦੇ ਬੰਦੇ ਦੀ ਜ਼ਬਾਨ ਤੇ ਯਕੀਨ ਕਰ ਲਓ, ਉਹਨੂੰ ਖੱਜਲ ਜ਼ਰੂਰ ਕਰਨਾ। ਆਹ ਜਿਹੜੀਆਂ ਮੈਨੂੰ ਲੱਗਦਾ ਹੁੰਦਾ ਕਈ ਗੈਰ ਜ਼ਰੂਰੀ ਚੀਜ਼ਾਂ ਨੇ, ਇਹਨਾਂ ਬਾਰੇ ਵੀ ਸਰਕਾਰਾਂ ਸੋਚ ਲੈਣ ਵੀ ਕੀ ਇਹ ਸਾਰੇ ਸਿਸਟਮ ਦੀ ਲੋੜ ਹੈਗੀ ਹੈ। ਜ਼ਰੂਰੀ ਹੈ ਸੰਧਾਲੀਆ ਸਾਹਿਬ। ਅਸੀਂ ਬੜੀ ਵਾਰੀ, ਮੈਨੂੰ ਲੱਗਦਾ ਕਿ 15 ਸਾਲ ਤੋਂ ਪੰਜਾਬ ਦੇ ਵਿੱਚ ਇਹ ਵਾਅਦੇ ਸੁਣੇ ਜੀ ਅਸੀਂ ਕੱਚਿਆਂ ਨੂੰ ਪੱਕੇ ਕਰ ਦੇਣਾ। ਚੰਨੀ ਸਾਹਿਬ ਨੇ ਕਿਹਾ, ਕੈਪਟਨ ਸਾਹਿਬ ਨੇ ਕਿਹਾ, ਬਾਦਲ ਸਾਹਿਬ ਨੇ ਕਿਹਾ, ਭਗਵੰਤ ਮਾਨ ਸਾਹਿਬ ਨੇ ਕਿਹਾ, ਹੋਏ ਹਾਏ ਨਾ ਬੰਦੇ।
ਉਹ ਕੱਚੇ ਦੇ ਕੱਚੇ ਪਕੌੜੇ ਕੱਚੇ ਕਰਕੇ ਟੋਕਰੇ 'ਚ ਪਾ ਕੇ ਰੱਖੇ ਹੁੰਦੇ ਨਾ, ਪਤਾ ਹੁੰਦਾ ਸਾਰਿਆਂ ਨੂੰ ਪਕੌੜੇ ਆ ਪਰ ਚੱਕਦਾ ਕੋਈ ਨਹੀਂ। ਉੱਦਾਂ ਹੀ ਸਾਡੇ ਮਾਣਮੱਤੇ ਅਧਿਆਪਕ ਯੋਗਤਾ ਪੂਰੀ ਕੁਆਲੀਫਾਈਡ 15 ਸਾਲਾਂ ਤੋਂ ਪੜ੍ਹਾਈ ਜਾਂਦੇ ਆ। ਭਗਵੰਤ ਮਾਨ ਸਾਹਿਬ ਹੋਰਾਂ ਨੇ ਇੱਕ ਸਮਾਗਮ ਕੀਤਾ ਤੇ ਸਮਾਗਮ ਕਰਕੇ ਕਿਹਾ ਕਿ 12,710 ਬੰਦੇ ਅਸੀਂ ਪੱਕੇ ਕਰ ਦਿੱਤੇ, 58 ਸਾਲ ਦੀ ਉਮਰ ਤੱਕ ਇਹਨਾਂ ਦੀ ਨੌਕਰੀ ਨੂੰ ਖਤਰਾ ਕੋਈ ਨਹੀਂ। ਜੇ ਉਹ ਪੱਕੇ ਕਰ ਦਿੱਤੇ ਆ, ਜੇ ਅਧਿਆਪਕ ਸੰਤੁਸ਼ਟ ਨੇ ਤਾਂ ਭਾਈ ਵਧਾਈਆਂ, ਭਗਵੰਤ ਮਾਨ ਸਾਹਿਬ ਤੁਹਾਡਾ ਵੀ ਧੰਨਵਾਦ। ਪਰ ਗੱਲਾਂ ਇਹ ਵੀ ਚੱਲਦੀਆਂ, ਚਰਚਾ ਇਹ ਵੀ ਚੱਲਦੀ ਆ ਕਿ ਭਾਈ ਬਾਕੀ ਅਧਿਆਪਕਾਂ ਜਿੰਨੀ ਨਾ ਤਾਂ ਤਨਖਾਹ ਹੋਈ ਆ ਤੇ ਨਾ ਪੱਕੇ ਹੋਏ ਆ। ਮੈਂ ਉਸ ਗੱਲ ਵੱਲ ਬਾਅਦ ਚ ਆਉਣਾ। ਸੰਧਾਲੀਆ ਸਭ ਤੋਂ ਪਹਿਲੀ ਗੱਲ, ਇਹ ਡੁੱਬ ਕੇ ਮਰਨ ਵਾਲੀ ਗੱਲ ਹੈ, ਬਹੁਤ ਸ਼ਰਮ ਵਾਲੀ ਗੱਲ ਹੈ ਕਿ 2046 ਚ ਜਾ ਕੇ, ਵੈਸੇ ਤਾਂ 2046-45 ਦਾ ਅੰਕੜਾ ਕੋਈ ਹੋਰ ਦਿੰਦੀਆਂ ਹੁੰਦੀਆਂ ਸਰਕਾਰਾਂ, 23 ਸਾਲ ਬਾਅਦ ਜਾਂ 2050 ਚ ਜਾ ਕੇ ਜਿਹੜਾ ਉਹ 27, 28, 29 ਸਾਲ ਬਾਅਦ ਜੇ ਕਦੇ ਕੋਈ ਬੰਦਾ ਘੋਖ ਪੜਤਾਲ ਕਰੂਗਾ, ਕੋਈ ਇਸ ਮੁੱਦੇ ਦੇ ਉੱਤੇ ਰਿਸਰਚ ਕਰੂਗਾ, ਕੋਈ PhD ਕਰੂਗਾ ਕਿ ਭਾਈ ਅਧਿਆਪਕਾਂ ਦੀ ਹਾਲਤ 2015 ਤੋਂ ਲੈ ਕੇ 2025 ਦੇ ਵਿੱਚ ਪੰਜਾਬ 'ਚ ਸਰਕਾਰੀ ਸਕੂਲਾਂ 'ਚ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਹਾਲਤ ਕੀ ਸੀ, ਇਸ ਸਮੇਂ ਦੇ ਦੌਰਾਨ ਉਹਨਾਂ ਨੇ ਇੰਨੇ ਕਰੋੜ ਬੱਚਿਆਂ ਨੂੰ ਤਾਲੀਮ ਦਿੱਤੀ, ਇੰਨੇ ਕਰੋੜ ਬੱਚਿਆਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਜਿਉਣ ਦੇ ਢੰਗ ਤਰੀਕੇ ਸਿਖਾ ਕੇ ਬਾਜ਼ਾਰ ਦੇ ਵਿੱਚ ਭੇਜਿਆ। ਤੇ ਫਿਰ ਉਸ ਵੇਲੇ ਵਿੱਚ ਲਿਖਿਆ ਜਾਊਗਾ ਉਸ ਵੇਲੇ ਕੁਝ ਇੱਕ ਅਧਿਆਪਕਾਂ ਨੂੰ 3500 ਰੁਪਈਆ ਤਨਖਾਹ ਦਿੱਤੀ ਜਾਂਦੀ ਸੀ, ਕੁਝ ਇੱਕ ਨੂੰ 6000 ਤਨਖਾਹ ਦਿੱਤੀ ਜਾਂਦੀ ਸੀ, ਕੁਝ ਇੱਕ ਨੂੰ 5000 ਤਨਖਾਹ ਦਿੱਤੀ ਜਾਂਦੀ ਸੀ। ਉਦੋਂ ਆਟਾ 25 ਰੁਪਈਏ ਕਿਲੋ ਸੀ, ਉਦੋਂ ਡੀਜ਼ਲ ਪੈਟਰੋਲ 100 ਰੁਪਈਏ ਲੀਟਰ ਸੀ, ਤੇ ਉਦੋਂ ਬੱਸ ਦਾ ਕਿਰਾਇਆ ਇੰਨਾ ਸੀ, ਤੇ ਉਦੋਂ ਸੂਟ ਇੰਨੇ ਦਾ ਆਉਂਦਾ ਸੀ, ਤੇ ਉਦੋਂ ਸਕੂਟਰ ਦੀ ਕੀਮਤ ਆਹ ਸੀ, ਤੇ ਉਦੋਂ ਮਨਰੇਗਾ ਦੇ ਮਜ਼ਦੂਰਾਂ ਦੀ ਦਿਹਾੜੀ ਇੰਨੀ ਸੀ। ਮੈਂ ਸਿਰਫ ਇਹ ਗੱਲ ਇਹ ਕਰਕੇ ਕਹਿ ਰਿਹਾ ਕਿ ਚਾਹੇ ਕੇਂਦਰ ਸਰਕਾਰ ਦੀ ਕਿਸੇ ਸਕੀਮ ਦੇ ਅਧੀਨ ਸਿੱਖਿਆ ਕਰਮੀ ਭਰਤੀ ਕੀਤੇ ਸਿੱਖਿਆ ਪ੍ਰੋਵਾਈਡਰ, ਚਾਹੇ ਸੂਬਾ ਸਰਕਾਰ ਦੀ ਸਕੀਮ, ਚਾਹੇ ਮੈਚਿੰਗ ਗ੍ਰਾਂਟ ਵਾਲੀ ਸਕੀਮ, ਭਾਰਤ ਦੇ ਪੰਜਾਬ ਦੇ ਕਿਸੇ ਨਾ ਕਿਸੇ ਲੀਡਰ ਨੇ ਦਸਤਖਤ ਕੀਤੇ ਹੋਣੇ ਆ, ਭਾਰਤ ਦੇ ਪੰਜਾਬ ਦੇ ਕਿਸੇ ਨਾ ਕਿਸੇ ਅਫਸਰ ਨੇ ਦਸਤਖਤ ਕੀਤੇ ਹੋਣੇ ਆ ਕਿ ਇਸ ਸਕੀਮ ਦੇ ਅਧੀਨ ਆਪਾਂ B.Ed M.Ed ਜਾਂ B.A ਜਾਂ M.A ਕੀਤੇ ਹੋਏ ਜਿਹੜੇ ਭਾਰਤ ਦੇ ਲੋਕ ਨੇ ਉਹਨਾਂ ਨੂੰ ਇੱਥੇ ਪੜ੍ਹਾਉਣ ਦੇ ਲਈ ਰੱਖਣਾ, ਤੇ 15 ਸਾਲਾਂ ਦੇ ਵਿੱਚ ਉਹਨਾਂ ਨੇ ਹਜ਼ਾਰਾਂ ਬੱਚੇ ਇੱਕ ਅਧਿਆਪਕ ਨੇ ਪੜ੍ਹਾਤੇ। ਤੁਹਾਡੇ ਨਤੀਜੇ ਰੋਜ਼ ਦਾਅਵੇ ਕਰਦੀਆਂ ਪੰਜਾਬ ਦੀਆਂ ਸਰਕਾਰਾਂ, ਬਾਦਲ ਸਾਹਿਬ, ਕੈਪਟਨ ਸਾਹਿਬ, ਚੰਨੀ ਸਾਹਿਬ ਤੇ ਭਗਵੰਤ ਮਾਨ ਸਾਹਿਬ ਦੀਆਂ ਸਰਕਾਰਾਂ ਕਿ ਵਧੀਆ ਨਤੀਜੇ ਜੀ, ਵਧੀਆ ਨਤੀਜੇ। ਤੁਸੀਂ ਥੋੜੀ ਨਿਆਣੇ ਪੜ੍ਹਾਏ ਅਧਿਆਪਕਾਂ ਨੇ। ਇਹਦਾ ਮਤਲਬ ਉਹ ਅਧਿਆਪਕ ਯੋਗ ਸੀ। ਜਾਣੀ ਵੀ ਕਿਹੜਾ ਫਾਰਮੂਲਾ ਹੈ ਕਿ ਤੁਸੀਂ ਅਧਿਆਪਕ ਨੂੰ 3000 ਰੁਪਈਆ ਤਨਖਾਹ ਦਿਓ, 3500 ਦਿਓ, 5000 ਦਿਓ, 6000 ਦਿਓ। ਤੁਸੀਂ ਫਿਰ ਕਹਿੰਦੇ ਹੋ ਕਿ ਦੁਨੀਆ ਦੇ ਵਿੱਚ ਭਾਰਤ ਨੇ ਮਹਾਸ਼ਕਤੀ ਬਣ ਜਾਣਾ, ਦੁਨੀਆ ਦੇ ਵਿੱਚ ਸਭ ਤੋਂ ਵੱਧ ਨੌਜਵਾਨ ਸਾਡੇ ਕੋਲ ਨੇ। ਜੇ ਪੰਜਾਬ ਦੇ ਵਿੱਚ ਜਿਹੜੀ 12,710 ਅਧਿਆਪਕਾਂ ਦੀ ਗੱਲ ਹੁਣ ਚੱਲੀ ਹੈ ਕਿ ਉਹ ਕੱਚੇ ਸੀ, ਅਧਿਆਪਕ ਕੱਚਾ ਹੋਵੇ ਕਿਉਂ, MP ਕੱਚਾ ਹੋਵੇ ਸਾਨੂੰ ਕੋਈ ਰੌਲਾ ਨਹੀਂ, MLA ਕੱਚਾ ਹੋਵੇ ਸਾਨੂੰ ਕੋਈ ਰੌਲਾ ਨਹੀਂ, ਮੰਤਰੀ ਕੱਚਾ ਕਰਦੇ ਹੋ ਸਾਨੂੰ ਕੋਈ ਰੌਲਾ ਨਹੀਂ। ਯਾਰ ਤੁਸੀਂ ਅਧਿਆਪਕ ਕਿੱਦਾਂ ਕੱਚਾ ਰੱਖ ਸਕਦੇ ਹੋ ਜਿਹਨੇ ਬੱਚਿਆਂ ਨੂੰ ਪੜ੍ਹਾ ਕੇ ਉਹਨੂੰ ਕੰਮ ਕਰਨ ਦੇ ਯੋਗ ਬਣਾ ਕੇ ਤੁਹਾਡਾ ਦੇਸ਼ ਜਾਂ ਸੂਬਾ ਅੱਗੇ ਲੈ ਕੇ ਜਾਣਾ? ਸ਼ਰਮ ਵਾਲੀ ਗੱਲ ਹੈ। ਜਿਨ੍ਹਾਂ ਨੇ ਵੀ ਇਹ ਸਕੀਮਾਂ ਘੜੀਆਂ, ਕਦੇ ਕੋ ਦੇਖਿਆ ਕਿ MLA ਪਹਿਲੀ ਵਾਰੀ ਚੁਣੇਗਾ ਇਹਨੂੰ ਕੱਚਾ ਰੱਖੋ, ਇਹਨੂੰ 3 ਸਾਲ ਕੱਚਾ ਰੱਖਣਾ, ਇਹਨੂੰ ਫੇਰ ਪੱਕਾ ਕਰਨਾ? ਕਦੇ ਦੇਖਿਆ ਕਿ ਮੰਤਰੀ ਪਹਿਲੀ ਵਾਰੀ ਰਾਜ ਮੰਤਰੀ ਬਣਿਆ ਇਹਨੂੰ ਕੱਚਾ ਰੱਖੋ? ਯਾਰ ਮੰਤਰੀ ਬਣਾਉਣੇ ਹੋ ਸੰਵਿਧਾਨ ਦੇ ਮੁਤਾਬਕ, ਬਿਨਾਂ MLA ਤੋਂ ਬਣਾ ਦਿੰਦੇ ਹੋ ਕਿ 6 ਮਹੀਨਿਆਂ ਦੇ ਵਿੱਚ ਇਲੈਕਸ਼ਨ ਲੜਨੀ, ਤੇ 15 ਸਾਲ ਉਹਨਾਂ ਅਧਿਆਪਕਾਂ ਨੇ ਗੁਜ਼ਾਰਾ ਕਿੱਦਾਂ ਕੀਤਾ? ਮਾੜਾ ਜਿਹਾ ਉਹਨਾਂ ਤੋਂ ਪਰਫਾਰਮਾ ਭਰਾਓਗੇ। ਹੁਣ ਠੀਕ ਹੈ, ਭਗਵੰਤ ਮਾਨ ਸਾਹਿਬ ਕਹਿੰਦੇ ਕਿ ਮੈਂ 3 ਗੁਣਾ ਤਨਖਾਹ ਕਰਤੀ, ਜਿਹਦੀ 3000 ਸੀ ਉਹਦੀ 15 ਕਰ ਦਿੱਤੀ, ਜਿਹਦੀ 11000 ਸੀ ਉਹਦੀ 22000 ਕਰਤੀ, ਜਿਹਦੀ 12000 ਸੀ 24 ਕਰਤੀ। ਭਗਵੰਤ ਮਾਨ ਸਾਹਿਬ ਧੰਨਵਾਦ, ਜਿੰਨਾ ਕੁ ਵੀ ਕੀਤਾ, ਜਿੰਨਾ ਕੁ ਤੁਸੀਂ ਕਰ ਸਕੇ ਤੁਹਾਡਾ ਧੰਨਵਾਦ। ਕੁਛ 4 ਛਿਲੜ ਉਹਨਾਂ ਦੇ ਘਰੇ ਆਉਣ ਲੱਗਣਗੇ। ਹਾਂ, ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਪੱਕੇ ਅਧਿਆਪਕਾਂ ਜਿੰਨੀਆਂ ਸਹੂਲਤਾਂ ਮਿਲਣ, ਉਹਨਾਂ ਨੂੰ ਛੁੱਟੀਆਂ ਉਨੀਆਂ ਮਿਲਣ, ਉਹਨਾਂ ਨੂੰ ਸਹੂਲਤਾਂ ਉਨੀਆਂ ਮਿਲਣ, ਬਿਲਕੁਲ ਪੱਕੇ ਅਧਿਆਪਕਾਂ ਜਿੰਨੀਆਂ। ਪੂਰਾ ਤਾਂ ਨਹੀਂ ਹੋ ਸਕਿਆ ਪਰ ਜਿੰਨਾ ਕੁ ਵੀ ਤੁਸੀਂ ਕੀਤਾ ਧੰਨਵਾਦ। ਹੁਣ ਵਿਰੋਧੀ ਧਿਰਾਂ ਨੇ ਕਹਿਣਾ, ਬਣਦਾ ਵੀ ਆ ਉਹਨਾਂ ਦਾ ਕਹਿਣਾ, ਕਿਉਂਕਿ ਵਾਅਦਾ ਇਹ ਸੀ ਕਿ ਪੂਰੀ ਤਰ੍ਹਾਂ ਪੱਕੇ ਕਰਾਂਗੇ। ਪਰ ਵਿਰੋਧੀ ਧਿਰਾਂ ਆਲੋਚਨਾ ਕਰਨ, ਪਰ ਤੁਹਾਡੇ ਕੋਲੇ ਕਾਂਗਰਸੀ ਉਹ 5 ਸਾਲ ਤੁਹਾਡੇ ਕੋਲੋਂ ਸੀ ਪਿਛਲੇ, ਤੁਸੀਂ ਉਦੋਂ ਵਧਾ ਦਿੰਦੇ। ਅਕਾਲੀਆਂ ਨੇ 10 ਸਾਲ ਰਾਜ ਕੀਤਾ, ਤੁਸੀਂ ਉਦੋਂ ਵਧਾ ਦਿੰਦੇ। ਵਾਅਦੇ ਤਾਂ ਤੁਸੀਂ ਵੀ ਕਰਦੇ ਰਹੇ ਸੀ। ਪਰ ਸੰਧਾਲੀਆ ਸਾਹਿਬ, ਇਹ ਅਧਿਆਏ, ਇਹ ਚੈਪਟਰ, ਮਸਲਾ ਕੱਚੇ ਅਧਿਆਪਕ ਦੇ ਪੱਕੇ ਹੋਣ ਦਾ ਨਹੀਂ, ਮਸਲਾ ਤਨਖਾਹ ਦੇ ਦੁੱਗਣੀ ਜਾਂ ਤਿੱਗਣੀ ਹੋਣ ਦਾ ਨਹੀਂ। ਮਸਲਾ ਤਾਂ ਇਹ ਹੈ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਦਾ ਕਿ ਜੇ ਇਸ ਦੇਸ਼ ਜਾਂ ਜੇ ਇਸ ਸੂਬੇ ਦੇ ਵਿੱਚ ਅਧਿਆਪਕ ਹੀ ਕੱਚਾ ਹੈ, ਜੇ ਉਹਨੂੰ ਇੱਕ ਆਮ ਅਨਸਕਿਲਡ ਲੇਬਰ ਜਿਹੜੀ ਹੈ, ਜਿਹੜਾ ਗੈਰ ਹੁਨਰਮੰਦ ਕਿਰਤੀ ਬੰਦਾ ਜਿਹੜਾ ਹੈ, ਜੇ ਉਹਦੇ ਤੋਂ ਵੀ ਘੱਟ ਤਨਖਾਹ ਮਿਲਦੀ ਹੈ ਤਾਂ ਦੇਸ਼ ਵਿੱਚ ਤੁਸੀਂ ਦੁਨੀਆ 'ਚ ਸਰਮੌਰ ਬਣਾ ਲਓ। ਇਹ ਗੱਲ ਹੈਗੀ। ਇੱਕ ਨਾ ਹੋਰ ਬੜਾ ਡਿਬੇਟ ਦਾ ਵਿਸ਼ਾ ਚੱਲਦਾ। ਉਹ ਇੱਕ ਦਿਨ ਮੈਂ ਦੇਖ ਰਿਹਾ ਸੀ, ਉਹ ਚਰਚਾ ਇਹ ਚੱਲਦੀ ਸੀ, ਯਾਰ ਇਹ ਮਾਸਟਰਾਣੀਆਂ ਬਹੁਤਾ ਰੌਲਾ ਜਿਹਾ ਪਾਉਂਦੇ ਆ, ਹੋਰ ਕਿਤੇ ਬਾਕੀ ਮਹਿਕਮੇ ਕਿਤੇ ਕੱਚੇ ਬੰਦੇ ਨਹੀਂ ਹੈਗੇ, ਉਹਦੇ ਵਿੱਚ ਤਨਖਾਹਾਂ ਲਈ ਜਾਂਦੇ, ਟਾਈਮ ਪਾਸ ਕਰੀ ਜਾਂਦੇ ਵਿਚਾਰੇ। ਫਿਰ ਉਹਦੇ ਥੱਲੇ ਵੀ ਕਿਉਂਕਿ ਟਿੱਪਣੀਆਂ ਕਰਨ ਵਾਲੇ ਸਾਰੀ ਤਰ੍ਹਾਂ ਦੀ ਸੰਗਤ ਹੁੰਦੀ, ਹੋ ਸਕਦਾ ਵੀ ਉਹ ਕੋਈ ਅਧਿਆਪਕ ਜਥੇ ਬੰਦੇ ਦੇ ਬੰਦਾ ਹੋਵੇ, ਉਹਨੇ ਵਾਹਵਾ ਡਿਟੇਲ 'ਚ ਗੱਲ ਲਿਖੀ। ਉਹ ਕਹਿੰਦੇ ਭਾਜੀ
ਸਾਡੇ ਕੋਲੇ ਨਿਆਣੇ ਜਿਹੜੇ ਆਉਂਦੇ ਆ ਉਹਨਾਂ ਦੀ ਨਲੀ ਵੀ ਪੂੰਝਣੀ ਪੈਂਦੀ ਆ, ਕਿਸੇ ਵੇਲੇ ਕੋਈ ਬਿਮਾਰ ਸ਼ਮਾਰ ਹੋ ਜੇ ਤੇ ਉਹਨੂੰ ਸਾਂਭਣਾ ਵੀ ਪੈਂਦਾ, ਕੋਈ ਰੁਪਈਆ ਧੇਲੀ ਹੋਵੇ ਤੇ ਕੋਲੋਂ ਵੀ ਲਾਉਣਾ ਪੈਂਦਾ, ਸਰਕਾਰ ਜੋ ਕੁਝ ਕੰਮ ਕਰਨ ਨੂੰ ਕਹਿੰਦੀ ਉਹ ਵੀ ਕਰਨੇ ਪੈਂਦੇ ਆ। ਸਾਡੇ ਲਈ ਜ਼ਰੂਰੀ ਇਹ ਆ ਵੀ ਜੇ ਅਸੀਂ ਉੱਥੇ ਬੈਠੇ ਆ ਤੇ ਨਿਆਣੇ ਪੜ੍ਹਾਉਣੇ ਆ, ਸਾਡੇ ਲਈ ਕੁਰਸੀ ਹੈ ਨਹੀਂ ਗੀ, ਤੇ ਕੁਰਸੀ ਤੋਂ ਬਾਅਦ ਅਗਲੇ ਪਾਸੇ ਖਿੜਕੀ ਦੇ ਅਗਲੇ ਲੰਮੀ ਲਾਈਨ ਨਹੀਂ ਹੁੰਦੀ, ਤੇ ਉਸ ਲਾਈਨ ਦੇ ਵਿੱਚੋਂ ਸ਼ਾਮ ਤੱਕ ਇੱਕ ਜਾਂ ਦੋ ਬੰਦੇ ਕੋਈ ਨਾ ਕੋਈ ਬੰਦਾ ਲੱਭ ਹੀ ਲੈਂਦਾ ਵੀ ਹਾਂ ਕੋਈ ਨਹੀਂ ਕਰਾ ਦਿੰਦੇ ਕੰਮ। ਸਾਡੇ ਕੋਲ ਇਹੋ ਜਿਹਾ ਬੰਦਾ ਕੋਈ ਨਹੀਂ ਆਉਂਦਾ, ਇਹ ਕਰਕੇ ਸਾਨੂੰ ਜੋ ਸਰਕਾਰ ਗਿਣ ਕੇ ਦਿੰਦੀ ਸਾਨੂੰ ਉਨੇ ਹੀ ਲੈਣੇ ਪੈਂਦੇ, ਹੋਰ ਨਹੀਂ ਬਣਦੇ। ਹੋ ਸਕਦਾ ਉਹ ਡਿਬੇਟ ਉਹਨਾਂ ਦੀ ਆਪਸ 'ਚ ਹੋਵੇ, ਮੈਂ ਉਹਦੇ 'ਚ ਪੈਂਦਾ ਨਹੀਂ। ਦੂਜੀ ਗੱਲ ਮੈਂ ਸੁਣ ਰਿਹਾ ਸੀ, ਇੱਕ ਮੇਰਾ ਖਿਆਲ ਇਸੇ ਜਿਹੜੀਆਂ ਜਥੇਬੰਦੀਆਂ ਸੀਗੀਆਂ, ਕਿਉਂਕਿ ਵੱਖ-ਵੱਖ ਅਧਿਆਪਕ ਜਥੇਬੰਦੀਆਂ, ਉਹਨਾਂ 'ਚੋਂ ਇੱਕ ਬੀਬੀ ਜੀ ਉਹ ਕਿਸੇ ਮੀਡੀਆ ਅਦਾਰੇ ਨਾਲ ਗੱਲ ਕਰਦੇ ਸੀ, ਉਹ ਕਹਿੰਦੇ ਵੀ ਅੱਜ ਉਹ ਭਾਵੁਕ ਵੀ ਹੋਈਆਂ ਸੀ, ਉਹਨਾਂ ਦੀਆਂ ਤਸਵੀਰਾਂ ਵੀ ਹੈ ਬੀਬੀਆਂ ਦੀਆਂ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਉਹ ਵਾਹਵਾ ਭਾਵੁਕ ਹੋ ਗਈਆਂ। ਹੁਣ ਉਹਨਾਂ ਦੇ ਮੈਂ ਸੋਚਿਆ ਵੀ ਯਾਰ ਇੰਨੀ ਭਾਵੁਕਤਾ ਦਾ ਕਾਰਨ ਚਲੋ ਇੱਕ ਤਾਂ ਸਮਝ ਆਉਂਦਾ ਵੀ 3000 3500 6000 ਨਾਲ ਘਰ ਨਹੀਂ ਚੱਲਦਾ। ਦੂਜੀ ਗੱਲ ਜਿਹੜੀ ਉਹਨਾਂ ਨੇ ਦੱਸੀ ਉਹ ਵਾਕਿਆ ਮੈਨੂੰ ਬੜੀ ਹੈਰਾਨ ਕਰਨ ਵਾਲੀ ਲੱਗੀ। ਉਹ ਕਹਿੰਦੇ ਵੀ ਦੇਖੋ ਜਦੋਂ ਸਾਡੀ ਇੰਨੀ ਕੁ ਤਨਖਾਹ ਹੁੰਦੀ ਸੀ ਨਾ ਤਾਂ ਕਈ ਕੁੜੀਆਂ ਜਾਂ ਮੁੰਡੇ ਜਿਹੜੇ ਵਿਚਾਰੇ ਉੱਥੇ ਪੜ੍ਹਾਉਂਦੇ ਸੀ ਐਜ਼ ਅਧਿਆਪਕ, ਉਹ ਜਾਂ ਤੇ ਲੋਕਾਂ ਦੇ ਘਰਾਂ 'ਚ ਪੋਚੇ ਲਾਉਂਦੇ ਜਾਂ ਫਿਰ ਕੋਈ ਰੇਹੜੀ ਫੜੀ ਚਲਾਉਂਦਾ ਹੈ, ਕੋਈ ਆਟੋ ਚਲਾਉਂਦਾ ਹੈ। ਇਹਦੇ ਮਤਲਬ ਇਹ ਵੀ ਉਹ ਕਹਿਣ ਨੂੰ ਬੰਦਾ ਅਧਿਆਪਕ ਹੈ, ਕਹਿਣ ਨੂੰ ਉਹ ਬੀਬੀ ਟੀਚਰ ਆ, ਪਰ ਅਦਰਵਾਈਜ਼ ਉਹ ਜਦੋਂ ਉਹਨੂੰ ਛੁੱਟੀਆਂ ਸੀ ਜਾਂ ਉਹਦੇ ਕੋਲੇ ਟਾਈਮ ਨਹੀਂ ਸੀ ਹੁੰਦਾ ਜਾਂ ਗੁਜ਼ਾਰਾ ਨਹੀਂ ਸੀ ਹੁੰਦਾ ਸੀ, ਉਹ ਪੋਚੇ ਵੀ ਲਾਉਂਦੀ ਸੀ ਜਾਂ ਉਹ ਆਟੋ ਵੀ ਚਲਾਉਂਦਾ ਸੀ। ਉਹ ਕਹਿੰਦੇ ਵੀ ਜਦੋਂ ਉਹੀ ਵਿਦਿਆਰਥੀ, ਕਿਉਂਕਿ ਉਹਨਾਂ ਸਕੂਲਾਂ ਦੇ ਵਿੱਚ ਉਹ ਪੜ੍ਹਾਉਂਦੇ ਲਾਗੇ ਬੰਨੇ ਵਾਲੇ, ਵੀ ਜਦੋਂ ਉਹਨਾਂ ਦਾ ਅਸੀਂ ਸਾਹਮਣਾ ਕਿੱਦਾਂ ਕਰਨਾ ਵੀ ਹੁਣੇ ਤਾਂ ਉਹ ਬੀਬੀ ਪੋਚੇ ਲਾਉਂਦੀ ਸੀਗੀ, ਹੁਣੇ ਤਾਂ ਉਹ ਆਟੋ ਲੈ ਕੇ ਜਾਂਦਾ ਸੀ, ਜਾਂ ਹੁਣੇ ਤਾਂ ਉਹ ਰੇਹੜੀ ਦੇ ਕੁਝ ਗੰਢੇ ਵੇਚਦਾ ਸੀ, ਤੇ ਉਦੋਂ ਬਾਅਦ ਉਹ ਆਖੇ ਵੀ ਮੈਂ ਹੁਣ ਤੁਹਾਡਾ ਟੀਚਰ ਆ। ਉਹ ਕਹਿੰਦੇ ਵੀ ਤੁਸੀਂ ਆਪ ਹਿਸਾਬ ਲਾਓ ਵੀ ਉਹਨਾਂ ਬੱਚਿਆਂ ਦਾ ਉਹ ਵਿਚਾਰਾ ਇੱਕ ਐਜ਼ ਏ ਅਧਿਆਪਕ ਕਿੱਦਾਂ ਅਸੀਂ ਫੇਸ ਕਰਦੇ ਹੋਵਾਂਗੇ ਸਾਰੀ ਗੱਲ। ਹੁਣ ਮੈਨੂੰ ਇਹ ਗੱਲ ਬੜੀ ਅਜੀਬ ਲੱਗੀ। ਮੈਂ ਕਿਹਾ ਵੀ ਯਾਰ ਜੇ ਇਹ ਗੱਲ ਸੀ ਅੱਜ ਮੰਨ ਲਓ ਮੀਡੀਆ 'ਚ ਸਾਹਮਣੇ ਆਈ, ਇਹ ਤਾਂ ਹੋ ਨਹੀਂ ਸਕਦਾ ਵੀ ਹੋਣ ਵਾਲੀ ਜਾਂ ਇਸ ਤੋਂ ਪਹਿਲੀਆਂ ਸਰਕਾਰਾਂ ਨਾਲ ਜਦੋਂ ਮੀਟਿੰਗ ਹੋਈ ਹੋਊਗੀ ਤੇ ਇਹ ਗੱਲ ਉਹਨਾਂ ਲੀਡਰਾਂ ਨੂੰ ਨਾ ਦੱਸੀ ਹੋਊਗੀ ਉਹਨਾਂ ਨੇ। ਤੇ ਯਾਰ ਜੇ ਆਮ ਬੰਦੇ ਨੂੰ ਸੁਣ ਕੇ ਇਸ ਗੱਲ ਦਾ ਬੁਰਾ ਲੱਗ ਸਕਦਾ ਵੀ ਯਾਰ ਆਹ ਤਾਂ ਨਹੀਂ ਚਾਹੀਦਾ, ਤੇ ਜਿਨ੍ਹਾਂ ਦੇ ਕੋਲ ਕਲਮ ਸੀ ਉਹ ਕੁਛ ਨਾ ਕੁਛ ਤੇ ਕਰ ਲੈਂਦੇ। ਹੁਣ ਵਾਲਿਆਂ ਨੇ ਚਲੋ ਆਉਂਦੇ ਵੀ ਠੀਕ ਕੀਤਾ ਨਹੀਂ ਕੀਤਾ, ਉਹਨਾਂ ਤੇ ਰਹਿਣ ਦਿੰਦੇ ਆਪਾਂ। ਹੁਣ ਮੈਂ ਆਖੂੰਗਾ ਜੀ ਬਹੁਤ ਚੰਗਾ ਕੀਤਾ, 3600 ਕਮੈਂਟ ਆਏਗਾ, ਤੁਸੀਂ ਤੇ ਫਲਾਣੇ ਦੀ ਬੋਲੀ ਬੋਲਦੇ, ਮੈਂ ਨਹੀਂ ਬੋਲਦਾ। ਪਰ ਮੈਂ ਸਿਰਫ ਇਹ ਗੱਲ ਕਰਦਾ ਵੀ ਜੋ ਉਹਨਾਂ ਦੀ ਹਾਲਤ ਸੀ, ਕੋਈ ABCD ਸਕੀਮ ਕੱਢ ਕੇ ਉਹਨਾਂ ਨੂੰ ਪੈਸੇ ਨਹੀਂ ਸੀ ਦਿੱਤੇ ਜਾ ਸਕਦੇ, ਹੁਣ ਵੀ ਤੇ ਕੱਢੇ ਹੀ ਆ। ਸੰਧਾਲੀਆ ਸਾਹਿਬ ਦੇਖੋ, ਮੈਨੂੰ ਨਹੀਂ ਪਤਾ ਅਧਿਆਪਕ ਸੰਤੁਸ਼ਟ ਨੇ ਕਿ ਨਹੀਂ, ਇਹ ਤਾਂ ਅਧਿਆਪਕਾਂ ਨੂੰ ਪਤਾ ਹੋਣਾ, ਉਹਨਾਂ ਦੇ ਟਿੱਪਣੀਆਂ ਸਾਹਮਣੇ ਆ ਜਾਣੀਆਂ ਹਨ। ਤਨਖਾਹ ਵਧਾਈ ਆ, ਚੰਗਾ। ਅਜੇ ਕਿਹੜਾ ਵਿਧਾਨ ਸਭਾ ਦੀਆਂ ਚੋਣਾਂ ਨੇ, ਅਜੇ 1.25 ਸਾਲ ਹੋਇਆ, 1.25 ਸਾਲ ਦੇ ਵਿੱਚ ਨਹੀਂ ਤਾਂ ਆਖਰੀ 6 ਮਹੀਨਿਆਂ ਦੇ ਵਿੱਚ ਹੀ ਕੰਮ ਹੁੰਦੇ ਆ। ਹੁਣ ਤਨਖਾਹ ਵਧਾਤੀ ਆ, ਵਧੀਆ। ਜੇ ਕੁਝ ਹੋਰ ਵੀ ਉਹਨਾਂ ਦੇ ਲਈ ਕੀਤਾ ਜਾ ਸਕਦਾ ਕਰੋ। ਵੱਖ-ਵੱਖ ਵਿਭਾਗਾਂ ਦੇ ਵਿੱਚ ਬਹੁਤ ਸਾਰੇ ਕੱਚੇ ਬੰਦੇ ਹੋਰ ਆ, ਮੁੱਖ ਮੰਤਰੀ ਸਾਹਿਬ ਉਹਨਾਂ ਦੇ ਲਈ ਕੋਈ ਢੰਗ ਤਰੀਕਾ ਲੱਭੋ। ਇਸ ਸਿੱਖਿਆ ਵਿਭਾਗ 'ਚ ਵੀ ਜੇ ਬੰਦੇ ਬਾਕੀ ਆ, ਉਹਨਾਂ ਦੇ ਲਈ ਜਿਹੜਾ ਵੀ ਢੰਗ ਤਰੀਕਾ ਲੱਭ ਸਕਦੇ ਹੋ। ਲੋਕ ਰੋਟੀ ਖਾਣ, ਆਪਦੇ ਬੱਚਿਆਂ ਦੀ ਫੀਸ ਫੂਸ ਦੇਣ ਦੇ ਸਮਰੱਥ ਹੋਣ। ਦੂਸਰਾ, ਤੁਸੀਂ ਇਹ ਦੇਖੋ, ਮੈਂ ਕਹਿੰਦਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇੱਕ ਦੋ ਵਾਰੀ ਧੱਕੇ ਧੁੱਕੇ ਇਹਨਾਂ ਦੀ ਸਰਕਾਰ ਦੇ ਵਿੱਚ ਵੀ ਪਏ ਅਧਿਆਪਕਾਂ ਨੂੰ, ਲਾਠੀ ਫੇਰੀ ਆ। 10 ਸਾਲ ਅਕਾਲੀਆਂ ਦੀ ਸਰਕਾਰ ਰਹੀ ਆ, 5 ਸਾਲ ਕਾਂਗਰਸ ਦੀ ਸਰਕਾਰ ਰਹੀ ਆ, ਤੇ 1.25 ਸਾਲ 1.5 ਸਾਲ ਇਹਨਾਂ ਨੂੰ ਹੋ ਗਿਆ। ਤੁਸੀਂ ਆਪੋ ਆਪਣੇ ਪਰਫਾਰਮੇ ਵੀ ਭਰੋ। ਅਧਿਆਪਕ ਤਨਖਾਹ ਕਿੰਨੀ ਲੱਗੇ ਤੇ ਡਾਂਗਾ ਉਹਨਾਂ ਦੇ ਕਿੰਨੀਆਂ ਫਿਰੀਆਂ, ਤੁਸੀਂ ਹਿਸਾਬ ਕਿਤਾਬ ਤਾਂ ਲਾਇਆ ਕਿ ਉਹਨਾਂ ਨੇ ਟੈਂਕੀਆਂ ਦੇ ਉੱਤੇ ਦਿਨ ਕਿੰਨੇ ਕੱਟੇ ਆ। ਇਹ ਸਾਡੇ ਦੇਸ਼ ਦੇ ਕੁਆਲੀਫਾਈਡ ਲੋਕ ਨੇ, ਯੋਗਤਾ ਪ੍ਰਾਪਤ ਲੋਕ ਨੇ। ਹੁਣ ਔਰਤਾਂ ਨੂੰ ਜਿਹੜੀ ਜਦੋਂ ਉਹ ਔਰਤਾਂ ਮੈਟਰਨਿਟੀ ਲੀਵ ਹੁੰਦੀ ਆ, ਉਹ ਵੀ ਮਿਲੂਗੀ ਜਿਹੜੀ ਔਰਤ ਅਧਿਆਪਕਾਂ ਨੇ। ਇਹਦੇ ਤੋਂ ਇਲਾਵਾ ਉਹਨਾਂ ਨੂੰ ਪੇਡ ਛੁੱਟੀਆਂ ਮਿਲਣਗੀਆਂ, 5% ਹਰ ਸਾਲ ਤਨਖਾਹ ਦੇ ਵਿੱਚ ਵਾਧਾ ਹੋ ਜਾਊਗਾ। ਮੈਂ ਤਾਂ ਕਹਿੰਦਾ ਕਿ ਉਹ ਬੰਦਾ ਲੱਭੋ। ਸੰਧਾਲੀਆ ਸਾਹਿਬ, ਤੁਹਾਡੀ ਲੀਡਰਾਂ ਨਾਲ ਗੱਲਬਾਤ ਹੈਗੀ ਆ, ਉਹ ਬੰਦਾ ਲੱਭੋ। ਮੈਂ ਕਦੋਂ ਦਾ ਕਰਾ ਦਿੰਦਾ, ਮੈਨੂੰ ਪਤਾ ਹੀ। ਤੁਸੀਂ ਕਹਿੰਦੇ ਟਿਕਟਾਂ 4 ਰਿਸ਼ਤੇਦਾਰਾਂ 'ਚ ਹੋਰ ਦੇ ਦਿਓ। ਮੈਂ ਕਹਿੰਦਾ ਉਹ ਬੰਦਾ ਲੱਭੋ ਜਿਹਨੇ ਭਾਰਤ ਦੇ ਵਿੱਚ ਇਹ ਕਨਸੈਪਟ ਸਭ ਤੋਂ ਪਹਿਲਾਂ ਲਿਆਂਦਾ ਹੋਊਗਾ ਕਿ ਭਾਈ ਆਪਾਂ ਅਧਿਆਪਕ ਕੱਚੇ ਰੱਖਣੇ ਆ। ਤੁਸੀਂ ਅਧਿਆਪਕ ਨਹੀਂ ਕੱਚੇ ਰੱਖੇ, ਤੁਸੀਂ ਸਾਡਾ ਦੇਸ਼ ਕੱਚਾ ਕਰਕੇ ਰੱਖਤਾ। ਬਿਲਕੁਲ ਕੱਚਾ ਕੀਤਾ। ਮੈਂ ਇੱਕ ਹੋਰ ਵਿਰੋਧੀ ਧਿਰ ਵਾਲੇ ਪਾਸੋਂ ਇੱਕ ਭਾਈ ਸਾਹਿਬ ਦੀ ਗੱਲ ਸੁਣ ਰਿਹਾ ਸੀ। ਇਹ ਹੁਣ ਉਹ ਬੀਬੀਆਂ ਹਾਲਾਂਕਿ ਖੁਸ਼ ਸੀ, ਜਿੱਦਾਂ ਮੈਂ ਇਸ ਬੀਬੀ ਦੀ ਗੱਲ ਸੁਣਦਾ ਸੀ, ਇਹ ਕਹਿੰਦੇ ਭੈਣ ਜੀ ਹੋਰੀ ਹੁਣ ਬੜੇ ਖੁਸ਼ ਨੇ, ਪਰ ਇਹਨਾਂ ਨੇ ਹਿਸਾਬ ਨਹੀਂ ਲਾਇਆ। ਅੱਜ ਤੋਂ 10 ਸਾਲ ਬਾਅਦ ਇਹਨਾਂ ਦੀ ਤਨਖਾਹ ਜਿਹੜੀ ਉਹ ਵੱਧ ਕੇ 5% ਦੇ ਹਿਸਾਬ ਨਾਲ 30-35 ਹਜ਼ਾਰ ਬਣਨੀ ਹੈ। ਅੱਜ ਤੋਂ 10 ਸਾਲ ਬਾਅਦ ਵੀ ਜੇ ਇਹਨਾਂ ਨੂੰ 35 ਹਜ਼ਾਰ ਮਿਲਦਾ ਹੋਊਗਾ, ਇਹਨਾਂ ਦੇ ਨਾਲ ਦੇ ਅਧਿਆਪਕ ਨੂੰ ਕਈ ਲੱਖ ਤਨਖਾਹ ਮਿਲਦੀ ਹੋਊਗੀ, ਇਹਨਾਂ ਦੇ ਦਿਲ ਤੇ ਛੁਰੀਆਂ ਚੱਲਣੀਆਂ। ਮੈਂ ਸੋਚਾਂ ਵੀ ਭਲਿਓ ਤੁਸੀਂ ਇਦਾਂ ਜੋ ਸੋਚਦੇ ਆ ਵੀ ਜੋ ਕਰਤਾ ਇਹੋ ਹੀ ਰਹਿਣਾ। ਤੁਸੀਂ ਸਗੋਂ ਇਹ ਕਹੋ ਵੀ ਯਾਰ ਜੇ ਇਹਨਾਂ ਨੇ ਸਕੀਮ ਲਾ ਲਈ, ਅਸੀਂ ਵੀ 10 ਸਾਲਾਂ 'ਚ ਕਿਤੇ ਆਵਾਂਗੇ ਹੀ ਗਾ, ਤੁਹਾਡੀ ਸਕੀਮ ਲਾ ਦੇਾਂਗੇ ਬਸ, ਹੈ ਨਾ, ਵੀ ਯਾਰ ਤੁਹਾਨੂੰ ਇਹ ਇੱਥੋਂ ਤੱਕ ਲੈ ਕੇ ਆਏ, ਅਸੀਂ ਤੁਹਾਨੂੰ ਬਰਾਬਰ ਕਰ ਦਾਂਗੇ। ਇਹ ਨਹੀਂ ਸੋਚਣਾ ਆਪਾਂ, ਸਗੋਂ ਇਹ ਸੋਚਦੇ ਆ ਵੀ ਹਾਂ ਯਾਰ ਅਗਲੇ ਦਾ ਕਸੂਰ ਕਦੋਂ ਕੱਢਣਾ। ਆਪਾਂ ਕਈ ਵਾਰ ਇਹ ਬੇਨਤੀ ਕੀਤੀ ਹੈ ਪੋਲੀਟੀਕਲ ਲੀਡਰਾਂ ਨੂੰ, ਸਿਆਸਤ ਕਰੋ ਜੀ ਸਦਕੇ, ਝੱਗੇ ਪਾੜੋ ਇੱਕ ਦੂਜੇ ਦੇ, ਕੋਈ ਫਰਕ ਨਹੀਂ ਪੈਂਦਾ। ਪਰ ਜਿਹੜੀ ਸਿਆਸਤ ਲੋਕਾਂ ਦੀ ਰੋਟੀ ਪਾਣੀ ਜਾਂ ਉਹਨਾਂ ਦੇ ਘਰ ਦੇ ਵਿੱਚ ਅੰਨ ਪਾਣੀ ਪਹੁੰਚਾਉਣ ਵਾਲੀ ਹੁੰਦੀ ਹੈ ਨਾ,
ਤੁਸੀਂ ਬਾਅਦ ਚ ਭਾਵੇਂ 7 ਚੋਰੀਆਂ ਕਰ ਲਓ, ਲੋਕ ਫਿਰ ਵੀ ਮਾਫ ਕਰਦੇ, ਅਗਲਾ ਕਹਿੰਦਾ ਯਾਰ ਚੱਲ ਸਾਡੇ ਲਈ ਤੇ ਚੰਗਾ ਕਿ ਜੀ। ਨਹੀਂ। ਪਰ ਜਦੋਂ ਆਪਾਂ ਉਹਨਾਂ ਦਾ ਢਿੱਡ ਕੱਟ ਕੇ ਆ ਸਾਰਾ ਕੁਝ ਕਰਦੇ ਨਾ, ਤੇ ਉਦੋਂ ਫਿਰ ਉਹਨਾਂ ਨੂੰ ਤੁਹਾਡੀਆਂ ਮਹਿਲ ਮਾੜੀਆਂ ਚੰਗੀਆਂ ਨਹੀਂ ਲੱਗਦੀਆਂ। ਨਹੀਂ ਚੰਗੀਆਂ ਲੱਗਦੀਆਂ, ਔਖਾ ਹੋ ਜਾਂਦਾ। ਸੰਧਾਲੀਆ ਸਾਹਿਬ, ਇੱਕ ਆਖਰੀ ਖਬਰ ਆਪਾਂ ਜਾਂਦੇ ਜਾਂਦੇ ਜਿਹੜੀ ਉਹ ਜ਼ਰੂਰ ਕਰਨੀ ਹੈ ਕਿ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਹਫ਼ਤੇ ਬਾਅਦ ਵੀ ਉੱਥੇ ਹੀ ਖਲੋਤੀ ਹੈ। ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਈ, ਮਣੀਪੁਰ ਦੇ ਮੁੱਦੇ ਤੇ ਵਿਰੋਧੀ ਧਿਰਾਂ ਬੋਲੀਆਂ ਤੇ ਅੱਧੇ ਘੰਟੇ ਬਾਅਦ ਫਿਰ ਸਾਰੇ ਦਿਨ ਦੀ ਕਾਰਵਾਈ ਮੁਲਤਵੀ। ਲੋਕ ਸਭਾ ਦੇ ਵਿੱਚ ਇੱਕ ਮਤਾ ਜ਼ਰੂਰ ਪਾਸ ਹੋਇਆ, ਪਰ ਉਹ ਵੀ ਰੌਲੇ ਗੌਲੇ ਦੇ ਵਿੱਚ ਹੀ ਹੋਇਆ ਤੇ ਉੱਥੇ ਵੀ ਉਹੀ ਚਰਚਾ। ਵਿਰੋਧੀ ਧਿਰਾਂ ਵੱਲੋਂ ਅਧੀਰ ਰੰਜਨ ਚੌਧਰੀ ਸਾਹਿਬ ਸੀ ਤੇ ਉਹ ਕਹਿੰਦੇ ਜੀ ਦੇਖੋ 1978 ਦੇ ਵਿੱਚ ਮਈ ਮਹੀਨੇ ਦੇ ਵਿੱਚ ਇਸੇ ਤਰੀਕੇ ਬੇਭਰੋਸਗੀ ਮਤਾ ਲਿਆਂਦਾ ਸੀ। ਉਸੇ ਵੇਲੇ ਕਹਿੰਦੇ ਜੀ ਸਪੀਕਰ ਸਾਹਿਬ ਨੇ ਬਹਿਸ ਸ਼ੁਰੂ ਕਰਾਤੀ ਸੀ, ਚਰਚਾ ਤੁਸੀਂ ਵੀ ਕਰਾਓ। ਮੂਹਰੇ ਮੰਤਰੀ ਸਾਹਿਬ ਕਹਿੰਦੇ ਜੀ ਗੱਲ ਤੁਹਾਡੀ ਠੀਕ ਆ, ਪਰ ਸਾਡੇ ਕੋਲ 10 ਦਿਨ ਹੁੰਦੇ ਆ। ਤੁਸੀਂ ਵਿਰੋਧੀ ਧਿਰ ਵਾਲੇ ਜਦੋਂ ਬੇਭਰੋਸਗੀ ਮਤਾ ਪੇਸ਼ ਕਰ ਦਿੰਦੇ ਹੋ, ਅਸੀਂ 10 ਦਿਨਾਂ ਦੇ ਵਿੱਚ ਜਦੋਂ ਮਰਜ਼ੀ ਉੱਤੇ ਬਹਿਸ ਸ਼ੁਰੂ ਕਰਾ ਸਕਦੇ ਹਾਂ, ਤੁਸੀਂ ਧੀਰਜ ਨਾਲ ਬੈਠੋ, ਬਹਿਸ ਚਰਚਾ ਕਰਾਵਾਂਗੇ ਜ਼ਰੂਰ। ਰੌਲਾ ਪੈ ਗਿਆ, ਕਾਰਵਾਈ ਉੱਥੇ ਵੀ ਮੁਲਤਵੀ ਕਰਨੀ ਪਈ। ਦੂਸਰੇ ਪਾਸੇ 20 ਮੈਂਬਰ ਪਾਰਲੀਮੈਂਟ ਜਿਹੜੇ ਉਹ ਇੰਡੀਆ ਨਾਂ ਦਾ ਪੋਲੀਟੀਕਲ ਗਰੁੱਪ ਬਣਿਆ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਦੇ ਵਿੱਚ, ਉਹਨਾਂ ਦੇ 20 MP ਹੁਣ ਤਿਆਰ ਨੇ, ਸੂਟਕੇਸ ਉਹਨਾਂ ਨੇ ਬੰਨ੍ਹ ਲਏ ਆ। ਉਹ 2 ਦਿਨਾਂ ਦੇ ਲਈ ਮਣੀਪੁਰ ਜਾਣਗੇ, ਉੱਥੇ ਜਾ ਕੇ ਹੁਣ ਚਰਚਾ ਕਰਨਗੇ ਵੱਖ-ਵੱਖ ਧਿਰਾਂ ਦੇ ਨਾਲ ਕਿ ਭਾਈ ਤੁਹਾਡੇ ਕੀ ਹਾਲਾਤ ਨੇ, ਉਹਦੀ ਰਿਪੋਰਟ ਲੈ ਕੇ ਆਉਣਗੇ। ਫਿਰ ਆਣ ਕੇ ਕੀ ਕਰਦੇ ਆ ਉਹ ਵੀ ਕਿਤੇ ਨਾ ਕਿਤੇ ਦੇਖਣਾ ਪਊਗਾ। ਪਰ ਭਾਰਤੀ ਜਨਤਾ ਪਾਰਟੀ ਦੇ ਲਈ ਇੱਕ ਠੰਡੀ ਹਵਾ ਦਾ ਬੁੱਲਾ ਵੀ ਹੈ। ਇੱਕ YSR ਕਾਂਗਰਸ ਹੈ ਜਗਨ ਮੋਹਨ ਰੈਡੀ ਹੋਰਾਂ ਦੀ, ਉਹਦੇ 22 MP ਲੋਕ ਸਭਾ 'ਚ ਨੇ, 9 ਰਾਜ ਸਭਾ 'ਚ ਨੇ। ਤੇ ਸੰਧਾਲੀਆ ਸਾਹਿਬ ਪਹਿਲਾਂ ਉਹ ਵਿਚਾਲੇ ਜਿਹਾ ਲਟਕਦੇ ਫਿਰਦੇ ਸੀ ਕਿ ਵਿਰੋਧੀ ਧਿਰਾਂ ਨਾਲ ਜਾਈਏ ਕਿ ਭਾਜਪਾ ਨਾਲ ਜਾਈਏ। ਉਹ ਕਹਿੰਦੇ ਜੀ 2 ਮੁੱਦਿਆਂ ਤੇ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਵਾਂਗੇ। ਇੱਕ ਤਾਂ ਬੇਭਰੋਸਗੀ ਦੇ ਮਤੇ ਤੇ, ਮੈਂ ਫਿਰ ਦੱਸਦੇ ਹਾਂ 20 ਲੋਕ ਸਭਾ ਦੇ MP ਨੇ, 9 ਰਾਜ ਸਭਾ ਦੇ ਨੇ, ਪੰਜਾਬ 'ਚ ਇੰਨੇ ਕੁੱਲ ਨਹੀਂ ਹੈਗੇ। ਤੇ ਅਸੀਂ ਕਹਿੰਦੇ ਜੀ ਜਿਹੜਾ ਦਿੱਲੀ ਵਾਲਾ ਆਰਡੀਨੈਂਸ ਹੈ ਜਿਹਦੇ ਤੇ ਇੱਕ ਵੋਟ ਰਾਜ ਸਭਾ ਦੇ ਵਿੱਚ ਬੜੀ ਕੀਮਤੀ ਹੈ, ਦਿੱਲੀ ਵਾਲੇ ਆਰਡੀਨੈਂਸ ਦੇ ਮੁੱਦੇ ਤੇ ਉੱਤੇ ਵੀ ਕਹਿੰਦੇ ਜੀ ਅਸੀਂ ਮੋਦੀ ਸਾਹਿਬ ਦੇ ਨਾਲ ਆ, ਅਸੀਂ ਵੋਟਾਂ ਉਹਨਾਂ ਦੇ ਪੱਖ ਦੇ ਵਿੱਚ ਪਾਵਾਂਗੇ। ਹੁਣ ਵਿਰੋਧੀ ਧਿਰ ਵਾਲੇ ਦੇਖਦੇ ਹੋਣੇ ਕਿ ਰੈਡੀ ਸਾਹਿਬ ਨੂੰ ਹੋ ਕੀ ਗਿਆ, ਤੇ ਉਧਰਲੇ ਪਾਸੇ ਸੱਤਾਧਾਰੀ ਧਿਰ ਵਾਲੇ ਕਹਿੰਦੇ ਹੋਣਗੇ ਹੁਣ ਲਿਆਓ ਚਾਹ ਦਾ ਕੱਪ ਤੇ ਨਾਲ ਲੱਡੂ 2 ਲਿਆਉਣੇ ਆ, ਪਰ ਮਿੱਠਾ ਘੱਟ ਹੋਵੇ। ਦੇਖੋ ਆਪਾਂ ਤਾਂ ਪਹਿਲਾਂ ਹੀ ਕਿਹਾ ਹੈ ਵੀ ਇਹ ਜਿੰਨੇ ਬੰਦੇ ਇਕੱਠੇ ਹੋਏ ਆ ਅਗਲਿਆਂ ਕੇਰ ਲੈਣੇ ਆ। ਹੁਣ ਦੇਖੋ ਮੇਰਾ ਖਿਆਲ ਪਿਛਲੇ ਦਿਨਾਂ ਦੀ ਜਿਹੜੀ ਡਿਬੇਟ ਸੀ ਨਾ, ਇੰਡੀਆ ਵਰਸਸ NDA ਚੱਲੇਗਾ, ਮੈਂ ਉਦੋਂ ਹੀ ਕਿਹਾ ਸੀ ਵੀ ਇਸ ਨਾਂ ਤੇ ਜ਼ਰੂਰ ਸਿਆਸਤ ਹੋਣੀ। ਹੁਣ ਵੀ ਇੱਕ ਖਬਰ ਤਾਂ ਚੱਲਦੀ ਪਈ ਹੈ, ਇੱਕ ਮੇਰਾ ਖਿਆਲ BJP ਦੇ ਲੀਡਰ ਸਾਹਿਬਾਨ ਨੇ ਉਹ ਕਹਿੰਦੇ ਵੀ ਬਹੁਤ ਜਲਦ ਕਵਾਇਦ ਸ਼ੁਰੂ ਹੋ ਜਾਏਗੀ, ਸੰਵਿਧਾਨ ਦੇ ਵਿੱਚੋਂ ਇੰਡੀਆ ਸ਼ਬਦ ਹੀ ਕੱਢ ਦੇਣਾ, ਅਬੇ ਅਸੀਂ ਭਾਰਤ ਹੀ ਰੱਖਣਾ, ਅਸੀਂ ਸਿਰਫ ਭਾਰਤ ਰੱਖਣਾ, ਇੰਡੀਆ ਤਾਂ ਕਹਿੰਦੇ ਅੰਗਰੇਜ਼ਾਂ ਦੀ ਦੇਣ ਸੀਗੀ। ਹੁਣ ਮੈਂ ਸੋਚਦਾ ਵੀ ਜੇ 6 ਮਹੀਨਿਆਂ ਤੱਕ ਆਪਾਂ ਕੋਈ ਖਬਰ ਇਹ ਸੁਣਦੇ ਜੀ ਸੰਵਿਧਾਨ ਦੇ ਵਿੱਚ ਹੋਈ ਸੋਧ, ਭਾਰਤ ਹੁਣ ਸਿਰਫ ਭਾਰਤ ਹੈ, ਇੰਡੀਆ ਕੋਈ ਸ਼ਬਦ ਨਹੀਂ ਹੈਗਾ, ਇਹ ਤਾਂ ਗੋਰਿਆਂ ਦਾ ਦਿੱਤਾ ਸੀ। ਵੈਸੇ ਮੈਨੂੰ ਚੇਤਾ ਆ ਗਿਆ ਸਮਾਰਟ ਸਿਟੀ ਪ੍ਰੋਜੈਕਟ ਹੈ, ਉਹਦੇ ਵਿੱਚ ਸਮਾਰਟ ਵੀ ਹਿੰਦੀ ਦਾ ਜਾਂ ਪੰਜਾਬੀ ਦਾ ਜਾਂ ਮਲਿਆਲਮ ਦਾ ਸ਼ਬਦ ਹੋਣਾ ਤੇ ਸਿਟੀ ਵੀ। ਯਾਰ ਆਹ ਗੱਲਾਂ ਮਾੜੀਆਂ ਨੇ, ਵੈਸੇ ਗੱਲ ਹੀ ਕਰਦਾ। ਜਦੋਂ ਤੁਸੀਂ ਇਹਨੂੰ ਪੋਲੀਟੀਕਲ ਮੁੱਦਾ ਬਣਾਓਗੇ ਫਿਰ ਅਸੀਂ ਇਹ ਵੀ ਕਢਾ ਦੇਵਾਂਗੇ, ਆਧੁਨਿਕ ਸ਼ਹਿਰ ਬਣਾਏਂਗੇ ਹਮ। ਚਲੋ ਬਹੁਤ ਸ਼ੁਕਰੀਆ, ਮਿਹਰਬਾਨੀ। ਲਓ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।